मरने ते जगत डरै, जीवियां लोड़ै सब कोए। गुर प्रसादी जीवत मरै, हुक्मै बूझै सोए। नानक ऐसी मरनी जो मरै, तां सद जीवन होए। कबीर मोह मरने का चाओ है, मरों तं हर कै द्वार। मत हर पूछै कौन है, परा हमारे बार। चवर छतर तख्त दे मालक, समुची मनुखता सर्व कायनात दे रहबर, दसां ही पातशाहियां दी जोत, शब्द ब्रह्म शब्दा अवतार सतगुरु धन श्री गुरु ग्रंथ साहिब महाराज जी दी मुबारक गोद दे विच संध्या वेले दे सजे हुए दीवान दे अंदर खालसा ग्रुप रुद्रपुर ਅਤੇ ਗੁਰਦੁਆਰਾ ਸਿੰਘ ਸਭਾ ਗੋਲ ਮਾਰਕੀਟ ਦੇ ਸਮੂਹ ਪ੍ਰਬੰਧਕਾਂ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਫਰੇ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਇਹ ਇੱਕ ਸ਼ਹੀਦੀ ਹਫ਼ਤਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦਾ ਯਤਨ ਕੀਤਾ ਜਾਂਦਾ ਹੈ ਤੇ ਉਹਨਾਂ ਲਾਸਾਨੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਇਹ ਗੱਲ ਕਹਿ ਗਏ ਸੀ, ਹਮ ਜਾਨ ਦੇ ਕੇ ਆਪਣੀ ਔरों की जाने बचा चले, सिक्खी की नींव हम सरों पे उठा चले, गुरियाई का किस्सा जहां में बना चले, सिंगों की सल्तनत का पौधा लगा चले, गद्दी से ताजो तख्त बसव कौम पाएगी, दुनिया से जालिमों का निशान तक मिटाएगी। जिन्हां ने अपना जीवन कुर्बान करके सानू इस संसार दे सुख बख्शिश कीते, उन्हां शहीदां नू याद करन वास्ते हर साल ये उपराला कीता जांदा है। ते अज 6वां दिन है ते 13 पो दे मुताबिक अज छोटे साहिबजादे धन धन बाबा जोरावर सिंह जी, धन धन बाबा फतेह सिंह जी ते धन माता गुजर कौर जी का अज दे दिन शहीदी दिहाड़ा समुची सिख कौम बड़ी अकीदत शरधा ते प्यार नाल मना रही। आओ जिन्ने को गुरु की गोद दे विच बैठे हैं जां शरण रेडियो चैनल जो वीर जी लाइव चला रहे ने उहदे राही भी जिन्ने भी वीर भैन दर्शन कर रहे हो, अपनी सुरत नूं गुरु के चरनां दे विच टिकाईए ते लासानी इतिहास नाल जुड़न तो पहला गुरु चरनां विच हाजरी लवाईए। कोई रसना वांझी ना रहे। दोनों हथ जोड़ गज के आखो जी वाहिगुरु जी का खालसा वाहिगुरु जी की फतेह। एक कवि ने बड़ा सुंदर लिखिया है, कहंदा सूरज दियां सुनहरी अखां लखां जुल्म जगत दे वेखे, इस संसार दे अंदर बड़ा जुल्म होया है, अत्याचार होया है। इस संसार दे अंदर जदों सूरज चढ़दा है, सूरज दे सामने भाव इन्ना को जुल्म होया है, वो अत्याचार होया है, उसनूं बयान नहीं कीता जा सकदा। सूरज दियां सुनहरी अखां लखां जुल्म जगत दे वेखे, पर इहो जिहा खूनी कारा अगे विच संसार ना होया। जिस साके दी गल अज असीं करन जा रहे हां, सरहंद दी धरती दे उस शहीदी साके दे बाबत ओ कवि कहंदा है, इहो जिहा खूनी कारा अगे विच संसार ना होया। सब धर्मां ते तवारीखां दे हर कौम वल झात मार के वेख लिओ, उन्हां दियां तवारीखां नूं पढ़ के वेख लिओ। सब धर्मां ते तवारीखां दे पत्रे फोल फोल के वेखे
ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵਰਗਾ ਅੱਗੇ ਕੋਈ ਖੁੱਦਾਰ ਨਾ ਹੋਇਆ, ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਵਰਗਾ ਇਹੋ ਜਿਹਾ ਖੁੱਦਾਰ, ਅਣਖ ਤੇ ਗੈਰਤ ਨੂੰ ਕਾਇਮ ਰੱਖਦਿਆਂ ਹੱਸ ਕੇ ਜਾਨਾਂ ਵਾਰਨ ਵਾਲਾ ਇਹੋ ਜਿਹਾ ਇਤਿਹਾਸ ਦੁਨੀਆ ਵਿੱਚ ਪਹਿਲਾਂ ਨਹੀਂ ਹੋਇਆ। ਇਸ ਕਰਕੇ ਉਹਨੇ ਇੱਕ ਗੱਲ ਕਵੀ ਨੇ ਹੋਰ ਲਿਖੀ ਹੈ, ਜਦੋਂ ਵੀ ਕਿਤੇ ਦੁਨੀਆ ਦੇ ਅੰਦਰ ਸਿੱਖ ਕੌਮ ਇਹ ਸੋਚ ਵਿੱਚ ਬੈਠੀ ਹੋਵੇ ਨਾ ਕਿ ਸਿੱਖ ਕੌਮ ਦੇ ਉੱਪਰ ਬਾਹਰੋਂ ਬੜੇ ਝੱਖੜ ਚੁੱਲ ਰਹੇ ਨੇ, ਬੜੀਆਂ ਹਨੇਰੀਆਂ ਪੈ ਰਹੀਆਂ ਨੇ, ਇਸ ਕੌਮ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਤੇ ਉਸ ਵਕਤ ਕੌਮ ਤੇ ਪੰਥ ਨਾਲ ਪਿਆਰ ਕਰਨ ਵਾਲੇ ਜਿਹੜੇ ਸੁਚੇਤ ਗੁਰੂ ਕੇ ਸਿੱਖ ਨੇ, ਉਹਨਾਂ ਦੇ ਮਨ ਵਿੱਚ ਇੱਕ ਤੌਖਲਾ ਆਉਣਾ ਸੁਭਾਵਕ ਹੈ। ਕਿਉਂਕਿ ਪੰਥ ਨਾਲ ਪਿਆਰ ਕਰਨ ਵਾਲਿਆਂ ਨੂੰ ਪੰਥ ਦੇ ਉੱਪਰ ਜਿਹੜੇ ਖਤਰੇ ਮੰਡਰਾਉਂਦੇ ਨੇ, ਉਹਨਾਂ ਤੋਂ ਸੁਚੇਤ ਰਹਿਣਾ ਤੇ ਉਹਨਾਂ ਤੋਂ ਸੁਚੇਤ ਕਰਨਾ ਜ਼ਿੰਮੇਵਾਰੀ ਬਣਦੀ। ਔਰ ਉਹ ਕਵੀ ਲਿਖਦਾ ਹੈ, ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ, ਸਦਾ ਵਾਸਤੇ ਹੈ ਦੁਨੀਆ ਆਬਾਦ ਤੇਰੀ। ਤੇਰੀ ਦੁਨੀਆ ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਇਹ ਆਬਾਦ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ। ਤੈਨੂੰ ਉਹ ਖੁਸ਼ੀਆਂ ਤੇ ਸੁੱਖ ਦੇ ਕਰਕੇ ਗਏ ਨੇ ਉਸ ਲਾਸਾਨੀ ਇਤਿਹਾਸ ਨੂੰ ਜੋ ਬਾਣੀ ਦੇ ਆਧਾਰ ਤੇ ਸਿਰਜਿਆ ਗਿਆ। ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ, ਸਦਾ ਵਾਸਤੇ ਹੈ ਦੁਨੀਆ ਆਬਾਦ ਤੇਰੀ। ਲੱਖਾਂ ਪਿੰਜਰਿਆਂ ਵਿੱਚ ਵੀ ਕੈਦ ਹੋ ਜਾਏ, ਤੇਰੇ ਸਰੀਰ ਨੂੰ ਭਾਵੇਂ ਕੋਈ ਕੈਦ ਕਰ ਸਕਦਾ ਹੈ, ਜਿਸਮ ਨੂੰ ਕੈਦ ਕੀਤਾ ਜਾ ਸਕਦਾ ਹੈ, ਤੈਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਸਕਦਾ ਹੈ। ਇਹ ਵੀ ਇੱਕ ਗੱਲ ਚੇਤੇ ਰੱਖਿਓ। ਮੈਂ ਇਸ ਕਵੀ ਤੋਂ ਬਾਹਰ ਇੱਕ ਗੱਲ ਹੋਰ ਸਾਂਝੀ ਕਰ ਦਿਆਂ ਕਿ ਜੇਲ੍ਹਾਂ ਦੇ ਵਿੱਚ ਬੰਦ ਹੋ ਜਾਣਾ, ਸਰੀਰ ਨੂੰ ਬੰਦ ਕਰਨਾ ਕੋਈ ਗੁਲਾਮੀ ਨਹੀਂ। ਕਈ ਵਾਰ ਆਜ਼ਾਦੀ ਵਾਸਤੇ, ਅਣਖ ਤੇ ਗੈਰਤ ਨੂੰ ਕਾਇਮ ਰੱਖਣ ਵਾਸਤੇ ਇਹ ਜੇਲ੍ਹਾਂ ਦੇ ਵਿੱਚ ਬੰਦ ਵੀ ਹੋਣਾ ਪੈਂਦਾ ਹੈ। ਖੁਦ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜੇਲ੍ਹ ਦੇ ਅੰਦਰ ਬਾਬਰ ਨੇ ਬੰਦ ਕੀਤਾ ਸੀ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੇਲ੍ਹ ਦੇ ਵਿੱਚ ਚੱਕੀ ਭੀ ਚਲਾਈ ਸੀ। ਇਹ ਧਿਆਨ ਨਾਲ ਸੁਣਿਓ, ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਨਿਰਮਲ ਤੇ ਨਿਰਾਲਾ ਪੰਥ ਹੈ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਸੰਪੂਰਨਤਾ ਬਖਸ਼ਿਸ਼ ਕਰਕੇ ਆਪਣਾ ਰੂਪ, ਆਪਣਾ ਸਭ ਕੁਝ ਬਖਸ਼ਿਸ਼ ਕੀਤਾ। ਉੱਥੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਇਸ ਸੰਸਾਰ ਦੇ ਅੰਦਰ ਜੇ ਤੂੰ ਜਿਉਣਾ ਚਾਹੁੰਦਾ ਹੈ ਤੇ ਜਿਉਣ ਦੇ ਵਾਸਤੇ ਤੈਨੂੰ ਧੱਕੇ ਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਪਏਗੀ। ਦਾਸ ਜਦੋਂ ਕਥਾ ਦੀ ਆਰੰਭਤਾ ਦੇ ਸਮੇਂ ਮੰਗਲ ਪੜ੍ਹ ਰਿਹਾ ਸੀ ਨਾ, ਉੱਥੇ ਮੰਗਲ ਦੇ ਵਿੱਚ ਭਗਤ ਕਬੀਰ ਜੀ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਜਿਹੜੇ ਸੀ ਉਹ ਪੜ੍ਹੇ, ਜੋ ਆਪ ਜੀ ਨੇ ਸਰਵਣ ਕੀਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋ। ਤੇ ਬਿਹਾਗੜੇ ਕੀ ਵਾਰ ਭਾਵ ਬਿਹਾਗੜੇ ਰਾਗ ਦੇ ਅੰਦਰ ਇਹ ਸ਼ਬਦ ਹੈ, ਤੇ ਭਗਤ ਕਬੀਰ ਜੀ ਨੇ ਇਹ ਬਚਨ ਬਖਸ਼ਿਸ਼ ਕੀਤਾ ਹੈ। ਬਾਅਦ ਵਿੱਚ ਸ਼ਲੋਕਾਂ ਵਿੱਚ ਵੀ ਹੈ। ਥੋੜਾ ਜਿਹਾ ਇੱਥੇ ਅੰਤਰ ਹੈ, ਜਿੱਥੇ ਕਬੀਰ ਜੀ ਨੇ ਗੱਲ ਕੀਤੀ ਕਬੀਰਾ ਜਦੋਂ ਬਿਹਾਗੜੇ ਕੀ ਵਾਰ ਵਿੱਚ ਆਇਆ, ਬਿਹਾਗੜਾ ਰਾਗ ਵਿੱਚ ਆਇਆ, ਉੱਥੇ ਜ਼ਿਕਰ ਹੈ ਕਬੀਰਾ ਮਰਤਾ ਮਰਤਾ ਜਗ ਮੁਆ। ਕਬੀਰਾ ਮਰਤਾ ਮਰਤਾ ਜਗ ਮੁਆ। ਇਸ ਸੰਸਾਰ ਦੇ ਅੰਦਰ ਨਿਤ ਮੌਤਾਂ ਹੁੰਦੀਆਂ ਨੇ, ਮਰ ਭੇ ਨਾ ਜਾਣੇ ਕੋਏ, ਪਰ ਇਸ ਸੰਸਾਰ ਨੇ ਅਜੇ ਤੱਕ ਮਰਨ ਦਾ ਢੰਗ ਨਹੀਂ ਸਿੱਖਿਆ। ਇਸੇ ਨੂੰ ਸ਼ਲੋਕ ਦੇ ਵਿੱਚ ਜਦੋਂ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਪੜ੍ਹਦੇ ਆ, ਥੋੜਾ ਜਿਹਾ ਫਰਕ ਪਾ ਦਿੱਤਾ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ। ਇੱਥੇ ਬਿਹਾਗੜੇ ਕੀ ਵਾਰ ਚ ਥੋੜਾ ਜਿਹਾ ਫਰਕ ਹੈ ਕਿ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉੱਥੇ ਥੋੜਾ ਜਿਹਾ ਅੰਤਰ ਪਾ ਦਿੱਤਾ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਇਹ ਥੋੜਾ ਜਿਹਾ ਫਰਕ ਤਾਂ ਪਾਇਆ ਕਿ ਸਿੱਖਾ ਤੂੰ ਸੁਚੇਤ ਹੋ ਕੇ ਬਾਣੀ ਪੜ੍ਹੇ, ਧਿਆਨ ਦੇ ਨਾਲ ਬਾਣੀ ਪੜ੍ਹੇ, ਇਸ ਕਰਕੇ ਉਹ ਮਾਤਰਾ ਦਾ ਫਰਕ ਆਪ ਉਹਨਾਂ ਨੇ ਪਾਇਆ। ਹੁਣ ਧਿਆਨ ਨਾਲ ਸੁਣਿਓ, ਉੱਥੇ ਕੱਲਾ ਸ਼ਲੋਕ ਹੈ। ਅਖੀਰ ਜਦੋਂ ਭਗਤ ਕਬੀਰ ਜੀ ਦੇ ਸ਼ਲੋਕ ਪੜ੍ਹਦੇ ਆ ਤੇ ਬਿਹਾਗੜੇ ਕੀ ਇਹ ਵਾਰ, ਇੱਥੇ ਕਬੀਰ ਜੀ ਦੇ ਸ਼ਲੋਕ ਦੇ ਨਾਲ ਮਹੱਲਾ ਤੀਜਾ ਲਿਖ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹਦੀ ਵਿਆਖਿਆ ਕਰਤੀ। ਇਹਦਾ ਭਾਵ ਉਸ ਵਕਤ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਇਹ ਬਾਣੀ ਇਕੱਤਰ ਕਰਕੇ ਪਹਿਲਾਂ ਹੀ ਲਿਆ ਚੁੱਕੇ ਸੀ, ਕਿਉਂਕਿ ਗੁਰੂ ਅੰਗਦ ਸਾਹਿਬ ਤੇ ਪ੍ਰਚਾਰ ਦੌਰੇ 'ਚ ਦੂਰ ਗਏ ਨਹੀਂ, ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਇਕੱਤਰ ਕਰ ਲਈ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਨਮੁਖ ਉਹ ਸ਼ਲੋਕ ਸੀ ਜਿਹੜਾ ਭਗਤ ਕਬੀਰ ਜੀ ਦਾ ਸਿੱਖ ਪੜ੍ਹਦੇ ਨੇ, ਕਬੀਰਾ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ।
ਇਹ ਕਿਹੜੀ ਮਰਨੀ ਦੀ ਗੱਲ ਕੀਤੀ ਹੈ। ਇੱਥੇ 3 ਤਰੀਕੇ ਦੀ ਮੌਤ ਦੀ ਗੱਲ ਦੁਨੀਆ ਦੇ ਵਿੱਚ ਜਿਹੜੀ ਗੁਰੂ ਨਾਨਕ ਦੇ ਘਰ ਨੇ ਇਹਨੂੰ ਖੁੱਲ ਕੇ ਬਿਆਨ ਕੀਤਾ। ਕਹਿੰਦੇ 3 ਤਰੀਕੇ ਦੀ ਮੌਤ ਹੈ। ਇੱਕ ਮੌਤ ਜਿਹੜੀ ਸਰੀਰਕ ਤੌਰ ਤੇ ਜਿਹੜਾ ਸੰਸਾਰ ਵਿੱਚ ਜਨਮ ਲੈ ਕੇ ਆਇਆ, ਜੋ ਜਨਮੈ ਸੋ ਜਾਨੋ ਮੂਆ। ਹਰ ਇੱਕ ਬੰਦਾ ਜੋ ਸੰਸਾਰ ਵਿੱਚ ਆਇਆ ਹੈ ਨਾ ਸੰਗਤ ਜੀ, ਇਸ ਸੰਸਾਰ ਵਿੱਚ ਆਏ ਹੋਏ ਨੂੰ ਕਦੀ ਰੋਕਿਆ ਨਹੀਂ ਜਾ ਸਕਦਾ। ਇਸ ਸੰਸਾਰ ਦੇ ਵਿੱਚ ਜੋ ਆਇਆ ਹੈ, ਗਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ। ਜਿੰਨੇ ਸਵਾਸ ਅਸੀਂ ਸੰਸਾਰ ਵਿੱਚ ਆ ਕੇ ਲੈਣੇ ਆ, ਇਹ ਗਿਣਤੀ ਦੇ ਮਿਲੇ ਨੇ, ਨਾ ਘਟਦੇ ਨੇ ਤੇ ਨਾ ਵੱਧਦੇ ਨੇ। ਗੱਲ ਮੌਤ ਦੀ ਹੈ। 3 ਤਰੀਕੇ ਦੀ ਮੌਤ ਵਿੱਚੋਂ ਪਹਿਲੀ ਮੌਤ ਦਾ ਜ਼ਿਕਰ ਪਹਿਲਾਂ ਆਪ ਜੀ ਨਾਲ ਅਰਦਾਸ ਕਰ ਰਿਹਾ ਹੈ। ਇਕਾਗਰਤਾ ਬਣਾਓ ਤੇ ਸਾਰੇ ਪਿਆਰ ਦੇ ਨਾਲ ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਕਾਗਰਤਾ ਬਣਾਉਣ ਵਾਸਤੇ ਗੁਰੂ ਕੇ ਚਰਨਾਂ ਵਿੱਚ ਸੁਰਤ ਟਿਕਾਉਣੀ ਹੈ। ਸਾਰੇ ਪਿਆਰ ਨਾਲ ਆਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹਦੇ ਚਰਨਾਂ ਦੇ ਵਿੱਚ ਅਸੀਂ ਨਤਮਸਤਕ ਹੋਏ ਆ, ਬੈਠੇ ਆ। ਤੇ ਉਸ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ 3 ਤਰੀਕੇ ਦੀ ਮੌਤ ਦਾ ਜ਼ਿਕਰ ਮਿਲਦਾ। ਨੰਬਰ 1 ਤੇ ਜਿਹੜੀ ਸਰੀਰਕ ਮੌਤ ਹੈ, ਸੰਸਾਰ ਵਿੱਚ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਵਾਰੀ ਆਪੋ ਆਪਣੀ ਕੋਏ ਨਾ ਬੰਦਾ, ਧੀਰ ਜੋ ਉਪਜਿਓ ਸੋ ਬਿਨਸੈ ਪਰੋ। ਆਜ ਕੇ ਕਾਲ ਇੱਥੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇੱਥੇ ਜੋ ਸੰਸਾਰ ਚ ਆਏ ਉਹਨਾਂ ਜਾਣਾ ਹੈ। 3 ਚੀਜ਼ਾਂ ਲੋਕ ਕਹਿੰਦੇ ਨੇ ਉੱਥੇ, ਕਾਰਨ, ਸਮਾਂ ਤੇ ਅਸਥਾਨ। ਇਹ 3 ਚੀਜ਼ਾਂ ਇਕੱਠੀਆਂ ਹੋ ਜਾਣ ਤੇ ਮੌਤ ਦੀ ਅਟਲ ਸਚਾਈ ਤੋਂ ਕੋਈ ਬਚ ਨਹੀਂ ਸਕਦਾ। ਉਹ 3 ਚੀਜ਼ਾਂ ਚੋਂ ਸਥਾਨ ਵੀ ਨਿਯਤ ਕੀਤਾ ਹੈ, ਜਿਹੜਾ ਸਮਾਂ ਉਹ ਵੀ ਰੱਬ ਨੇ ਨਿਸ਼ਚਿਤ ਕੀਤਾ ਹੈ, ਤੇ ਕਾਰਨ ਰੱਬ ਦੇ ਹੱਥ ਹੈ। ਭਾਵੇਂ ਬਿਮਾਰੀ ਕਾਰਨ ਬਣ ਜੇ, ਹਾਰਟ ਅਟੈਕ ਕਾਰਨ ਬਣ ਜੇ, ਐਕਸੀਡੈਂਟ ਕਾਰਨ ਬਣ ਜੇ, ਕਾਰਨ ਕੋਈ ਵੀ ਹੋ ਸਕਦਾ। ਇਸ ਸੰਸਾਰ ਵਿੱਚ ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਇਹ ਲੋਕੇ ਮਨ ਹਕੀਮ ਬਾਬਤ ਵੀ ਜ਼ਿਕਰ ਹੁੰਦਾ ਹੈ, ਕਿਉਂਕਿ ਵੈਦ ਤੇ ਡਾਕਟਰ ਜ਼ੋਰ ਲਾ ਕੇ ਕਹਿੰਦੇ ਆ ਸਭ ਕੁਝ ਸਾਡੇ ਵੱਸ ਵਿੱਚ ਹੈ, ਕੋਸ਼ਿਸ਼ ਕਰ ਸਕਦੇ ਆ। ਪਰ ਚੇਤੇ ਰੱਖਿਓ, ਜਿਸ ਬੰਦੇ ਨੂੰ ਉਹ ਲੋਕੇ ਮਨ ਹਕੀਮ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਉਹਦੇ ਕੋਲ ਅਖੀਰਲਾ ਸਮਾਂ ਸੀ ਨਾ, ਉਹਨੂੰ ਦਸਤ ਲੱਗ ਗਏ ਸੰਗਤ ਜੀ। ਜਦੋਂ ਦਸਤ ਲੱਗੇ ਤੇ ਉਹਦੇ ਚੇਲਿਆਂ ਨੇ ਉਹ ਦਸਤ ਰੋਕਣ ਦੇ ਵਾਸਤੇ ਵਧੀਆ ਤੋਂ ਵਧੀਆ ਦਵਾਈ ਉਹਨੂੰ ਦਿੱਤੀ, ਪਰ ਜਿੰਨੀਆਂ ਦਵਾਈਆਂ ਦਿੱਤੀਆਂ ਉਸ ਦੇ ਦਸਤ ਨਾ ਰੁਕਣ। ਦੁਨੀਆ ਦਾ ਮੰਨਿਆ ਹੋਇਆ ਵੈਦ ਹੈ। ਚੇਲੇ ਕਹਿੰਦੇ, ਵੈਦ ਜੀ ਤੁਹਾਡੀਆਂ ਦਵਾਈਆਂ ਸਾਰੀਆਂ ਬੇਕਾਰ ਨੇ ਤੇ ਸਵਾਹ ਨੇ, ਕਿਸੇ ਕੰਮ ਦੀਆਂ ਨਹੀਂ। ਕਹਿੰਦਾ, ਜੇ ਦਵਾਈਆਂ ਦੀ ਗੱਲ ਕਰੋ ਤੇ ਦਵਾਈਆਂ ਮੇਰੀਆਂ ਬੇਕਾਰ ਨਹੀਂ। ਜੇ ਦਵਾਈਆਂ ਦੀ ਤਾਕਤ ਵੇਖਣੀ ਹੈ, ਜਿਹੜੀਆਂ ਦਵਾਈਆਂ ਮੇਰੇ ਦਸਤ ਨੂੰ ਰੋਕਣ ਲਈ ਦਿੱਤੀਆਂ ਨੇ ਉਹ ਮੈਨੂੰ ਫੜਾਓ। ਸਾਰੀਆਂ ਦਵਾਈਆਂ ਹੱਥ ਵਿੱਚ ਪਕੜੀਆਂ ਤੇ ਲਾਗੇ ਪਾਣੀ ਦੇ ਵਗਦੇ ਹੋਏ ਪ੍ਰਣਾਲੇ ਵਿੱਚ ਸੁੱਟ ਦਿੱਤੀਆਂ। ਤੇ ਜਿੱਦਾਂ ਹੀ ਪਾਣੀ ਚੋਂ ਦਵਾਈਆਂ ਸੁੱਟੀਆਂ ਨਾ ਸੰਗਤ ਜੀ, ਉਹ ਵਗਦਾ ਹੋਇਆ ਪਾਣੀ ਰੁਕ ਗਿਆ, ਜਾਮ ਹੋ ਗਿਆ। ਲੋਕੇਮਾਨ ਹਕੀਮ ਕਹਿੰਦਾ, ਜਿਹੜੀ ਦਵਾਈ ਵਗਦੇ ਪਾਣੀ ਨੂੰ ਰੋਕ ਸਕਦੀ ਹੈ, ਜਾਮ ਕਰ ਸਕਦੀ ਹੈ, ਉਹ ਦਸਤ ਪੀ ਰੋਕ ਸਕਦੀ ਹੈ। ਪਰ ਚੇਤੇ ਰੱਖਿਓ, ਇਹ ਦਵਾਈ ਜਿਹੜੀ ਹੈ ਇਹ ਰੋਗ ਦਾ ਤੇ ਬਿਮਾਰੀ ਦਾ ਇਲਾਜ ਕਰ ਸਕਦੀ ਹੈ, ਪਰ ਮੌਤ ਦਾ ਇਲਾਜ ਨਹੀਂ ਕਰ ਸਕਦੀ। ਜਿਹੜੀ ਦਵਾਈ ਹੈ ਰੋਗ ਠੀਕ ਕਰ ਸਕਦੀ ਹੈ, ਬਿਮਾਰੀ ਠੀਕ ਕਰ ਸਕਦੀ ਹੈ, ਰੋਗ ਤੋਂ ਬਚਾ ਸਕਦੀ ਹੈ, ਬਿਮਾਰੀ ਤੋਂ ਬਚਾ ਸਕਦੀ ਹੈ, ਪਰ ਜਿਹੜੀ ਦਵਾਈ ਹੈ ਮੌਤ ਤੋਂ ਨਹੀਂ ਬਚਾ ਸਕਦੀ। ਕਿਉਂਕਿ ਮੌਤ ਕੋਈ ਬਿਮਾਰੀ ਨਹੀਂ ਹੈ, ਮੌਤ ਕੋਈ ਰੋਗ ਨਹੀਂ ਹੈ। ਇਹ ਜੀਵਨ ਦਾ ਅਟਲ ਸੱਤ ਹੈ, ਅਟਲ ਸੱਚਾਈ ਹੈ। ਜਿਉਣਾ ਝੂਠ ਤੇ ਮਰਨਾ ਸੱਚ ਹੈ। ਇਹ ਇਤਿਹਾਸ ਤੇ ਬਾਣੀ ਰਾਹੀਂ ਅਸੀਂ ਰੋਜ਼ ਪੜ੍ਹਦੇ ਤੇ ਸੁਣਦੇ ਹਾਂ। ਪਹਿਲੀ ਮੌਤ ਜਿਹੜੀ ਹਰ ਇੱਕ ਨੂੰ ਆਉਣੀ ਹੈ ਸੰਸਾਰ 'ਚ, ਇਸ ਤੋਂ ਕੋਈ ਬਚ ਨਹੀਂ ਸਕਦਾ। ਦੂਜੀ ਮੌਤ ਜਿਹੜੀ ਇਸ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਝਾਤ ਮਾਰ ਕੇ ਵੇਖਿਆ ਕਿ ਲੋਕੀ ਅਣਖ ਤੇ ਗੈਰਤ ਗਵਾ ਚੁੱਕੇ ਸਨ। ਜੇ ਉਹਨਾਂ ਨੂੰ ਕਿਹਾ ਜਾਵੇ ਰਾਜੇ ਜ਼ੁਲਮ ਕਰਦੇ ਨੇ, ਅਤਿਆਚਾਰ ਕਰਦੇ ਆ, ਤੇ ਜਿਹੜੇ ਲੋਕਾਂ ਕੋਲ ਲੋਕੀ ਸਿੱਖਿਆ ਲੈਣ ਜਾਂਦੇ ਸੀ ਨਾ ਕਿ ਕੋਈ ਸ਼ਾਇਦ ਰਾਜਿਆਂ ਤੋਂ ਜ਼ੁਲਮ ਤੋਂ ਬਚਾਉਣਗੇ, ਕੋਈ ਧਰਮ ਦੀ ਗੱਲ ਸਿਖਾਉਣਗੇ, ਉਹਨਾਂ ਦੇ ਮੁਖੋਂ ਵੀ ਇੰਨੀ ਗੱਲ ਨਿਕਲੀ, ਕਉ ਨ੍ਰਿਪ ਹੋਏ ਹਮਕੋ ਕਾਹਾਨੀ। ਰਾਜਾ ਕੋਈ ਵੀ ਹੋਵੇ, ਸਾਨੂੰ ਕੀ ਫਰਕ ਪੈਂਦਾ। ਕੋਈ ਪਹਾੜਾਂ 'ਚ ਬੈਠ ਗਿਆ, ਕੋਈ ਗੁਫਾਵਾਂ 'ਚ ਬੈਠ ਗਿਆ। ਇਹ ਬਾਬੇ ਨਾਨਕ ਨੇ ਜਾ ਕੇ ਉਹਨਾਂ ਨੂੰ ਹਲੂਣਿਆ ਜਾ ਕੇ ਕਿ ਇਸ ਸੰਸਾਰ ਦੇ ਅੰਦਰ ਜ਼ੁਲਮ ਹੋ ਰਿਹਾ ਹੈ, ਅਤਿਆਚਾਰ ਹੋ ਰਿਹਾ ਹੈ, ਤੇ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਧਿਆਨ ਨਾਲ ਸੁਣਦੇ ਚੱਲਿਓ, ਮੈਂ ਦੂਸਰੀ ਮੌਤ ਦੀ ਗੱਲ ਕਰ ਰਿਹਾ, ਜ਼ਮੀਰ ਦੀ ਮੌਤ। ਰਾਜਾ ਜ਼ੁਲਮ ਕਰ ਰਿਹਾ ਹੈ, ਅਤਿਆਚਾਰ ਕਰ ਰਿਹਾ ਹੈ, ਲੋਕ ਕਹਿੰਦੇ ਸਾਨੂੰ ਕੀ ਫਰਕ ਪੈਂਦਾ। ਧਿਆਨ ਨਾਲ ਸੁਣਿਓ,
ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਤੋਂ ਕਥਾ ਕਰਦੇ ਆ ਨਾ, ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ। ਉਹ ਕਹਿੰਦੇ ਕਈ ਲੋਕ ਪੁੱਛਦੇ ਨੇ ਆ ਤੁਹਾਡੀ ਕੌਮ ਆਪਸ ਵਿੱਚ ਲੜਦੀ ਬੜੀ ਹੈ, ਇਹ ਰੌਲਾ ਬੜਾ ਪਾਉਂਦੀ ਹੈ, ਕੋਈ ਕਾਨੂੰਨ ਇਹਨਾਂ ਨੂੰ ਛੇਤੀ ਕਿਤੇ ਪਸੰਦ ਹੀ ਨਹੀਂ ਆਉਂਦੇ, ਇਹ ਅੰਦੋਲਨ ਬੜੀ ਛੇਤੀ ਕਰਦੇ ਨੇ, ਧਰਨੇ ਬੜੀ ਛੇਤੀ ਲਾਉਂਦੇ ਨੇ, ਇਹ ਰਾਜੇ ਦੇ ਸਾਹਮਣੇ ਝੁਕਦੇ ਨਹੀਂ, ਇੱਕੋ ਦਮ ਰਾਜੇ ਨੂੰ ਵੰਗਾਰਨ ਲੱਗ ਪੈਂਦੇ ਨੇ, ਆਖਰਕਾਰ ਇਹ ਕਾਰਨ ਕੀ ਹੈ? ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ। ਕਹਿੰਦੇ ਕਦੀ ਕਬਰਸਤਾਨ 'ਚ ਗਿਆ ਏ, ਕਬਰਸਤਾਨ 'ਚ ਮੁਰਦਿਆਂ ਨੂੰ ਵੇਖਿਆ? ਕਦੀ ਮੁਰਦੇ ਵੀ ਰੌਲਾ ਪਾਉਂਦੇ ਨੇ, ਮੁਰਦਿਆਂ ਵੱਲ ਝਾਤ ਮਾਰ ਕੇ ਵੇਖੋ, ਕਬਰਸਤਾਨ ਵਿੱਚ ਇੱਕਦਮ ਸੁੰਨਸਾਨ ਚੁੱਪ ਛਾਂ ਵਰਤਦੀ ਹੈ, ਬਿਲਕੁਲ ਖਾਮੋਸ਼ੀ, ਬਿਲਕੁਲ ਸ਼ਾਂਤੀ। ਉੱਥੇ ਮੁਰਦਿਆਂ ਨੂੰ ਕੋਈ ਬਾਹੋਂ ਫੜ ਕੇ ਇੱਧਰ ਕਰਦੇ ਉਧਰ ਕਰਦੇ, ਉਹਦੀ ਲੱਤ ਫੜ ਕੇ ਸੱਜੇ ਨੂੰ ਘੁਮਾ ਦੇ ਖੱਬੇ ਨੂੰ ਘੁਮਾ ਦੇ, ਜਿਹਦੇ ਅੰਦਰ ਜਾਨ ਹੀ ਨਹੀਂ, ਉਹ ਮੁਰਦੇ ਦਾ ਸਰੀਰ ਫੜ ਕੇ ਐ ਨੂੰ ਕਰ ਦੋ, ਸੱਜੇ ਕਰ ਦੋ, ਖੱਬੇ ਕਰ ਦੋ, ਬਾਹੋਂ ਫੜ ਕੇ ਇੱਧਰ ਕਰ ਦੋ ਉਧਰ ਕਰ ਦੋ। ਨਾ ਤੇ ਮੁਰਦੇ ਨੇ ਰੌਲਾ ਪਾਉਣਾ, ਨਾ ਉਹਦੇ ਮੁਖ ਚੋਂ ਜ਼ਬਾਨ ਨਿਕਲੇਗੀ, ਉਹਨੇ ਕੋਈ ਚੂੰ ਨਹੀਂ ਕਰਨੀ, ਉਹਦੀ ਕੋਈ ਚੈਂ ਨਹੀਂ, ਆਵਾਜ਼ ਨਹੀਂ ਆਏਗੀ। ਪਰ ਜਿਉਂਦੇ ਬੰਦੇ ਨੂੰ ਮਾੜੀ ਜੀ ਅੜਕ ਵੀ ਮਾਰ ਕੇ ਵੇਖੋ ਨਾ, ਅਗਲਾ ਉਸੇ ਤਮ ਕਹਿੰਦਾ ਭਲਿਆ ਸੰਭਲ ਕੇ ਚੱਲ, ਸਿੱਧੇ ਤਰੀਕੇ ਦੇ ਨਾਲ ਚੱਲ, ਆਵਾਜ਼ ਮਾਰਦਾ ਹੈ ਸੰਭਲਣ ਵਾਸਤੇ, ਉਸੇ ਵਕਤ ਸੁਚੇਤ ਕਰਦਾ ਹੈ। ਤੇ ਜਿਹੜਾ ਬੰਦਾ ਜਿਉਂਦਾ ਹੈ ਤੁਰਦਿਆਂ ਫਿਰਦਿਆਂ ਉਹਦੀ ਮਾੜੀ ਮੋਟੀ ਅੜਕ ਵੀ ਵੱਜਣੀ ਹੈ, ਬਾਂਹ ਵੀ ਵੱਜਣੀ ਹੈ, ਹੱਥ ਵੀ ਵੱਜਣਾ ਹੈ, ਤੇ ਜਿਉਂਦੇ ਬੰਦੇ ਨੇ ਆਵਾਜ਼ ਵੀ ਕੱਢਣੀ ਹੈ। ਜੇ ਉਹਦੀ ਬਾਂਹ ਹਿਲਾਓਗੇ, ਲੱਤ ਹਿਲਾਓਗੇ, ਉਹਨੇ ਚੂੰ ਵੀ ਕਰਨੀ ਹੈ ਤੇ ਚਾਂ ਵੀ ਕਰਨੀ ਹੈ। ਜਿਹਦੀ ਅੰਦਰ ਦੀ ਜ਼ਮੀਰ ਮਰ ਗਈ, ਉਹਦੇ ਤੇ ਰਾਜਾ ਜ਼ੁਲਮ ਕਰੀ ਜਾਏ, ਅਤਿਆਚਾਰ ਕਰੀ ਜੇ, ਉਹਨਾਂ ਨੇ ਰਾਜੇ ਦੇ ਸਾਹਮਣੇ ਖੰਘਣਾ ਨਹੀਂ। ਤੇ ਦੂਸਰੇ ਪਾਸੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਉਹ ਰਾਜੇ ਦੇ ਜ਼ੁਲਮ ਦੇ ਸਾਹਮਣੇ ਉਸੇ ਵਕਤ ਆਵਾਜ਼ ਬੁਲੰਦ ਕਰਦੇ ਨੇ ਕਿ ਤੂੰ ਰਾਜਾ ਨਹੀਂ, ਰਾਜੇ ਚੁੱਲੀ ਨਿਆਮ ਕੀ, ਰਾਜੇ ਦਾ ਕੰਮ ਤੇ ਨਿਆਂ ਕਰਨਾ ਹੈ। ਚੁੱਲੀ ਸ਼ਬਦ ਦੇ ਅਰਥ ਮੈਨੂੰ ਸੱਜਣ ਪੁੱਛਦਾ ਦਾ ਮਤਲਬ ਕੀ ਹੈ? ਇਦਾਂ ਜਿਹਨੂੰ ਚੁੱਲੀ ਦਾ ਮਤਲਬ ਵੈਸੇ ਦਾਨ ਵਾਸਤੇ ਕੋਈ ਚੀਜ਼ ਦਾਨ ਕਰਨੀ, ਤਰਪਣ ਕਰਨਾ, ਉਸ ਰੂਪ ਵਿੱਚ ਵਰਤਿਆ ਜਾਂਦਾ। ਰਾਜਾ ਆਮ ਤੌਰ ਤੇ ਬੜਾ ਦਾਨ ਪੁੰਨ ਕਰਦਾ ਹੈ, ਸੋਚਦਾ ਸੀ ਇਹ ਤਰਪਣ ਕਰਕੇ ਨਾ ਲੋਕ ਕਹਿੰਦੇ ਅਸੀਂ ਕਰਤੱਵਿਆਂ ਤੋਂ, ਆਪਣੇ ਫਰਜ਼ਾਂ ਤੋਂ ਮੁਕਤ ਹੋ ਗਏ, ਆਪਣਾ ਫਰਜ਼ ਨਿਭਾਤਾ, ਚੁੱਲੀ ਭਰ ਕੇ ਤੇ ਮੈਂ ਆਪਣਾ ਫਰਜ਼ ਨਿਭਾਤਾ। ਕਹਿੰਦੇ ਰਾਜੇ ਦੀ ਜਿਹੜੀ ਚੁੱਲੀ ਹੈ, ਰਾਜੇ ਦਾ ਫਰਜ਼ ਹੈ, ਰਾਜੇ ਦਾ ਜਿਹੜਾ ਦਾਨ ਹੈ, ਰਾਜੇ ਦਾ ਜਿਹੜਾ ਕਰਤੱਵ ਹੈ, ਰਾਜੇ ਦਾ ਜਿਹੜਾ ਧਰਮ ਹੈ, ਉਹ ਇਨਸਾਫ ਕਰਨਾ ਹੈ। ਇਨਸਾਫ ਕਰਨ ਵਾਸਤੇ ਰਾਜਾ ਜੇ ਇਨਸਾਫ ਨਹੀਂ ਨਾ ਕਰਦਾ ਤੇ ਰਾਜਾ ਤਖਤ ਤੇ ਬੈਠਣ ਦੇ ਲਾਇਕ ਨਹੀਂ। ਜਿਨ੍ਹਾਂ ਦੀਆਂ ਜ਼ਮੀਰਾਂ ਮਰ ਜਾਣ, ਉਹ ਮੁਰਦੇ ਕਬਰਸਤਾਨ ਦੇ ਉਸ ਮੁਰਦੇ ਵਰਗੇ ਨੇ, ਲੱਤ ਬਾਂਹ ਹਿਲਾਉਂਦੇ ਨੇ, ਚੂੰ-ਚਾਂ ਨਹੀਂ ਕਰਦੇ। ਇੱਕ ਰਾਜੇ ਦੀ ਗੱਲ ਆਉਂਦੀ ਹੈ, ਉਹਨੇ ਵੇਖਿਆ ਕਿਤੇ ਮੇਰੀ ਪ੍ਰਜਾ ਦੀ ਜ਼ਮੀਰ ਨਾ ਮਰ ਜੇ। ਉਹਨੇ ਇੱਕ ਤਰੀਕਾ ਵਰਤਿਆ ਪ੍ਰਜਾ ਨੂੰ ਵੇਖਣ ਵਾਸਤੇ ਕਿ ਮੇਰੇ ਲੋਕ ਸੁੱਤੇ ਨੇ ਕਿ ਜਾਗਦੇ, ਇਹ ਜਿਉਂਦੇ ਨੇ ਕਿ ਜ਼ਮੀਰਾਂ ਕਰਕੇ ਮਰੇ ਹੋਏ। ਉਹਨੇ ਇੱਕ ਥਾਂ ਤੇ ਟੋਲ ਟੈਕਸ ਲਾਤਾ, ਉੱਥੇ ਰੱਖਿਆ ਕਿ 1 ਰੁਪਈਆ ਜਿਹੜਾ ਜਾਏਗਾ ਉਹਨੂੰ ਰੁਪਈਆ ਟੈਕਸ ਦੇਣਾ ਪਏਗਾ। ਲੋਕੀ ਜਾਂਦੇ ਰੁਪਈਆ ਟੈਕਸ ਦੇ ਕੇ ਚਲੇ ਜਾਂਦੇ। 2-4 ਦਿਨ ਉਹਨੇ ਵੇਖਿਆ, ਬੋਲੇ ਨਹੀਂ, ਕੋਈ ਚੂੰ ਨਹੀਂ, ਕੋਈ ਚਾਂ ਨਹੀਂ, ਆਵਾਜ਼ ਨਹੀਂ ਆਈ। ਉਹਨੇ 1 ਰੁਪਈਏ ਦੀ ਥਾਂ 4 ਰੁਪਈਏ ਕਰਤੇ ਕਿ ਲੋਕੀ ਰੌਲਾ ਤੇ ਪਾਉਣਗੇ ਕਿ ਰਾਜਾ ਤੂੰ ਗਲਤ ਕਰ ਰਿਹਾ ਹੈ, ਮਾੜਾ ਕੰਮ ਕਰ ਰਿਹਾ। 4 ਰੁਪਈਏ ਕਰਤੇ, ਲੋਕੀ ਰੁਪਈਏ ਦੇਣ ਤੇ ਚੁੱਪ ਕਰਕੇ ਤੁਰ ਪੈਣ। ਉਹਨੇ ਵੇਖਿਆ ਅਜੇ ਵੀ ਆਵਾਜ਼ ਨਹੀਂ ਆਈ, ਲੱਗਦਾ ਕੋਈ ਜ਼ਿਆਦਾ ਇਹਨਾਂ ਤੇ ਪ੍ਰੈਸ਼ਰ ਪਿਆ ਨਹੀਂ। ਉਹਨੇ 4 ਦੇ 16 ਰੁਪਈਏ ਕਰਤੇ, 16 ਦੇ 20 ਕਰ ਦਿੱਤੇ, ਪਰ ਕੋਈ ਨਹੀਂ ਬੋਲਿਆ। ਹੁਣ ਰੁਪਈਏ 20 ਕਰਤੇ, ਪੈਸੇ ਵਧਾ ਦਿੱਤੇ, ਪਰ ਲੋਕੀ ਨਹੀਂ ਬੋਲੇ। ਤੇ ਉਹਨੇ ਕਿਹਾ ਹੁਣ ਜਿਹੜਾ ਇੱਥੋਂ ਲੰਘੇ ਨਾਲੇ ਤੇ ਰੁਪਈਏ ਲੈਣੇ ਨੇ, ਨਾਲੇ ਸਿਰ 'ਚ ਇੱਕ ਛਿੱਤਰ ਮਾਰਨਾ। ਹੁਣ ਛਿੱਤਰ ਵੀ ਮਾਰਿਆ, ਪਰ ਲੋਕੀ ਤਾਂ ਵੀ ਛਿੱਤਰ ਖਾ ਖਾ ਕੇ ਉੱਥੋਂ ਤੁਰੇ ਜਾਣ, ਕੋਈ ਅੱਗੇ ਚੂੰ ਚਾਂ ਨਹੀਂ, ਕੋਈ ਆਵਾਜ਼ ਨਹੀਂ। ਉਹਨੇ ਫੇਰ ਰੱਖਿਆ ਕਿ ਇੱਕ ਛਿੱਤਰ ਨਾਲ ਗੱਲ ਨਹੀਂ ਬਣੀ, ਵਧਾਉਂਦਿਆਂ ਕਹਿੰਦਾ 20 ਰੁਪਈਏ ਲੈਣੇ ਤੇ 20 ਛਿੱਤਰ ਮਾਰਨੇ। ਹੁਣ ਜਦੋਂ 20 ਛਿੱਤਰ ਮਾਰਨ ਦੀ ਗੱਲ ਆਈ, 20 ਰੁਪਈਏ, ਤੇ ਲੋਕੀ ਇਕੱਠੇ ਹੋ ਕੇ ਆ ਗਏ ਰਾਜੇ ਕੋਲ। ਰਾਜਾ ਸੋਚਦਾ ਹੁਣ ਜਾਗ ਪਏ, ਇਹ ਬੰਦਿਆਂ ਦੀਆਂ ਜ਼ਮੀਰਾਂ ਜਾਗਦੀਆਂ, ਇਹ ਜਿਉਂਦੇ ਨੇ, ਹੁਣ ਤੇ ਮੈਨੂੰ ਆਖਣਗੇ ਕਿ ਰਾਜਾ ਤੂੰ ਜ਼ੁਲਮ ਕਰ ਰਿਹਾ, ਗਲਤ ਕਰ ਰਿਹਾ, ਮਾੜਾ ਕਰ ਰਿਹਾ। ਪਰ ਮਾੜੀ ਜ਼ਮੀਰ, ਮਰੀ ਹੋਈ ਜ਼ਮੀਰ ਦੇ ਬੰਦੇ ਆ ਕੇ ਕਹਿੰਦੇ ਰਾਜਨ, ਰਾਜਾ ਬੜਾ ਸੋਚਦਾ ਕਿ ਸ਼ਾਇਦ ਹੁਣ ਤੇ ਕਹਿਣਗੇ ਕਿ ਮੇਰੀ ਜਿਹੜੀ ਜ਼ਮੀਰ ਇਹ ਤੁਸੀਂ ਗਲਤ ਕਰ ਰਹੇ ਹੋ, ਜ਼ੁਲਮ ਕਰ ਰਹੇ ਹੋ। ਤੇ ਸਾਰੇ ਲੋਕ ਇਕੱਠੇ ਹੋ ਕੇ ਪਤਾ ਕੀ ਆਖਦੇ, ਮਹਾਰਾਜ ਤੁਸੀਂ ਟੋਲ ਤੇ ਲਾਇਆ ਹੈ, ਉੱਥੇ 20 ਰੁਪਈਏ ਤੁਸੀਂ ਲੈ ਰਹੇ ਹੋ, 20 ਦੇ ਭਾਵੇਂ 40 ਕਰ ਦਿਓ, ਛਿੱਤਰ ਵੀ 20 ਮਾਰ ਰਹੇ ਹੋ। ਪਰ ਮਹਾਰਾਜ ਤੁਹਾਡੇ ਅੱਗੇ ਇੱਕ ਬੇਨਤੀ ਹੈ, ਤੁਸੀਂ ਬੰਦੇ ਥੋੜੇ ਜਿਹੇ ਹੋਰ ਵਧਾ ਦਿਓ, ਕਿਉਂਕਿ ਕੰਮ ਤੇ ਅੱਗੇ ਜਾਣਾ ਹੁੰਦਾ ਹੈ, ਲੇਟ ਹੋ ਜਾਂਦੀ ਹੈ। ਬੰਦੇ ਵਧਾ ਦਿਓ ਤਾਂ ਕਿ ਛੇਤੀ ਛੇਤੀ ਛਿੱਤਰ ਖਾਈਏ, ਪੈਸੇ ਦਈਏ ਤੇ ਅਸੀਂ ਅੱਗੇ ਚਲੇ ਜਾਈਏ। ਕਿਸੇ ਦੀ ਹਿੰਮਤ ਨਾ ਪਈ ਰਾਜੇ ਨੂੰ ਕਹਿ ਦੇ ਕਿ ਛਿੱਤਰ ਕਿਉਂ ਮਾਰ ਰਿਹਾ, ਟੋਲ ਕਾਹਦਾ ਲੈ ਰਿਹਾ। ਅੱਜ ਵੀ ਮਰੀਆਂ ਜ਼ਮੀਰਾਂ ਦੇ ਲੋਕ ਦਿਨ ਰਾਤ ਟੋਲ ਤੇ ਟੋਲ ਵੱਧਦਾ ਜਾਂਦਾ ਹੈ, ਟੈਕਸ ਤੇ ਟੈਕਸ ਵਧੀ ਜਾਣਗੇ।
ਪਰ ਮਰੀ ਜ਼ਮੀਰ ਤੋਂ ਆਵਾਜ਼ ਨਹੀਂ ਆਏਗੀ ਟੈਕਸ ਕਿਉਂ ਵਧਾ ਰਹੇ ਹੋ, ਆ ਕਾੜੀ ਗੱਲ ਦਾ ਟੈਕਸ ਹੈ। ਇੱਥੋਂ ਤੱਕ ਕਹਿੰਦੇ 200 ਰੁਪਏ ਪੈਟਰੋਲ ਡੀਜ਼ਲ ਹੋ ਜਾਏਗਾ, ਵੋਟ ਅਸੀਂ ਫਿਰ ਵੀ ਉੱਥੇ ਹੀ ਪਾਵਾਂਗੇ। ਇਹ ਮਰੀ ਜ਼ਮੀਰ ਦੀ ਨਿਸ਼ਾਨੀ ਹੈ। ਇੱਕ ਵਾਰ ਇਕਾਗਰਤਾ ਬਣਾਓ, ਪਿਆਰ ਨਾਲ ਆਖੋ ਸਤਨਾਮ। ਇੱਕ ਜ਼ਮੀਰਾਂ ਮਰੀਆਂ ਦੀ ਦੂਸਰੀ ਮੌਤ ਹੈ, ਜ਼ਮੀਰ ਮਰ ਜਾਏ। ਰਾਜਾ ਜ਼ੁਲਮ ਕਰ ਰਿਹਾ, ਟੈਕਸ ਤੇ ਟੈਕਸ ਲਾ ਰਿਹਾ, ਕਹਿੰਦੇ ਨਹੀਂ 200 ਦੀ ਥਾਂ 500 ਪੈਟਰੋਲ ਡੀਜ਼ਲ ਹੋ ਜਾਏਗਾ, ਅਸੀਂ ਨਹੀਂ ਕੁਸਕਣਾ, ਅਸੀਂ ਚੂੰ ਚਾਂ ਨਹੀਂ ਕਰਨੀ। ਇਹ ਮਰੀਆਂ ਜ਼ਮੀਰਾਂ ਗੁਰੂ ਸਾਹਿਬ ਨੇ ਜਗਾਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਕਹੇ। ਜ਼ਮੀਰ ਦੀ ਮੌਤ, ਇਹ ਹਿੰਦੁਸਤਾਨ ਦੀ ਧਰਤੀ ਦੇ ਬਹੁਤੇ ਲੋਕ ਮਰੇ ਸੀ ਕਿ 100 ਸਿਪਾਹੀ ਆ ਕੇ ਛਿੱਤਰ ਮਾਰਦੇ ਨੇ, ਇਹ ਝੁਕ ਕੇ ਉਹਨਾਂ ਦੇ ਸਾਹਮਣੇ ਸਲਾਮਾਂ ਕਰਦੇ ਨੇ, ਉਹ ਇਹਨਾਂ ਦੇ ਉੱਪਰ ਜਜੀਆ ਲਾਉਂਦੇ ਨੇ, ਟੈਕਸ ਲਾਉਂਦੇ ਨੇ। ਕਿਸੇ ਦੀ ਹਿੰਮਤ ਨਾ ਪਈ ਕਿ ਉਹਨਾਂ ਦੇ ਸਾਹਮਣੇ, ਇਹ ਤੇ ਬਾਬਾ ਨਾਨਕ ਹੀ ਸੀ ਨਾ, ਕਹਿੰਦੇ ਇੱਕ ਪਾਸੇ ਤੁਸੀਂ ਸਤਿਕਾਰ ਕਰਦੇ ਨੇ ਗਊ ਦਾ, ਬ੍ਰਾਹਮਣ ਦਾ, ਗਊ ਬ੍ਰਾਹਮਣ ਕੌਕਰ ਲਾਵੇਂ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪਮਾਲੀ, ਧਾਨ ਮਲੇਸ਼ਾ ਖਾਈਏ। ਵੰਗਾਰ ਵੰਗਾਰ ਕੇ ਸੁੱਤੀ ਜ਼ਮੀਰ ਨੂੰ ਹੀ ਤੇ ਗੁਰੂ ਸਾਹਿਬ ਨੇ ਜਗਾਇਆ ਸੀ। ਆਸਾ ਦੀ ਵਾਰ ਪੜ੍ਹੀਏ ਨਾ। ਅੱਜ ਬਦਕਿਸਮਤੀ ਹੈ ਸੰਗਤ ਜੀ, ਗੁਰੂ ਕੀ ਗੋਦ ਚ ਮੈਂ ਇੱਕ ਬੇਨਤੀ ਕਰਨ ਲੱਗਾ, ਤੁਸੀਂ ਸ਼ਾਇਦ ਮੇਰੀ ਗੱਲ ਇਹ ਗੌਰ ਕਰ ਲਿਓ ਜੀ। ਤੁਸੀਂ ਇਹ ਇਤਿਹਾਸ ਸੁਣਿਆ ਹੈ ਪਿਛਲੇ 6 ਦਿਨਾਂ ਦੇ ਵਿੱਚ, ਹਰ ਸਾਲ ਸੁਣਦੇ ਹੋ, ਤੇ ਸੁਣਦਿਆਂ ਹੋਇਆਂ ਇਸ ਗੱਲ ਦਾ ਜ਼ਿਕਰ ਲਗਭਗ ਹਰ ਇਤਿਹਾਸਕਾਰ ਉਹ ਲਗਭਗ ਆਪ ਵੀ ਕਰਦੇ ਹੋ ਤੇ ਤੁਸੀਂ ਸੁਣਦੇ ਵੀ ਹੋ ਕਿ ਸਰਸਾ ਦੇ ਕਿਨਾਰੇ, ਮੈਂ ਥੋੜਾ ਜਿਹਾ ਇਸ ਵਿਸ਼ੇ ਦੇ ਵਿੱਚੋਂ ਗੱਲ ਕਰਕੇ ਚੱਲਣ ਲੱਗਾ, ਕਿਉਂਕਿ ਆਸਾ ਦੀ ਵਾਰ ਉਹ ਬਾਣੀ ਹੈ कि सरसा दे किनारे था सर पे वक्त आ गया आसा की वार का। जोगी अल्लाह यार खान ने भी लिखा, उत्थे गुरु साहब ने घोड़े की वाग खिंची सी ते भाई दया सिंह नूं कहंदे ने कि अमृत वेला हो गया, नितनेम करिए, आसा की वार दा कीर्तन करिए। ते भाई दया सिंह क्योंकि उदों दुश्मन फौज खादियां किस्मां छिक्के ते टंग पिछों हमला कर दिंदी है, ते भाई दया सिंह कहंदे पातशाह पिछों दुश्मन फौज ने हमला कर दिता है, गोलियां चल रही ने, तीर वर रहे ने, सामने सरसा चहाड़ा आया, आसमान चों गड़े वरस रहे ने। पातशाह महाराज जे इत्थे शाही टिब्बी ते जिहड़ी आनंदपुर तो 12 किलोमीटर थल्ले नूं ते कीरतपुर तो दक्षिणी बाही ते लगभग 6 किलोमीटर के फासले ते वो शाही टिब्बी शाही तां क्योंकि घोर हनेरा, वड्डे वड्डे संघले जंगल दे वड्डे दरख्त ते वड्डियां वड्डियां झाड़ियां, वड्डा वड्डा घाह, इस करके उहनूं शाही टिब्बी, काली हनेरी टिब्बी करके कहा जांदा। कहंदे इत्थे ही होएगा कीर्तन, कहंदे बड़े सिख मारे जाणगे। पातशाह जी आसा की वार कर ला पे करनों ते गुरु साहब गांह जाके किते दिने कर लेंदे, वेले कवेले फेर कर लेंदे। एक गल कहंदे जी ओ उत्थे फेर गांह जाके कर लांगे। एक शब्द गुरु साहब ने उत्थे विया सी, कहंदे एक ओ गया ते को गया। कई बार बंदा कहंदा है बाद कर लांगे, पर बाद समा हथ नहीं आउंदा, किसे दे हथ जिहड़ा इह समा जिहड़ा निकलिया आउंदा नहीं। अमृत वेला एक बार खुंज गया, पूरा दिन बंदा इन्ना कुलजदा है, इह वार हथ नहीं आउंदा। दूजी गल गुरु साहब ने कही आसा की वार करनी जरूरी है, नितनेम करना जरूरी है, क्योंकि जे ना कीता ते चेते रखियो अज तुसी कहंदे हो सिख मारे जाणगे, पर जे अज नितनेम ना होया, आसा की वार ना होई ना, ते सिक्खी मारी जाएगी। सिख नहीं मरदा इहदे बंद बंद कट दिते जाण, सिख नहीं मरदा चरखड़ी ते चाड़ दिता जावे, सिख नहीं मरदा आरे नाल चीर दिता जावे, सिख नहीं मरदा इहदा खोपर उतार दिता जावे, सिख नहीं मरदा रूह विच लपेट के साड़ दिता जावे, सिख नहीं मरदा पुट्ठी खल उतार दिती जावे, कीमा कीमा कर दिता जावे। सिख उदों मरदा है जिद्दण ये नितनेम ते आसा की वार तो टुट जांदा है, बाणी तो टुट जांदा है, उदण सिख दी मौत हुंदी। ये सतगुरु पातशाह ने उत्थे एक गल कही, आसा की वार ही क्यों। अज बड़ियां बीमारियां सानू चंबड़ियां। गुरमुखो तुसी गुरु ग्रंथ साहिब दे चरनां विच बैठे हो, गुरबाणी दा अखर अखर सत्कारयोग है, पर मैनू तुसी इन्ना दस दिओ जिहड़ी आसा दी वार सरसा दे कंढे गुरु साहिब ने नहीं सी भुलाई, एक ते इह दस्सिओ कि आसा की वार विच साडी हाजरी किन्नी है, ते दूजी आसा की वार ते किन्नियां कि साडे शहर च सभा सोसाइटियां ने। गज के आखो सतनाम। सोसाइटियां बड़ियां ने, बाणी दे नां ते भी रख लईआं सी, मुबारक है जिन्नी जेड़ी भी बाणी पढ़ीए मुबारक है, क्योंकि बाणी ने भला ही करना है। लोग जाने ये गीत है, ये तो ब्रह्म विचार, ये ते रब्बी बाणी है ना, जिन्ने पढ़िया जिन्ने सुनिया, कोई गावे को सुने, हरनामा चित लाए, कहो कबीर संसा नहीं अंत परमगत पाए। पर किन्नी बार असीं सुनिया कि आसा की वार गुरु साहब ने, यानी जी हुणे गुरु की गोच बैठे ये भी सोचते होणगे किन्ने को सिंह आसा की वार दे विच हुंदे आ। कल्ले रागी सिंह बहुतियां थावां ते आसा की वार ला दिंदे आ, पर अज तक असीं घरां दे विच भी उपराला नहीं कीता कि असीं घरां दे विच आसा की वार करवाईए।
ਘਰਾਂ ਵਿੱਚ ਬੈਠ ਕਰਕੇ ਸੁਣੀ। ਉਹ ਆਸਾ ਕੀ ਵਾਰ ਜਿਹੜੀ ਵਹਿਮਾਂ ਚੋਂ, ਭਰਮਾਂ ਚੋਂ, ਪਖੰਡਾਂ ਚੋਂ, ਕਰਮਕਾਂਡਾਂ ਚੋਂ ਕੱਢ ਕੇ ਸਾਡੇ ਸਿੱਖੀ ਦੇ ਨਿਆਰੇਪਨ ਨੂੰ ਕਾਇਮ ਕਰਨ ਵਾਲੀ। ਪਿੱਛੇ ਜੇ ਕਿਸੇ ਦੇ ਘਰ ਗਏ, ਬੱਚੇ ਦਾ ਜਨਮ ਹੋਇਆ ਤੇ ਉਹਨਾਂ ਦੇ ਪਰਿਵਾਰ 'ਚ ਅਚਾਨਕ ਗੱਲ ਕਰਨ ਲੱਗ ਪਏ, ਗਿਆਨੀ ਜੀ ਮੈਂ ਬੈਠਾ ਸੀ, ਬੱਚਾ ਛੋਟਾ ਸੀ ਤੇ ਬੱਚੇ ਦੀ ਮਾਤਾ ਅਚਾਨਕ ਕਹਿਣ ਲੱਗੀ ਆਪਣੀ ਨੂੰਹ ਨੂੰ, ਧੀਏ ਤੂੰ ਬੱਚੇ ਨੂੰ ਬਾਹਰ ਲੈ ਕੇ ਨਾ ਚਲੀ ਜੀ, ਐਵੇਂ ਸੂਤਕ ਲੱਗ ਜਾਏਗੀ ਕਿਤੇ। ਆ ਸ਼ਬਦ ਉਹਨੇ ਵਰਤਿਆ। ਮੈਂ ਉੱਤੋਂ ਸਵਾਲ ਕੀਤਾ, ਭੈਣ ਜੀ ਗੁਰਦੁਆਰੇ ਜਾਂਦੇ ਹੋ? ਕਹਿੰਦੇ ਜੀ ਰੋਜ਼ ਜਾਂਦੇ ਆ ਬਿਨਾਂ ਨਾਗੇ। ਆਸਾ ਦੀ ਵਾਰ ਸੁਣਦੇ ਹੋ? ਕਹਿੰਦੇ ਜੀ ਰੋਜ਼ ਜਾਈਦਾ ਗੁਰਦੁਆਰੇ, ਉਦੋਂ ਹੀ ਮੱਥਾ ਟੇਕਣ ਜਾਈਦਾ, ਕੀਰਤਨ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ। ਤੇ ਮੈਂ ਕਿਹਾ ਜੇ ਸੁਣਿਆ ਹੁੰਦਾ ਨਾ ਕਦੀ ਕੀਰਤਨ ਆਸਾ ਕੀ ਵਾਰ ਦੇ ਨਾਲ ਕਦੀ ਜੁੜੇ ਹੁੰਦੇ ਤੇ ਕਦੀ ਤੁਸੀਂ ਨਾ ਕਹਿੰਦੇ ਕਿ ਤੂੰ ਬਾਹਰ ਲੈ ਕੇ ਜਾਏਂਗੀ, ਸੂਤਕ ਲੱਗ ਜਾਏਗੀ। ਇਹ ਮੈਂ ਥੋੜਾ ਜਿਹਾ ਸ਼ਬਦ ਨਿਆਰਾ ਭੰਨ ਸੀ ਸਿੱਖੀ ਦਾ, ਜੇ ਅਸੀਂ ਪਤਾ ਨਹੀਂ ਉਸ ਬਾਣੀ ਵਾਲੇ ਪਾਸੇ ਤੋਂ ਕਿਸੇ ਹੱਦ ਤੱਕ ਦੂਰ ਹੋ ਚੁੱਕੇ ਆ ਸੰਗਤ ਜੀ। ਤੇ ਅੱਜ ਇਹੀ ਬਿਮਾਰੀਆਂ ਸਾਨੂੰ ਬਾਹਰਲੇ ਪਾਸੇ ਤੋਂ ਆ ਕੇ ਘੇਰ ਰਹੀਆਂ ਨੇ। ਮੈਂ ਕਿਹਾ ਜੇ ਤੁਸੀਂ ਪੜ੍ਹਿਆ ਹੁੰਦਾ ਤੇ ਤੁਸੀਂ ਉੱਥੇ ਇਹ ਗੱਲ ਕਦੀ ਨਾ ਕਹਿੰਦੇ ਬੱਚੇ ਨੂੰ ਸੂਤਕ, ਜਨਮਣ ਸਮੇਂ ਸੂਤਕ ਤੇ ਮਰਨ ਸਮੇਂ ਪਾਤਕ, ਇਹ ਭਰਮ ਪਏ ਹੋਏ ਨੇ। ਤੇ ਤੁਸੀਂ ਉੱਥੇ ਆਪ ਕਹਿ ਦਿੰਦੇ ਸਭੋ ਸੂਤਕ ਭਰਮ ਹੈ, ਜਿੰਨਾ ਸੂਤਕ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕਹਿੰਦੇ ਜੇ ਜੰਮਣ ਮਰਨ ਦੀ ਗੱਲ ਕਰੋ ਤੇ ਅੰਨ ਦੇ ਵਿੱਚ ਰੋਜ਼ ਜੀਵ ਜੰਮਦੇ ਨੇ ਮਰਦੇ ਨੇ, ਫਿਰ ਤੇ ਸੂਤਕ ਪਾਤਕ ਤੋਂ ਕਦੀ ਬਚਿਆ ਜਾ ਹੀ ਨਹੀਂ ਸਕਦਾ। ਇਹ ਸੂਤਕ ਪਾਤਕ ਸ਼ਬਦ ਸਿੱਖ ਦੇ ਜੀਵਨ ਨਾਲ ਨਹੀਂ ਸੰਬੰਧਿਤ, ਸਿੱਖ ਨਹੀਂ ਕਦੀ ਕਹਿ ਸਕਦਾ, ਫਿਰ ਵੀ ਅਸੀਂ ਵਰਤੀਏ। ਦੂਜਾ ਸ਼ਬਦ ਮੈਂ ਥੋੜਾ ਜਿਹਾ ਤੁਹਾਡੇ ਨਾਲ ਹੋਰ ਸਾਂਝਾ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਕਾਰਨ ਸੀਗਾ ਕਿ ਦੁਸ਼ਮਣ ਤੋਂ ਤਾੜੀ ਮਾਰ ਕੇ ਭਾਵੇਂ ਗਏ ਨੇ ਪਰ ਉਹਦੀ ਪਕੜ ਤੋਂ ਬਚਣਾ ਸੀ, ਇਸ ਕਰਕੇ ਜੋੜਾ ਲਾ ਕੇ ਗਏ ਨੇ। ਪਰ ਅਸੀਂ ਕਈ ਵਾਰ ਆਸਾ ਕੀ ਵਾਰ ਨਾ ਪੜਨ ਕਰਕੇ ਆਪਣਾ ਹੀ ਮਨ ਬਣਾ ਲੈਨੇ ਆ ਕਿ ਗੁਰਦੁਆਰੇ ਸ਼ਾਇਦ ਜੋੜਾ ਲਾ ਕੇ ਜਾਵਾਂਗੇ ਤੇ ਜਾਇਦ ਜ਼ਿਆਦਾ ਗੁਰੂ ਖੁਸ਼ ਹੋਏਗਾ। ਤੁਹਾਡੀ ਭਾਵਨਾ ਮੁਬਾਰਕ ਹੈ, ਤੁਹਾਡਾ ਪਿਆਰ ਮੁਬਾਰਕ ਹੈ। ਗੁਰਦੁਆਰੇ ਆਈਏ, ਬਾਣੀ ਪੜ੍ਹੀਏ, ਸੁਣੀਏ, ਇਸ ਥਾਂ ਤੇ ਬੈਠ ਕੇ ਜਿੰਨਾ ਸਮਾਂ ਗੁਜ਼ਾਰੀਏ ਉਹ ਮੁਬਾਰਕ ਹੈ। ਪਰ ਸੰਗਤ ਜੀ ਜੇ ਕਲਗੀਧਰ ਪਾਤਸ਼ਾਹ ਦੇ ਉਪਕਾਰਾਂ ਨੂੰ ਯਾਦ ਕਰ ਰਹੇ ਆ ਤੇ ਚੇਤੇ ਰੱਖਿਓ, ਫਿਰ ਉਹਦੀ ਸਿੱਖਿਆ ਨੂੰ ਵੀ ਸਮਝਣ ਦਾ ਯਤਨ ਕਰੀਏ ਕਿ ਖੁਦ ਗੁਰੂ ਸਾਹਿਬ ਦੇ ਆਪਣੇ ਬਚਨ ਜਿੱਥੇ ਆਸਾ ਕੀ ਵਾਰ ਦੇ ਵਿੱਚ ਹੈ, ਉੱਥੇ ਕਲਗੀਧਰ ਪਾਤਸ਼ਾਹ ਦੇ ਵੀ ਬਚਨ। ਕਹਿੰਦੇ ਜੇ ਕੋਈ ਨੰਗੀ ਪੈਰੀ ਚੱਲ ਕੇ ਸੋਚੇ ਗੁਰੂ ਖੁਸ਼ ਹੋ ਜਾਏ। ਗੁਰਦੁਆਰੇ ਬੈਠੇ ਸਾਰੇ ਨੰਗੀ ਪੈਰੀ, ਪਰ ਕੋਈ ਸੋਚੇ ਘਰ ਤੋਂ ਗੰਦੀਆਂ ਥਾਵਾਂ ਤੇ ਕੰਡਿਆਲੇ ਰਸਤਿਆਂ ਚੋਂ ਜਾਣ ਕੇ ਸੋਚੇ ਕਿ ਮੈਂ ਨੰਗੀ ਪੈਰੀ ਜਾ ਕੇ ਗੁਰੂ ਨੂੰ ਖੁਸ਼ ਕਰਾਂਗਾ। ਗੁਰੂ ਤੇ ਖੁਸ਼ ਹੁੰਦਾ ਹੈ, ਉਹਦਾ ਹੁਕਮ ਮੰਨਿਆ, ਉਹਦੀ ਰਜਾ ਵਿੱਚ ਤੁਰਿਆ, ਉਹਦੇ ਭਾਣੇ ਵਿੱਚ ਤੁਰਿਆ, ਉਹਦੇ ਬਚਨਾਂ ਨੂੰ ਜੀਵਨ ਵਿੱਚ ਕਮਾਇਆ, ਗੁਰੂ ਖੁਸ਼ ਹੁੰਦਾ ਹੈ। ਪਰ ਅਸੀਂ ਗੁਰੂ ਦੇ ਹੁਕਮ ਤੋਂ ਉਲਟ ਸੋਚੀਏ ਨੰਗੇ ਪੈਰੀ ਤੁਰ ਕੇ ਖੁਸ਼ ਹੋ ਜਾਏਗਾ ਤੇ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧ ਹੈ ਪੱਤ ਗਵਾਈ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਤੂੰ ਸੋਚੇ ਨੰਗੀ ਪੈਰੀ ਗੁਰਦੁਆਰੇ ਜਾਇਆ ਗੁਰੂ ਜ਼ਿਆਦਾ ਖੁਸ਼ ਹੁੰਦਾ ਏ। ਤੇ ਕਲਗੀਧਰ ਪਾਤਸ਼ਾਹ ਦੇ ਕਵਿੱਤ ਪੜ੍ਹਿਓ ਕਦੀ ਧਿਆਨ ਦੇ ਨਾਲ, ਅਕਾਲ ਉਸਤਤ ਪੜ੍ਹਿਓ ਜ਼ਰੂਰ, ਕਿਉਂਕਿ ਅੱਜ ਸਾਡੀ ਬਦਕਿਸਮਤੀ ਹੈ 6-6 ਘੰਟੇ ਅਸੀਂ ਮੋਬਾਈਲ ਚਲਾਉਂਦੇ ਆ, ਸੋਸ਼ਲ ਮੀਡੀਆ ਤੇ ਬਹਿਣ ਵਾਸਤੇ ਸਾਡੇ ਕੋਲ ਬਹੁਤ ਸਮਾਂ ਹੁੰਦਾ ਹੈ ਸੰਗਤ ਜੀ, ਪਰ ਗੁਰਦੁਆਰੇ ਨਿਤਨੇਮ ਵਾਸਤੇ ਤੇ ਸੰਗਤ ਵਿੱਚ ਬਹਿਣ ਵਾਸਤੇ ਸਮਾਂ ਨਹੀਂ। ਅੱਜ ਅਸੀਂ ਸਾਡੇ ਬੱਚੇ ਗੇਮ ਪਬਜੀ ਖੇਡ ਸਕਦੇ ਨੇ ਕਈ ਘੰਟੇ, ਪਰ ਗੁਰੂ ਕੀ ਬਾਣੀ ਨਾ ਤੇ ਅਸੀਂ ਸਹਿਜ ਪਾੜ ਵਾਲੇ ਪਾਸੇ ਆਪ ਤੁਰ ਰਹੇ ਹਾਂ। ਜੇ ਆਪ ਹੀ ਨਹੀਂ ਤੁਰਨਾ ਤੇ ਸਾਡੇ ਬੱਚਿਆਂ ਨੇ ਕਿਸ ਪਾਸੇ ਤੁਰਨਾ? ਕਿਉਂਕਿ ਬੱਚੇ ਉਹੀ ਕਰਦੇ ਨੇ ਜੇ ਮਾਂ ਪਿਓ ਕਰਦੇ ਨੇ, ਉਹ ਵੇਖਦੇ ਨੇ 5-5 ਮਿੰਟ ਪਿੱਛੋਂ ਤੇ ਮੇਰੇ ਮਾਂ ਪਿਓ ਮੋਬਾਈਲ ਦਾ ਸਟੇਟਸ ਚੈੱਕ ਕਰਦੇ ਨੇ, ਮੈਂ ਵੀ ਉਹੀ ਕਰਨਾ ਜਿਹੜਾ ਕੰਮ ਮਾਂ ਪਿਓ ਕਰਦੇ। ਜੇ ਮਾਂ ਪਿਓ ਜਿਸ ਰਾਹ ਤੁਰੇ ਨੇ ਬੱਚਿਆਂ ਨੇ ਵੀ ਉਸੇ ਰਾਹ ਤੁਰਨਾ। ਮਾਂ ਪਿਓ ਅੰਮ੍ਰਿਤ ਵੇਲੇ ਨਹੀਂ ਉੱਠਣਗੇ ਤੇ ਬੱਚੇ ਨੂੰ ਕਿਵੇਂ ਉਠਾਵਾਂਗੇ? ਮਾਂ ਪਿਓ ਗੁਰਦੁਆਰੇ ਨਹੀਂ ਆਉਣਗੇ ਬੱਚੇ ਨੂੰ ਕਿਵੇਂ ਲਿਆਵਾਂਗੇ? ਮਾਂ ਪਿਓ ਨਿਤਨੇਮ ਨਹੀਂ ਕਰਨਗੇ ਬੱਚੇ ਕਿਵੇਂ ਜੁੜ ਜਾਣਗੇ? ਇਸ ਕਰਕੇ ਉਹਨਾਂ ਦੇ ਸਾਹਮਣੇ ਪਹਿਲਾਂ ਉਹ ਰੂਪ ਦੇ ਵਿੱਚ ਆਪ ਪੇਸ਼ ਹੋਣਾ ਪਏਗਾ। ਤੇ ਕਲਗੀਧਰ ਪਾਤਸ਼ਾਹ ਦੇ ਕਵਿੱਤ ਵਿੱਚ ਜ਼ਿਕਰ ਹੈ, ਕਹਿੰਦੇ ਜੇ ਨੰਗੀ ਪੈਰੀ ਰਿਆਂ ਰੱਬ ਖੁਸ਼ ਹੁੰਦਾ ਤੇ ਬਾਂਦਰਾ ਸदैव ਪਾਏ ਨਾਂਗੇ ਹੀ ਚਲਤਾ ਹੈ। ਬਾਂਦਰਾ ਸदैव ਪਾਏ ਨਾਂਗੇ ਹੀ ਚਲਤੇ, ਬੰਦਰ ਤੇ ਸਦਾ ਨੰਗੇ ਪੈਰੀ ਚੱਲਦਾ, ਫਿਰ ਤੇਰੇ ਨਾਲੋਂ ਪਹਿਲਾਂ ਬਾਂਦਰ ਤੇ ਖੁਸ਼ ਹੋਏਗਾ। ਹੁਣ ਤੁਸੀਂ ਧਿਆਨ ਰੱਖਿਓ ਜੇ ਕਿਤੇ ਐਸੇ ਕੰਮ ਤੇ ਨਹੀਂ ਕਰ ਰਹੇ ਜਿਹੜੇ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੀ ਨਹੀਂ ਕਰਾ ਸਕਦੇ। ਗੁਰੂ ਕੀ ਸੀ? ਗੁਰੂ ਨੇ ਇੱਕ ਅਣਖ ਤੇ ਗੈਰਤ ਦੀ ਜ਼ਿੰਦਗੀ ਬਤੀਤ ਕਰਨੀ ਸਿਖਾਈ ਸੀ। ਇਸ ਤਰ੍ਹਾਂ ਨੰਗੀ ਪੈਰੀ ਤੁਰਨ ਵਾਲਿਆਂ ਤੋਂ ਸਰਕਾਰ ਨੂੰ ਕੋਈ ਤਕਲੀਫ ਨਹੀਂ ਸੀ ਹੋਣੀ। ਪਹਾੜਾਂ 'ਚ ਬੈਠਿਆਂ ਤੋਂ ਵੀ ਸਰਕਾਰ ਨੂੰ ਕੋਈ ਤਕਲੀਫ ਨਹੀਂ ਸੀ, ਗੁਫਾਵਾਂ ਵਿੱਚ ਬੈਠਿਆਂ ਤੋਂ ਵੀ ਕੋਈ ਤਕਲੀਫ ਨਹੀਂ ਸੀ। ਤੇ ਜਿਹੜਾ ਬੰਦਾ ਕਹਿੰਦਾ ਨਾ ਮੈਨੂੰ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮੇਰਾ ਨਹੀਂ ਸੰਬੰਧ ਕੋਈ ਰਾਜਨੀਤੀ ਨਾਲ, ਉਹਨਾਂ ਤੋਂ ਵੀ ਸਰਕਾਰਾਂ ਨੂੰ ਕੋਈ ਤਕਲੀਫ ਨਹੀਂ ਸੀ। ਤੇ ਤੁਹਾਨੂੰ ਪਤਾ ਤਕਲੀਫ 22 ਧਾਰ ਦੇ ਪਹਾੜੀ ਰਾਜਿਆਂ ਨੂੰ ਹੋਈ ਕਿਉਂ? ਮੈਂ ਥੋੜਾ ਜਿਹਾ ਰੁਕਿਆ ਸੀ ਤੇ ਮੈਂ ਬੇਨਤੀ ਕੀਤੀ ਅੱਜ ਤੁਹਾਡੇ ਨਾਲ ਥੋੜਾ ਪੱਕ ਸਾਂਝਾ ਕਰਾਂਗਾ। ਜਦੋਂ ਗੁਰੂ ਸਾਹਿਬ ਨੇ ਕਿਹਾ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਹਨਾਂ ਦੀ ਜਾਤ ਗੋਲ ਚ ਕੁੱਲ ਚ ਕੋਈ ਸਰਦਾਰ ਹੀ ਨਹੀਂ ਬਣਿਆ, ਇਨਹੀ ਕੋ ਸਰਦਾਰ ਬਣਾਉ। ਤੇ ਅਗਲਾ ਸ਼ਬਦ ਤੁਸੀਂ ਪੜ੍ਹਦੇ ਹੋ ਰਾਜ ਕਰਨ ਕੀ
ਰੀਤ ਸਿਖਾऊं, यही पढ़ते हैं ना, इन्हीं को सरदार बनाऊं। ते सारे बोले हुण राज करन की किन्ने क्या भला, किस पातशाह ने क्या सी, बोलो जरा जोर दी। गुरु गोबिंद सिंह महाराज उहदियां कुर्बानियां नूं याद कर रहे हैं। हुण उहने ते क्या सी, इन्हीं को सरदार बनाऊं, ते अगला राज करन की। ते साडे मेरे वर्गे की कहंदे जी, राजनीति नाल साडा नहीं कोई लेना देना, असीं नहीं राजनीति वाले पासे तुरना। गुरु साहब कह रहे मैं तेनों राजनीति सिखाना चाहना है। 52 हुक्म पढ़ते हैं, कलगीधर पातशाह दे कदी दर्शन करियो च कहा सी सिखो, राजनीति जरूर पढ़ियो। बदकिस्मती है साध संगत, अज असी उस सोच चले गए जेड़े लोग पहाड़ां गुफावां च बह गए, कहंदे कोऊ नृप होए हमको का हानि, राजा की करदा है, राजे नाल कोई फर्क नहीं, टैक्स ला रहा, जुल्म कर रहा, साडा राजनीति नाल कोई वास्ता नहीं। ये सिੱਖੀ ਦੀ सोच नहीं है। इस सोच वालियां तो ना कदी सरकार नूं कोई तकलीफ हुई। जे साहिबजादे भी इन्नी गल जदों पुछिया सी ना कि जे तुहानूं छड्ड दित्ता जावे की करोगे, वो कहंदे जी सुमेर पर्बत ते समाधि ला लांगे, चौंकड़े मार के बैठ जाएंगे, राजा जो मर्जी करी जाए, सानूं कोई फर्क नहीं, साडा राजनीति नाल कोई लेना देना नहीं। ते साहिबजादियां नूं ठंडे बुरज च कैद कीता जांदा, साहिबजादियां नूं तशद्दद दिता जांदा, नीहां विच चिणिया जांदा, उन्हां नूं फर्क की पैना सी। अज हुण तुसीं बस एक कंपैरिजन वेखिओ, जे साहिबजादियां दी शहादत मनाउंदिआं किते ऐसा ते नहीं कि कौम नूं ਜਿਹੜੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ ਜਾਂਦਾ, ਕਿਤੇ ਉਹ ਇਹੋ ਜਿਹੇ ਬੰਦੇ ਤੇ ਨਹੀਂ ਲੱਗ ਗਏ ਜਿਹੜੇ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਆਪ ਤੇਲ ਦੇ ਕੇ ਸਾਡੀ ਸਿੱਖੀ ਦੀ ਸੋਚ ਖਤਮ ਕਰਨ ਵਾਲੇ ਪਾਸੇ ਲੱਗੇ ਨੇ। ਗੱਜ ਕੇ ਆਖੋ ਸਤਨਾਮ। ਮੈਨੂੰ ਕਿਸੇ ਦਾ ਨਾਂ ਲੈਣ ਦੀ ਲੋੜ ਨਹੀਂ, ਬਸ ਉਹ ਸੁਰਤ ਨੂੰ ਜਗਾਉਣਾ ਹੈ। ਗੁਰੂ ਕੀ ਗੋਰ ਵਿੱਚ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਤੇ ਜਿਹੜੀ ਸੁਰਤ ਬਲਵਾਨ ਹੋ ਜਾਂਦੀ ਹੈ ਫਿਰ ਬੱਚੇ ਬੁੱਢੇ ਦਾ ਫਰਕ ਮੁਕਾ ਦਿੰਦੀ। ਗੱਲ ਤੇ ਸੁਰਤ ਦੀ, ਜਿਹੜੀ ਸੁਰਤ ਹੀ ਜਵਾਨ ਹੋ ਗਈ, ਸੁਰਤ ਬਲਵਾਨ ਹੋ ਗਈ, ਉਹ ਛੋਟੀ ਜੀ ਉਮਰ ਦੇ ਵਿੱਚ ਵੱਡੇ ਸੂਬੇ ਦੇ ਸਾਹਮਣੇ ਕੜਕ ਕੜਕ ਕੇ ਜਵਾਬ ਦਿੰਦੇ ਨੇ, ਉਸ ਸੂਬੇ ਨੂੰ ਨਿਰੁੱਤਰ ਕਰਦੇ ਨੇ। ਗੱਲ ਤੇ ਸੁਰਤ ਦੀ ਹੈ, ਸਿੱਖੀ ਖੇਡ ਹੀ ਸੁਰਤ ਦੀ। ਸੁਰਤ ਜਿਹੜੀ ਕਮਜ਼ੋਰ ਹੋ ਚੁੱਕੀ ਹੈ ਤੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਜੋੜ ਕੇ ਤਕੜਾ ਕਰਨਾ। ਗੁਰੂ ਸਾਡਾ ਹੈ ਸ਼ਬਦ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਮੇਰੀ ਗੱਲ ਨੂੰ ਸਮਝਣ ਦਾ ਯਤਨ ਕਰਿਓ। ਇਹਨਾਂ ਦਿਨਾਂ ਦੇ ਵਿੱਚ ਅਸੀਂ ਆਤਮਾ ਨੂੰ, ਸੁਰਤ ਨੂੰ ਟੁੰਬ ਕੇ ਜਗਾਉਣਾ ਹੈ। ਕਿਤੇ ਜ਼ਮੀਰ ਦੀ ਮੌਤੇ ਸਾਡੀ ਸੁਰਤ ਤੇ ਨਹੀਂ ਮਰੀ ਹੋਈ। ਰਾਜਾ ਜ਼ੁਲਮ ਕਰੇ, ਅਤਿਆਚਾਰ ਕਰੇ, ਕਾਨੂੰਨ ਕੋਈ ਲਾਗੂ ਕਰੇ। ਇੱਕ ਪਾਸੇ ਜਿੱਥੇ 1000 ਸਾਲ ਤੋਂ ਹਮਲੇ ਹੋ ਰਹੇ ਸੀ, ਕੋਈ ਖੰਘਦਾ ਨਹੀਂ ਸੀ, ਉੱਥੇ ਮੈਂ ਬੇਨਤੀ ਕੀਤੀ ਚਰਖਿਆਂ ਨਾਲ ਦੇਸ਼ ਆਜ਼ਾਦ ਨਹੀਂ ਹੋਇਆ, ਇਹ ਚਰਖੜੀਆਂ ਤੇ ਚੜ੍ਹਨਾ ਪਿਆ। ਕੱਲ ਮੈਂ ਬੇਨਤੀ ਕਰ ਚੁੱਕਿਆ ਤੁਹਾਡੇ ਸਨਮੁਖ, ਇਹ ਇਤਿਹਾਸ ਹੈ ਸਾਡਾ। ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਨੇ ਕੁਰਬਾਨੀ ਨਹੀਂ ਦਿੱਤੀ ਉਹਨਾਂ ਬਾਰੇ ਵੀ ਕਈ ਕਵੀ ਕਹਿੰਦਾ ਤੁਸੀਂ ਬੇਰਾਂ ਬੱਟੇ ਸਾਂਭ ਲਈਆਂ ਚੌਧਰਾਂ ਤੇ ਸਾਨੂੰ ਸਿਰ ਦੇ ਕੇ ਮਿਲੀਆਂ ਗੁਲਾਮੀਆਂ। ਉਹ ਇਤਿਹਾਸ ਆਪਣਾ ਅੱਜ ਸਮਝਣ ਦੀ ਲੋੜ ਹੈ। ਸਾਹਿਬਜ਼ਾਦਿਆਂ ਦੀ ਜਿਉਂ-ਜਿਉਂ ਇਤਿਹਾਸ ਦੀ ਵਾਰਤਾ ਸਮਝਾਂਗੇ ਨਾ ਸਾਨੂੰ ਸਮਝ। ਗੁਰੂ ਸਾਹਿਬ ਕਹਿੰਦੇ ਰਾਜ ਕਰਨ ਕੀ ਰੀਤ ਸਿਖਾਉਂ। ਥੋੜਾ ਜਿਹਾ ਕਹਿ ਕੇ ਫਿਰ ਮੈਂ ਉਸ ਇਤਿਹਾਸ ਨੂੰ ਆਪ ਜੀ ਦੇ ਰੂਬਰੂ ਕਰਨਾ ਹੈ। ਗੱਲ ਇੰਨੀ ਸਮਝ ਆ ਜੇ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਜੰਗ ਕਿਉਂ ਸੀ। ਇਹ ਗੁਰੂ ਸਾਹਿਬ ਨੇ ਜਦੋਂ ਸਿਰ ਤੇ ਸੋਹਣੀਆਂ ਦਸਤਾਰਾਂ ਸਜਵਾ ਦਿੱਤੀਆਂ, ਹੁਣ ਦਸਤਾਰਾਂ ਤੇ ਤੁਸੀਂ ਵੀ ਗੁਰੂ ਕੀ ਗੋਚ ਸਜਾ ਕੇ ਬੈਠੇ। ਆਪਾਂ ਕਹਿੰਦੇ ਗੁਰਦੁਆਰੇ ਆਉਂਦੇ ਜੇ, ਆਉਂਦਿਆਂ ਸਿਰ ਢੱਕ ਕੇ ਆਇਓ। ਕਈ ਵਾਰ ਅਸੀਂ ਗੁੱਸੇ ਨਾਲ ਹੀ ਕਈਆਂ ਨੂੰ ਕਹਿੰਦੇ ਭਾਈ ਸਿਰ ਢੱਕ ਕੇ, ਅਗਲਾ ਨਾਰਾਜ਼ ਹੋ ਜਾਂਦਾ ਜੀ ਇਹ ਦਬਕਾ ਮਾਰਿਆ, ਮੇਰੇ ਨਾਲ ਸਿੱਧੀ ਤਰ੍ਹਾਂ ਕੂਇਆ ਨਹੀਂ। ਪਰ ਜੇ ਪਿਆਰ ਨਾਲ ਕਿਸੇ ਨੂੰ ਸਮਝਾ ਦੋਗੇ ਨਾ ਸਿਰ ਕਿਉਂ ਢੱਕਿਆ ਜਾ ਰਿਹਾ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਦੀ ਧਰਤੀ ਤੇ ਸੋਹਣੀਆਂ ਦਸਤਾਰਾਂ, ਦੋਹਰੀਆਂ ਦਸਤਾਰਾਂ ਸਿੱਖ ਸਜਾ ਕੇ ਜਦੋਂ ਘੋੜਿਆਂ ਤੇ ਸਵਾਰ ਹੋ ਕੇ ਨਿਕਲਦੇ ਨੇ, ਰਣਜੀਤ ਨਗਾਰੇ ਵੱਜਦੇ ਨੇ, ਹੱਥ ਵਿੱਚ ਸ਼ਸਤਰ ਪਕੜੇ ਨੇ ਤੇ ਪਹਾੜੀ ਰਾਜਿਆਂ ਦੇ ਦਿਲ ਧੜਕਦੇ ਨੇ। ਉਹ ਉੱਥੇ ਰੌਲਾ ਪਾਉਂਦੇ ਨੇ ਇਹ ਬੰਦੇ ਜਿਹੜੇ ਸਾਡੇ ਸਾਹਮਣੇ ਕਦੀ ਸਿਰ ਤੇ ਦਸਤਾਰ ਬੰਨ ਕੇ ਨਹੀਂ ਸੀ ਨਿਕਲੇ, ਅੱਜ ਦਸਤਾਰਾਂ ਬੰਨ ਕੇ ਨਿਕਲ, ਘੋੜਿਆਂ ਦੀ ਸਵਾਰੀ ਕਰਨ, ਇਹ ਸ਼ਸਤਰਧਾਰੀ ਹੋ ਜਾਣ। ਤੇ ਦਸਤਾਰ ਦੀ ਦਾਤ, ਇਹ ਜਿਹੜਾ ਸਿਰ ਢੱਕਣ ਦਾ ਕਾਰਨ ਤੁਹਾਨੂੰ ਪਤਾ ਲੱਗ ਜਾਏਗਾ। ਗੁਰਦੁਆਰੇ ਜਦੋਂ ਅਸੀਂ ਆਉਂਦੇ ਆ ਨਾ ਸੰਗਤ ਜੀ, ਜੇ ਕਿਸੇ ਨੂੰ ਪਤਾ ਲੱਗ ਗਿਆ ਉਹ ਕਦੀ ਨੰਗੇ ਸਿਰ ਨਾ ਬਾਜ਼ਾਰ 'ਚ ਘੁੰਮੇਗਾ ਤੇ ਨਾ ਗੁਰਦੁਆਰੇ ਆਉਣ ਲੱਗਿਆ ਉਹਨੂੰ ਆਖਣਾ ਪਏਗਾ ਵੀਰਾ ਤੇ ਭੈਣੇ ਸਿਰ ਢੱਕਿਆ। ਕਿਉਂਕਿ ਦਸਤਾਰ ਤੇ ਸਿਰ ਢੱਕਣ ਦਾ ਜਿਹੜਾ ਕਾਰਨ ਹੈ ਨਾ, ਗੁਰਦੁਆਰੇ ਆਉਂਦਿਆਂ ਸਾਰ, ਸ਼ਾਇਦ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਵੇ, ਪਰ ਗੱਲ ਹੁਣ ਧਿਆਨ ਨਾਲ ਨੋਟ ਕਰ ਲਿਓ ਤੇ ਸਮਝ ਕੇ ਇਹਨੂੰ ਜੀਵਨ ਦੇ ਪੱਲੇ ਬੰਨਿਓ। ਕਿਉਂ ਸਿਰ ਢੱਕਣ ਵਾਸਤੇ ਭੈਣੋ ਤੁਹਾਨੂੰ ਬਾਰ-ਬਾਰ ਆਖਿਆ ਜਾਂਦਾ। ਦਰਅਸਲ ਸਾਡੇ ਦੇਸ਼ ਦਾ ਇੱਕ ਸੱਭਿਆਚਾਰ ਕਲਚਰ ਹੈ। ਉਸ ਕਲਚਰ ਦੇ ਅੰਦਰ ਜਦੋਂ ਕਿਸੇ ਸਿਰ ਤੋਂ ਪੱਗ ਲੈ ਜਾਂਦੀ ਸੀ ਨਾ, ਬੰਦਾ ਕਹਿੰਦਾ ਮੇਰੇ ਸਿਰ ਤੋਂ ਪੱਗ ਲਾਤੀ, ਮਤਲਬ ਕੀ ਸੀ ਇਹਦਾ, ਮੇਰੀ ਬੇਇੱਜ਼ਤੀ ਕਰ ਦਿੱਤੀ, ਮੇਰੀ ਬੇਇੱਜ਼ਤੀ ਕਰਤੀ। ਤੇ ਜੇ ਕਿਸੇ ਦੇ ਸਿਰ ਤੇ ਪੱਗ ਰੱਖਤੀ, ਇਹਦਾ ਮਤਲਬ ਮੈਨੂੰ ਅਗਲੇ ਨੇ ਇੱਜ਼ਤ ਦਿੱਤੀ ਹੈ, ਰਿਸਪੈਕਟ ਦਿੱਤੀ। ਕਿਸੇ ਭੈਣ ਦੇ ਸਿਰ ਤੋਂ ਪੁਰਾਣੇ ਸਮੇਂ ਚੁੰਨੀ ਲੈ ਜਾਂਦੀ ਨਾ, ਕੋਈ ਚੁੰਨੀ ਲਾ ਦੇਵੇ, ਉਹ ਕਹਿੰਦਾ ਸੀ ਮੇਰੀ ਬੇਪਤੀ ਕੀਤੀ ਹੈ, ਭੈਣ ਕਹਿੰਦੀ ਸੀ।
ਉਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੇ ਸਿਰ ਤੋਂ ਚੁੰਨੀ ਲਾਤੀ, ਸਿਰੋਂ ਮੇਰੇ ਕੱਪੜਾ ਲਾ ਦਿੱਤਾ। ਤੇ ਜੇ ਕਿਸੇ ਭੈਣ ਦੇ ਸਿਰ ਤੇ ਚੁੰਨੀ ਚੜਾ ਦਿੱਤੀ, ਸਿਰ ਢੱਕ ਦਿੱਤਾ, ਇਹਦਾ ਮਤਲਬ ਉਹਨੂੰ ਇੱਜ਼ਤ ਦਿੱਤੀ, ਉਹਨੂੰ ਮਾਣ ਦਿੱਤਾ। ਇਹਦਾ ਮਤਲਬ ਕੀ ਹੈ? ਜਦੋਂ ਪੁਰਾਣੇ ਸਮੇਂ ਤੇ ਅੰਗਰੇਜ਼ਾਂ ਕੋਲ ਤੇ ਅੱਜ ਵੀ ਕਲਚਰ ਹੈ ਕਿ ਵੱਡੇ ਅਫਸਰ ਕੋਲ ਜਾਂਦੇ ਆ, ਛੋਟਾ ਅਫਸਰ ਆਪਣੀ ਹੈਟ ਲਾ ਲੈਂਦਾ, ਨੰਗੇ ਸਿਰ ਹੋ ਕਰਕੇ ਜਾਂਦਾ। ਇਹਦਾ ਮਤਲਬ ਨੰਗੇ ਸਿਰ ਹੋਣਾ, ਸਿਰੋਂ ਨੰਗੇ ਹੋ ਜਾਣਾ, ਬੇਇੱਜ਼ਤ ਹੋਣਾ ਤੇ ਸਿਰ ਕਿਸੇ ਦਾ ਢੱਕ ਦੇਣਾ, ਭਾਵ ਅਗਲੇ ਨੂੰ ਇੱਜ਼ਤ ਦੇਣਾ, ਰਿਸਪੈਕਟ ਦੇਣਾ। ਸਿਰ ਢੱਕਣਾ ਇੱਜ਼ਤ ਦੇਣਾ ਹੈ, ਸਿਰੋਂ ਨੰਗੇ ਕਰਨਾ, ਕਿਸੇ ਦੇ ਸਿਰ ਤੋਂ ਕੱਪੜਾ ਲਾ ਦੇਣਾ। ਇਹਦਾ ਮਤਲਬ ਕੀ ਹੈ? ਬੇਇੱਜ਼ਤ ਕਰ ਦੇਣਾ। ਸਿਰ ਢੱਕਣਾ ਇੱਜ਼ਤ ਦਾ ਪ੍ਰਤੀਕ ਸੀ ਸਾਡੀ ਕਲਚਰ ਦੇ ਵਿੱਚ, ਤੇ ਸਿਰੋਂ ਨੰਗੇ ਹੋ ਜਾਣਾ, ਇਹ ਸਿਰ ਤੋਂ ਕੱਪੜਾ ਲਾ ਦੇਣਾ, ਪੱਗ ਲਾ ਦੇਣਾ, ਇਹ ਬੇਇੱਜ਼ਤੀ ਇੱਕ ਹਿਸਾਬ ਦੀ ਮਹਿਸੂਸ ਕੀਤੀ ਜਾਂਦੀ ਸੀ। ਤੇ ਗੁਰੂ ਸਾਹਿਬ ਨੇ ਇੱਕ ਇਸ ਦੇਸ਼ 'ਚ ਜਿਹੜੇ ਗੁਲਾਮ ਸੀ ਉਹਨਾਂ ਨੂੰ ਸਿਰ ਢੱਕਣ ਦਾ ਅਧਿਕਾਰ ਨਹੀਂ ਸੀ। ਰਾਜਪੂਤ ਰਾਜੇ ਦਸਤਾਰਾਂ ਸਜਾਉਂਦੇ ਸੀ, ਆਮ ਬੰਦਾ ਨਹੀਂ ਸੀ ਸਜਾ ਸਕਦਾ। ਮੁਗਲ ਹਾਕਮ ਸਜਾਉਂਦੇ ਸੀ, ਆਮ ਬੰਦਾ ਸਿਰ ਤੇ ਦਸਤਾਰ ਨਹੀਂ ਸੀ ਸਜਾ ਸਕਦਾ। ਚੇਤੇ ਰੱਖਿਓ, ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਹੈ ਖਾਲਸਾ ਜੀ। ਲਹੂ ਭਿੱਜੇ ਇਤਿਹਾਸ ਤੋਂ ਪਤਾ ਚੱਲਦਾ ਹੈ ਸਾਡੀ ਸਿੱਖੀ ਦਾ ਰਾਜ ਹੈ ਖਾਲਸਾ ਜੀ। ਕਲਗੀਧਰ ਪਿਤਾ ਦੇ ਹੁੰਦੇ ਨੇ ਖਾਸ ਦਰਸ਼ਨ, ਸੋਹਣੇ ਸੱਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ, ਕੱਲਾ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚ। ਲੱਖਾਂ ਵਿੱਚੋਂ ਇੱਕ ਸਿੱਖ ਦਸਤਾਰ ਕਰਕੇ ਵੱਖਰਾ ਪਹਿਚਾਣਿਆ ਜਾਂਦਾ ਹੈ, ਤੇ ਇਹਦੇ ਵਿੱਚੋਂ ਸਰਦਾਰੀ ਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਨਿਰਾਲੇ ਰੂਪ ਦੇ ਦੀਦਾਰ ਹੁੰਦੇ। ਇਹ 5-7 ਗੱਜ ਦਾ ਕੱਪੜਾ ਨਹੀਂ। ਅੱਜ ਵੀ ਕਿਸੇ ਬੰਦੇ ਨੂੰ ਜਦੋਂ ਕੋਈ ਅਕਾਲ ਚਲਾਣਾ ਕਰ ਜੇ ਨਾ, ਇਹ ਰਸਮ ਹੈ ਸਾਡੇ ਘਰਾਂ ਦੇ ਵਿੱਚ, ਪਿਤਾ ਦੇ ਚਲਾਣੇ ਤੋਂ ਬਾਅਦ ਪੁੱਤ ਨੂੰ ਅਸੀਂ ਦਸਤਾਰ ਦਿੰਨੇ ਆ। ਉਹ ਦਸਤਾਰ ਦੇਣ ਲੱਗਿਆ ਇਹ ਗੱਲ ਉਹਨੂੰ ਦੱਸਣੀ ਪੈਂਦੀ ਹੈ, ਕਈ ਵਾਰ ਨਹੀਂ ਵੀ ਦੱਸਦੇ, ਪਰ ਦੱਸ ਦੇਣੀ ਚਾਹੀਦੀ ਹੈ ਕਿ ਪੁੱਤਰ ਜੀ ਆ ਤੇਰੇ ਸਿਰ ਤੇ ਦਸਤਾਰ। ਹੁਣ ਤੇ ਲੈਣ ਦੇਣ ਬਣ ਗਿਆ ਨਾ, ਦਸਤਾਰਾਂ ਤੇ ਸਾਰੇ ਹੀ ਦੇਈ ਜਾਂਦੇ ਆ। ਪਰ ਉੱਥੇ ਦਸਤਾਰ ਰਿਸ਼ਤੇਦਾਰ ਭੈਣ ਭਰਾ ਦਿੰਦੇ ਸੀ, ਉਹ ਜ਼ਿੰਮੇਵਾਰੀ ਦਿੰਦੇ ਸੀ, ਪੁੱਤ ਜੀ ਤੇਰਾ ਪਿਤਾ ਪਹਿਲਾਂ ਜ਼ਿੰਮੇਵਾਰੀ ਨਿਭਾਉਂਦਾ ਰਿਹਾ, ਅੱਜ ਤੋਂ ਦਸਤਾਰ ਤੈਨੂੰ ਦੇਤੀ, ਜ਼ਿੰਮੇਵਾਰੀ ਤੁਸੀਂ ਨਿਭਾਉਣੀ ਹੈ। ਇਹ ਜ਼ਿੰਮੇਵਾਰੀ ਸੀ, ਦਸਤਾਰ ਗੁਰੂ ਸਾਹਿਬ ਨੇ ਬਖਸ਼ੀ। ਤੇ ਜਦੋਂ ਧੰਨ ਬਾਬਾ ਫਤਿਹ ਸਿੰਘ ਦੀ ਗੱਲ ਆਉਂਦੀ ਹੈ ਨਾ ਸਾਧ ਸੰਗਤ, ਇੱਕ ਵਾਰ ਸਾਰੇ ਪਿਆਰ ਨਾਲ ਬੋਲੋ, ਧੰਨ ਧੰਨ ਬਾਬਾ ਫਤਿਹ ਸਿੰਘ। ਆਨੰਦਪੁਰ ਦੀ ਧਰਤੀ ਤੇ ਉਹਨਾਂ ਦੇ ਇਤਿਹਾਸ ਵੱਲ ਵੇਖਿਓ, ਤੇ ਸਾਰੇ ਉੱਥੇ ਜੰਗੀ ਕਰਤਬ ਕਰ ਰਹੇ ਨੇ, ਗੱਤਕਾ ਖੇਡ ਰਹੇ ਨੇ, ਨੇਜੇਬਾਜੀ ਕਰ ਰਹੇ ਨੇ, ਘੋਲ ਘੁਲੇ ਜਾ ਰਹੇ ਨੇ। ਤੇ ਬਾਬਾ ਫਤਿਹ ਸਿੰਘ ਵੱਡੇ ਵੀਰ ਅਜੀਤ ਸਿੰਘ ਕੋਲ ਜਾ ਕਰਕੇ ਕਹਿੰਦੇ ਮੈਂ ਵੀ ਖੇਡਾਂਗਾ, ਮੈਂ ਵੀ ਕਰਤਬ ਵਿਖਾਉਣੇ ਨੇ, ਮੈਂ ਵੀ ਨੇਜੇਬਾਜੀ ਦਾ ਅਭਿਆਸ ਕਰਨਾ, ਮੈਂ ਵੀ ਸ਼ਸਤਰ ਚਲਾਉਣੇ ਆ। ਤੇ ਅੱਗੋਂ ਬਾਬਾ ਅਜੀਤ ਸਿੰਘ ਜੀ ਕਹਿੰਦੇ ਤੂੰ ਅਜੇ ਛੋਟਾ ਹੈ, ਤੂੰ ਅਜੇ ਨਿੱਕਾ ਹੈ, ਤੂੰ ਅਜੇ ਸ਼ਸਤਰ ਨਹੀਂ ਚਲਾਉਣੇ, ਤੂੰ ਅਜੇ ਗੱਤਕਾ ਨਹੀਂ ਖੇਡਣਾ, ਤੂੰ ਅੱਗੇ ਨਾ, ਤੂੰ ਛੋਟਾ ਹੈ, ਵੱਡਾ ਹੋਏਗਾ ਫੇਰ ਸ਼ਸਤਰ ਚਲਾਈ, ਫੇਰ ਗੱਤਕਾ ਖੇਡੀ, ਫਿਰ ਤੂੰ ਆਵੀਂ। ਤੇ ਧੰਨ ਬਾਬਾ ਫਤਿਹ ਸਿੰਘ ਕਹਿੰਦੇ ਉੱਥੋਂ ਚੁੱਪ ਕਰਕੇ ਸਿਰ ਜਾਂ ਨੀਵਾਂ ਕਰਕੇ ਨਾ, ਮਨ ਜਾਂ ਭਰ ਕੇ ਵਾਪਸ ਕਮਰੇ 'ਚ ਚਲੇ ਗਏ। ਉੱਥੇ ਜਾ ਕਰਕੇ ਆਪਣੇ ਸਿਰ ਤੇ ਇੱਕ ਦਸਤਾਰ ਸਜਾਉਂਦੇ ਆ, 2 ਦਸਤਾਰ ਸਜਾਉਂਦੇ ਨੇ, 3 ਸਜਾਉਂਦੇ ਨੇ, ਕਿੰਨੀਆਂ ਸਾਰੀਆਂ ਦਸਤਾਰਾਂ ਸਿਰ ਤੇ ਸਜਾ ਕੇ, ਲੰਮਾ ਉੱਚਾ ਦਮਾਲਾ ਸਿਰ ਤੇ ਸਜਾ ਕਰਕੇ ਜਦੋਂ ਵੇਖਿਆ ਤੇ ਬਾਬਾ ਅਜੀਤ ਸਿੰਘ ਦੇ ਕੋਲ ਆ ਕੇ ਕਹਿੰਦੇ ਤੁਸੀਂ ਕਹਿੰਦੇ ਸੀ ਨਿੱਕਾ, ਹੁਣ ਮੈਨੂੰ ਕੋਲ ਖੜਾ ਕਰਕੇ ਵੇਖੋ ਤੇ ਸਹੀ ਮੈਂ ਕਿੱਡਾ ਕਾ। ਬਰਾਬਰ ਖੜਾ ਕਰਕੇ ਕਹਿੰਦੇ ਆਹ ਵੇਖੋ ਹੁਣ ਮੈਂ ਤੁਹਾਡੇ ਬਰਾਬਰ ਦਾ ਹੋ ਗਿਆ, ਹੁਣ ਤੇ ਮੈਨੂੰ ਗੱਤਕਾ ਖਿਡਾਓ ਨਾ, ਹੁਣ ਤੇ ਮੈਨੂੰ ਜੰਗ ਦੇ ਮੈਦਾਨ 'ਚ ਨਾਲ ਲੈ ਕੇ ਚੱਲੋਗੇ, ਹੁਣ ਤੇ ਸ਼ਸਤਰਾਂ ਦਾ ਅਭਿਆਸ ਕਰਾਓਗੇ ਨਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਵੇਖ ਕੇ ਬੜੇ ਪ੍ਰਸੰਨ, ਘੁੱਟ ਕੇ ਸੀਨੇ ਨਾਲ ਲਾਇਆ। ਤੇ ਉਸ ਵਕਤ ਨਿਹੰਗ ਸਿੰਘ ਜਿਹੜੀਆਂ ਲਾਡਲੀਆਂ ਫੌਜਾਂ ਨੇ, ਇਹ ਪੰਥ ਜਿਹੜਾ ਸੀ ਨਿਹੰਗ ਸਿੰਘ, ਅੱਜ ਵੀ ਕਹਿੰਦੇ ਨੇ ਸਾਡਾ ਪੰਥ ਬਾਬਾ ਫਤਿਹ ਸਿੰਘ ਤੋਂ ਚੱਲਿਆ, ਤੇ ਬਾਬਾ ਫਤਿਹ ਸਿੰਘ ਨੂੰ ਦੇ ਹਵਾਲੇ ਇਹ ਲਾਡਲੀਆਂ ਫੌਜਾਂ ਦਾ, ਕਿਉਂਕਿ ਉਹ ਵੀ ਲਾਡਲੇ ਸੀ ਤੇ ਨਿਹੰਗ ਸਿੰਘ ਵੀ ਗੁਰੂ ਕੇ ਲਾਡਲੇ ਨੇ। ਬੜਾ ਮਾਣ ਕਰਦੇ ਨੇ ਕਿ ਗੁਰੂ ਸਾਹਿਬ ਨੇ ਸਾਨੂੰ ਲਾਡਲੀਆਂ ਫੌਜਾਂ ਦਾ ਮਾਣ ਬਖਸ਼ਿਆ। ਤੇ ਵੱਡੀਆਂ ਵੱਡੀਆਂ ਦਸਤਾਰਾਂ 2-2 3-3 4-4 ਵੀ ਸਜਾਉਂਦੇ ਨੇ ਮਾਣ ਦੇ ਵਿੱਚ। ਇਹ ਦਸਤਾਰਾਂ ਨੂੰ ਮਾਣ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਆ। ਸਿਰ ਢੱਕਣਾ ਮਤਲਬ ਇੱਜ਼ਤ ਦਾ ਪ੍ਰਤੀਕ। 22 ਧਾਰ ਦੇ ਰਾਜੇ ਕਿਵੇਂ ਸਹਾਰ ਸਕਦੇ ਜਿਨ੍ਹਾਂ ਨੂੰ ਸਿਰ ਤੇ ਕੱਪੜਾ ਨਹੀਂ ਰੱਖਣ ਦਿੱਤਾ? ਉਹ ਦੋਹਰੀਆਂ ਦਸਤਾਰਾਂ ਸਜਾ ਕੇ ਆਉਣ। ਇਹ ਗੁਲਾਮੀ ਦੇ ਸੰਗਲ ਇਹਨਾਂ ਨੇ ਕੱਟ ਕੇ ਪਰਾਂ ਕਰ ਦਿੱਤੇ। ਜ਼ਮੀਰ ਦੀ ਆਜ਼ਾਦੀ ਗੁਰੂ ਸਾਹਿਬ ਨੇ ਜਿਹੜੀ ਸੀ, ਮਰੀਆਂ ਹੋਈਆਂ ਜ਼ਮੀਰਾਂ ਨੂੰ ਮੇਰੇ ਪਾਤਸ਼ਾਹ ਮਹਾਰਾਜ ਨੇ ਟੁੰਬ ਕੇ ਜਗਾਇਆ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਕਹੇ। ਦੂਜੀ ਮੌਤ ਦੀ ਗੱਲ ਕੀਤੀ ਜਿੱਥੇ ਲੋਕ ਮਰੇ ਸੀ ਤੇ ਗੁਰੂ ਸਾਹਿਬ ਨੇ ਜਗਾਇਆ। ਤੇ ਜਿਹੜੇ ਫਿਰ ਇਸ ਤੌਰ ਤੇ ਜਾਗੇ ਨਾ, ਫਿਰ ਉਹਨਾਂ ਨੇ ਰਾਜੇ ਦੇ ਸਾਹਮਣੇ ਖੜ ਕੇ ਵੀ ਕਿਹਾ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨੇ ਬੈਠੇ ਸੁੱਤੇ। ਹੁਣ ਚੇਤੇ ਰੱਖਿਓ ਰਾਜਨੀਤੀ ਨਾਲ ਨਫ਼ਰਤ ਕਿਉਂ ਹੋਈ। ਗੁਰਮੁਖੋ ਰਾਜਨੀਤੀ ਤੇ ਧਰਮ ਨੂੰ ਕਦੇ ਵੱਖਰਾ ਨਹੀਂ ਕੀਤਾ ਜਾ ਸਕਦਾ।
ਬੰਦੀ ਛੋੜ ਦਿਵਸ ਤੇ ਆਪ ਜੀ ਕੋਲ ਹਾਜ਼ਰੀ ਭਰਦਿਆਂ ਵੀ ਮੈਂ ਬੇਨਤੀਆਂ ਕਰ ਗਿਆ ਸੀ। ਫਿਰ ਮੈਂ 2 ਮਿੰਟ ਦੀ ਬੇਨਤੀ ਕਰਕੇ ਅੱਗੇ ਚੱਲਾਂ, ਕਿਉਂਕਿ ਗੱਲ ਜ਼ਰੂਰੀ ਹੈ। ਇੱਥੇ ਰਾਜ ਕਰਨ ਕੀ ਰੀਤ ਸਿਖਾਉ। ਅੱਜ ਨੌਜਵਾਨ ਕਹਿੰਦੇ ਸਾਡਾ ਕੀ ਲੈਣਾ ਦੇਣਾ। ਤੁਹਾਨੂੰ ਪਤਾ ਭਾਈ ਲਹਿਣਾ ਜੀ ਦੇ ਬਾਰੇ ਸਾਖੀ ਪੜ੍ਹਦੇ ਆ ਕਿ ਇੱਕ ਥਾਂ ਤੇ ਮਰੀ ਚੂਈ ਧਰਮਸ਼ਾਲਾ ਵਿੱਚ ਪਈ ਹੋਈ ਸੀ। ਸਾਰੇ ਪੜ੍ਹਦੇ ਸੁਣਦੇ ਆ ਨਾ ਸਾਖੀ। ਲੋਕ ਨੱਕ ਤੇ ਰੁਮਾਲ ਰੱਖ ਕੇ ਕੱਪੜਾ ਬੰਨ ਕਰਕੇ ਤੇ ਉੱਥੋਂ ਪਾਸੇ ਤੁਰ ਜਾਂਦੇ। ਬੜੀ ਬਦਬੂ ਆ ਰਹੀ ਹੈ, ਬੜੀ ਬਦਬੂ ਆ ਰਹੀ ਹੈ, ਸਾਹ ਲੈਣਾ ਵੀ ਬੜਾ ਔਖਾ। ਇਦਾਂ ਦੀਆਂ ਗੱਲਾਂ ਸਾਰੇ ਕਰਦੇ ਸੀ, ਪਰ ਬਦਬੂ ਕਿੱਥੋਂ ਆ ਰਹੀ ਹੈ ਤੇ ਹਟਾਉਣੀ ਕਿਵੇਂ, ਇਹਦਾ ਕਿਸੇ ਨੂੰ ਧਿਆਨ ਨਹੀਂ ਸੀ। ਭਾਈ ਲਹਿਣਾ ਜੀ ਨੇ ਵੀ ਜਦੋਂ ਉੱਥੇ ਪਹੁੰਚੇ ਬਦਬੂ ਉਹਨਾਂ ਨੂੰ ਵੀ ਆਈ, ਪਰ ਉਹਨਾਂ ਨੇ ਇਹ ਨਹੀਂ ਆਖਿਆ ਜੀ ਬਦਬੂ ਬੜੀ ਆ ਰਹੀ ਹੈ ਜੀ, ਕੀ ਇਹ ਬੜੀ ਮਾੜੀ ਹੈ, ਬਦਬੂ ਬਹਿਣਾ ਔਖਾ ਹੈ। ਨੱਕ ਤੇ ਕੱਪੜਾ ਤੇ ਬੰਨਿਆ, ਪਰ ਜਿੱਥੋਂ ਬਦਬੂ ਆ ਰਹੀ ਸੀ ਉੱਥੇ ਗਏ, ਮਰੀ ਹੋਈ ਚੂਈ ਨੂੰ ਚੁੱਕ ਕੇ ਬਾਹਰ ਸੁੱਟਿਆ, ਉਸ ਜਗ੍ਹਾ ਦੀ ਸਫਾਈ ਕੀਤੀ ਤੇ ਸਫਾਈ ਕਰਕੇ ਉਸ ਜਾਰੀ ਜਗ੍ਹਾ ਨੂੰ ਸਾਫ਼ ਸੁਥਰਾ ਕਰਕੇ ਬਾਕੀਆਂ ਦੇ ਬੈਠਣ ਯੋਗ ਬਿਠਾਤਾ। ਇਹ ਸਾਖੀ ਇਤਿਹਾਸ ਦੀ ਸੁਣ ਵੀ ਲਵਾਂਗੇ, ਕਹਿ ਵੀ ਦੇਵਾਂਗੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ, ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ, ਧੰਨ ਭਾਈ ਲਹਿਣਾ ਜੀ, ਧੰਨ ਭਾਈ। ਉਹਨਾਂ ਦਾ ਜ਼ਿਕਰ ਵੀ ਹੈ। ਤੁਸੀਂ ਕਹੋਗੇ ਗੁਰੂ ਸਾਹਿਬ ਛੇਤੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਆ ਤੁਸੀਂ ਤੇ ਇਤਿਹਾਸ 'ਚ ਪਿੱਛੇ ਬਹੁਤ ਚਲੇ ਗਏ, ਪਰ ਗੱਲ ਉੱਥੋਂ ਹੀ ਸ਼ੁਰੂ ਹੋਣੀ ਹੈ ਕਿ ਮਰੀ ਹੋਈ ਚੂਈ ਬਦਬੂ ਸਭ ਨੂੰ ਆਉਂਦੀ ਹੈ, ਪਰ ਹਰ ਕੋਈ ਆਪਣਾ ਆਪ ਬਚਾ ਕੇ ਪਾਸੇ ਜਾ ਰਿਹਾ। ਪਰ ਕੇਵਲ ਭਾਈ ਲਹਿਣਾ ਹੀ ਉਹ ਮਰਦ ਸੂਰਮੇ ਸੀ ਕਿ ਜਿਨ੍ਹਾਂ ਨੇ ਜਾ ਕਰਕੇ ਚੂਈ ਨੂੰ ਚੁੱਕ ਕੇ ਪਾਸੇ ਸੁੱਟਿਆ ਤੇ ਜਗ੍ਹਾ ਸਾਫ਼ ਕੀਤੀ। ਗੱਲ ਇੰਨੀ ਆਪਾਂ ਕਹਿੰਦੇ ਆ ਜੀ ਰਾਜਨੀਤੀ ਮਾੜੀ ਆ, ਚੀਜ਼ ਮਾੜੀ ਆ, ਚੀਜ਼ ਮਾੜੀ ਹੈ। ਮਾੜਾ ਤੇ ਹਰ ਕੋਈ ਕਹਿੰਦਾ ਹੈ, ਪਰ ਮਾੜੇ ਨੂੰ ਹੁਣ ਸਹੀ ਕਿਵੇਂ ਕਰਨਾ ਹੈ, ਕਿੰਨੇ ਕਰਨਾ ਹੈ? ਜ਼ਿੰਮੇਵਾਰੀ ਕਿਸੇ ਨੂੰ ਤੇ ਨਿਭਾਉਣੀ ਪਈ, ਕਿਸੇ ਨੂੰ ਤੇ ਭਾਈ ਲਹਿਣਾ ਜੀ ਵਾਂਗੂ ਮਰੀ ਚੂਈ ਚੁੱਕ ਕੇ ਪਾਸੇ ਸੁੱਟਣੀ ਪਏਗੀ, ਜ਼ਿੰਮੇਵਾਰ ਬਣਨਾ ਪਏਗਾ। ਤੇ ਜਿਹੜਾ ਕੋਈ ਜ਼ਿੰਮੇਵਾਰੀ ਨਿਭਾਏਗਾ ਫਿਰ ਉਹਨੂੰ ਕਈਆਂ ਦਾ ਸਾਹਮਣਾ ਵੀ ਕਰਨਾ ਪਏਗਾ। ਬਾਬੇ ਨਾਨਕ ਨੇ ਸੱਚ ਬੋਲਿਆ ਸੀ ਤੇ ਉਹਨੂੰ ਭੂਤਨਾ ਬੇਤਾਲਾ ਆਖਿਆ, ਪੱਥਰ ਵੀ ਵੱਜੇ। ਤੇ ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੂੰ ਜੇਲ੍ਹ ਦੇ ਵਿੱਚ ਵੀ ਕੈਦ ਕੀਤਾ ਗਿਆ। ਖੈਰ ਰਹੋ ਵਿਚਾਰ, ਕਵੀ ਦੀ ਗੱਲ ਮੈਂ ਕੀਤੀ ਸੀ, ਕਹਿੰਦੇ ਤੇਰੇ ਸਰੀਰ ਨੂੰ ਕੋਈ ਕੈਦ ਕਰ ਸਕਦਾ, ਲੱਖਾਂ ਪਿੰਜਰਿਆਂ ਵਿੱਚ ਵੀ ਕੈਦ ਹੋ ਜਾਏ, ਰੂਹ ਰਹੇਗੀ ਸਦਾ ਆਜ਼ਾਦ ਤੇਰੀ, ਰੂਹ ਨੂੰ ਨਹੀਂ ਕੋਈ ਕੈਦ ਕਰ ਸਕਦਾ, ਤੂੰ ਸਰੀਰ ਤੌਰ ਤੇ ਕੈਦ ਹੋ ਸਕਦਾ। ਤੇ ਉਹ ਵਿਦਵਾਨ ਕਹਿੰਦਾ ਕਦੀ ਵੇਖਿਓ ਜੇ ਪੱਥਰ ਉਸ ਰੁੱਖ ਨੂੰ ਪੈਂਦੇ ਜਿਹਦੇ ਮਿੱਠੇ ਬੇਰ ਨੇ ਹੁੰਦੇ। ਰਾਜ ਦੀ ਵੀ ਗੱਲ ਕਰਦੇ ਆ, ਇੱਥੇ ਇੱਕ ਜ਼ਿਕਰ ਆਉਂਦਾ, ਇੱਕ ਪਾਸੇ ਧਰਮੀ ਰਾਜ ਹੈ ਤੇ ਇੱਕ ਪਾਸੇ ਉਹ ਰਾਜ ਹੈ ਜਿੱਥੇ ਰਾਜਨੀਤਿਕ ਬੰਦਿਆਂ ਨੇ ਧਰਮ ਨੂੰ ਨੀਵਾਂ ਕੀਤਾ ਹੋਇਆ। ਇਹਨਾਂ ਦੋਵਾਂ ਰਾਜਾਂ ਵਿੱਚ ਵੀ ਇੱਕ ਫਰਕ ਹੋਇਆ ਕਰਦਾ। ਇੱਕ ਪਾਸੇ ਜਦੋਂ ਧਰਮ ਦਾ ਰਾਜ ਹੋਵੇ ਤੇ ਧਰਮ ਦੇ ਰਾਜ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਾਂਦੇ ਆ, ਉਹਨਾਂ ਨੂੰ ਪੱਥਰ ਵੱਜਦਾ ਹੈ ਮੱਥੇ ਤੇ ਆ ਕੇ, ਸਿਪਾਹੀ ਦੌੜ ਕੇ ਜਾਂਦੇ, ਪੱਥਰ ਕਿੱਥੋਂ ਵੱਜਾ? ਜਾ ਕਰਕੇ ਤੇ ਵੇਖਿਆ ਕਿ ਇੱਥੇ ਕੁਝ ਬੱਚੇ ਨੇ, ਉਹਨਾਂ ਬੱਚਿਆਂ ਨੇ ਪੱਥਰ ਮਾਰਿਆ, ਗ੍ਰਿਫਤਾਰ ਕਰਕੇ ਲਿਆਂਦਾ। ਹੁਣ ਰਾਜੇ ਨੂੰ ਪੱਥਰ ਮਾਰਿਆ, ਬੱਚਿਆਂ ਨੂੰ ਤੇ ਮੌਤ ਦੀ ਸਜ਼ਾ ਹੁੰਦੀ ਸੀ ਇਸ ਤੋਂ ਪਹਿਲਾਂ, ਸਾਹਮਣੇ ਲਿਆਂਦਾ। ਵੇਖੋ ਫਰਕ, ਇੱਕ ਪਾਸੇ ਬੱਚੇ ਛੋਟੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਬੱਚੇ ਪੱਥਰ ਵੀ ਮਾਰਦੇ ਆ। ਪਕੜ ਕੇ ਸਾਹਮਣੇ ਕਿਹਾ ਤੇ ਬੱਚਿਆਂ ਨੂੰ ਪੁੱਛਿਆ ਤੁਸੀਂ ਪੱਥਰ ਕਿਉਂ ਮਾਰਿਆ? ਬੱਚੇ ਕਹਿੰਦੇ ਮਹਾਰਾਜ ਤੁਹਾਨੂੰ ਪੱਥਰ ਨਹੀਂ ਮਾਰਿਆ। ਫਿਰ ਕਹਿੰਦੇ ਅਸੀਂ ਤੇ ਪੱਥਰ ਬੇਰੀ ਨੂੰ ਮਾਰੇ ਨੇ। ਬੇਰੀ ਨੂੰ ਕਿਉਂ ਮਾਰਦੇ ਹੋ? ਬੇਰੀ ਨੂੰ ਤਾਂ ਮਾਰਦੇ ਹੋ ਉਹਦੇ ਮਿੱਠੇ ਬੇਰ ਤੋੜਨ ਵਾਸਤੇ। ਤੇ ਸ਼ੇਰੇ ਪੰਜਾਬ ਸਿਪਾਹੀਆਂ ਨੂੰ ਕਹਿੰਦਾ ਇਹ ਪੱਥਰ ਬੇਰੀ ਨੂੰ ਮਾਰਦੇ ਨੇ, ਬੇਰੀ ਨੂੰ ਕੰਡੇ ਵੀ ਲੱਗੇ ਨੇ, ਉਹਨੂੰ ਪੱਥਰ ਮਾਰਦੇ ਨੇ, ਕੰਡਿਆਂ ਵਾਲਾ ਦਰਖਤ ਇਹਨਾਂ ਨੂੰ ਮਿੱਠੇ ਬੇਰ ਦੇ ਰਿਹਾ ਹੈ। ਤੇ ਸ਼ੇਰੇ ਪੰਜਾਬ ਉਸ ਕੰਡਿਆਂ ਵਾਲੇ ਦਰਖਤ ਤੋਂ ਵੀ ਭੈੜਾ ਹੋਏਗਾ। ਜੇ ਮੈਨੂੰ ਪੱਥਰ ਵੀ ਮਾਰੇ ਨੇ ਨਾ ਇਹਨਾਂ ਨੇ ਉਧਰ ਮਾਰੇ ਨੇ, ਜੇ ਉਹ ਦਰਖਤ ਇਹਨਾਂ ਨੂੰ ਮਿੱਠੇ ਬੇਰ ਦੇ ਸਕਦਾ ਹੈ ਤਾਂ ਮੈਂ ਸ਼ੇਰੇ ਪੰਜਾਬ, ਮੈਨੂੰ ਲੋਕ ਮਹਾਰਾਜਾ ਕਹਿੰਦੇ ਨੇ, ਕੌਮ ਨੇ ਮੈਨੂੰ ਮਾਣ ਬਖਸ਼ਿਆ ਹੈ। ਬੱਚਿਆਂ ਦੇ ਮਾਂ-ਪਿਓ ਨੂੰ ਬੁਲਾਓ ਤੇ ਬੁਲਾ ਕਰਕੇ ਉਹਨਾਂ ਮਾਂ-ਪਿਓ ਨੂੰ ਜਗੀਰਾਂ ਦਿੱਤੀਆਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਪੱਥਰ ਮਾਰਨ ਵਾਲਿਆਂ ਨੂੰ ਜਗੀਰਾਂ। ਤੇ ਦੂਜੇ ਪਾਸੇ ਇਧਰ ਲਖੀਮਪੁਰ ਦੀ ਘਟਨਾ ਤੁਹਾਡੇ ਸਾਹਮਣੇ ਹੈ। ਆਪਣੇ ਹੱਕ ਮੰਗ ਰਹੇ ਨੇ ਸ਼ਾਂਤਮਈ ਢੰਗ ਦੇ ਨਾਲ, ਤੇ ਉਹਨਾਂ ਨੂੰ ਗੱਡੀ ਥੱਲੇ ਕੁਚਲਿਆ ਜਾਂਦਾ ਤੇ ਅੱਜ ਵੀ ਖੁੱਲੇ ਆਮ ਘੁੰਮਦੇ ਨੇ। ਪਰ ਕਿਸੇ ਦੀ ਹਿੰਮਤ ਨਹੀਂ ਕਿ ਕਹਿ ਦੇਣ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਅੱਜ ਉਹ ਜ਼ਮੀਰਾਂ ਮਰੀਆਂ, ਉਹਨਾਂ ਦੇ ਸਾਹਮਣੇ ਬੋਲ। ਕਿਸੇ ਪਾਰਟੀ ਦੀ ਗੱਲ ਨਹੀਂ ਹੈ, ਕਿਸੇ ਦਾ ਨਾਲ ਕੋਈ ਜਾਤੀ ਵਿਰੋਧਤਾ ਦੀ ਗੱਲ ਨਹੀਂ, ਸਿਰਫ ਫਰਕ ਸੀਗਾ ਧਰਮ ਦਾ, ਜਿਨ੍ਹਾਂ ਦੇ ਜੀਵਨ ਚੋਂ ਖੰਭ ਲਾ ਕੇ ਉੱਡ ਜੇ। ਇਹੋ ਜੀ ਰਾਜਨੀਤੀ ਤੋਂ ਨਫ਼ਰਤ ਕਰਦੇ ਨੇ ਜਿਵੇਂ ਸਰੀਰ ਚੋਂ ਆਤਮਾ ਨਿਕਲ ਜੇ ਨਾ, ਤੇ ਸਰੀਰ ਨੂੰ ਕੋਈ ਘਰ ਰੱਖਦਾ? ਲੋਕ ਕਹਿੰਦੇ ਲੈ ਜਾਓ, ਕੱਢ ਕੇ ਲੈ ਜਾਓ, ਕਾਢੋ ਹੀ ਬਦਬੂ ਆਉਣ ਲੱਗ ਪਈ, ਇਹਨੂੰ ਘਰੇ ਨਹੀਂ ਰੱਖਣਾ। ਬਸ ਇੰਨਾ ਹੀ ਹੈ ਕਿ ਜਿਸ ਰਾਜਨੀਤੀ ਚੋਂ ਧਰਮ ਉੱਡ ਗਿਆ, ਧਰਮ ਹੀ ਮਨਫੀ ਹੋ ਜਾਏ, ਫਿਰ ਉਸ ਰਾਜਨੀਤੀ ਚੋਂ ਵੀ ਨਫ਼ਰਤ ਆਉਣ ਲੱਗ ਪੈਂਦੀ। ਲੋਕ ਨਫ਼ਰਤ ਕਰਦੇ। ਅੱਜ ਦੀ ਰਾਜਨੀਤੀ ਚੋਂ ਧਰਮ ਖੰਭਾ ਲਾ ਕੇ ਉੱਡਿਆ, ਇਸ ਕਰਕੇ ਲੋਕ ਕਹਿੰਦੇ ਅਸੀਂ ਰਾਜਨੀਤੀ ਨਾਲ ਸਾਡਾ ਕੋਈ, ਉਸ ਰਾਜਨੀਤੀ ਨਾਲ ਸਾਡਾ ਵਾਕਈ ਕੋਈ ਲੈਣਾ ਦੇਣਾ ਨਹੀਂ ਜਿਹਦੇ ਚੋਂ ਧਰਮ ਹੀ ਖੰਭ ਲਾ ਕੇ ਉੱਡ ਜਾਏ। ਪਰ ਜਿਸ ਰਾਜਨੀਤੀ ਵਿੱਚ ਧਰਮ ਦੇ ਬੋਲਬਾਲੇ ਹੋਣ ਨਾ, ਫਿਰ ਉਸ ਰਾਜਨੀਤੀ ਵਾਲੇ ਪਾਸੇ ਸਾਨੂੰ ਰਲ ਕੇ ਅੱਗੇ ਵਧਣਾ ਪਏਗਾ। ਸਰੀਰ ਕੈਦ ਕੀਤਾ ਜਾ ਸਕਦਾ,
पर कहते तेरी सुरत नूं कैद नहीं। तीजी तरीके की मौत जिहड़ी गुरु अमरदास पातशाह कहते फिर क्या जाना कि वह मरेंगे। कहते ये तो दो तरीके की मौत ते दुनिया दी, क्या जाना कि वह मरेंगे। कैसा मरना होए जेकर साहिब मनो ना विसरै, तां सहला मरना होए मरना ते जगत डरे। जीवियां लोड़े सब कोए, गुर प्रसादी जीवत मरै। हुक्मै बूझे सोए नानक ऐसी मरनी जो मरै। तां सद जीवन होए ਉਹ मौत की गल जिन्हों ये मौत आ गई गुरु के चरणों च समर्पित हो गया, फिर वो मौत की परवाह नहीं करता। वो तो ललकार ललकार के कहता कबीर जिस मरने ते जग डरै, मेरे मन आनंद मरने ही ते पाई है पूर्ण परमानंद। फिर वो मौत की परवाह नहीं करते। हुण ध्यान रखियो, मैं कल बेनती की कि कलगीधर पातशाह माछीवाड़े तो चले, सिर्फ थोड़ा जिहा उस पक्ष नूं साझा करके आपां सरहंद की धरती वाले पासे अपनी सुरत लैके चलना है। जिन्ने गुरु की गोद च बैठे हो, माछीवाड़े 10 पोह तक मेरे पातशाह रहे। प्रोफेसर साहिब सिंह ते वख विद्वानां ने लिखिया 11 पोह नूं गनी खां नबी खां नीले रंग के वस्त्र पवा के उच दा पीर बना के चलदे। इत्थों रात कुंगराली पिंड पहुंचते हैं। 12 पोह नूं कुंगराली तो चल के कनौज, फिर कटाणा, कटाणे जिथे कटाणा साहब गुरुद्वारा, उथों कटाणे तो चल के रामपुर 12 पोह जिहड़ा कल निकल के गया उत्थे पहुंचते हैं। इस तो बाद विच 13 पोह नूं रामपुर तो चल के अज दे दिन आलमगीर दे अस्थान ते जिहड़ा लुधियाणे दे नेड़े आलमगीर दा गुरुद्वारा मंजी साहब आलमगीर जिन्हां ने दर्शन कीते है, उस अस्थान ते भाई नगाईया सिंह जी भाई मनी सिंह दे भरा ने ते घोड़ियां दा वपार करया करदे सी। इत्थे सतगुरु पातशाह नूं उन्हां ने घोड़ा भेंट कीता। नाल ही सतगुरु पातशाह ने उहदे कोलों कलम लई है, कागज लिया है, दवात लई है ते आलमगीर दे इस स्थान ते भाई नगाईया जी वल्लों दिते हुए घोड़ियां ते आप सवार होए ने ते गनी खां ते नबी खां नूं सतगुरु पातशाह ने इत्थों विदा कीता। इस तो पहलां एक थां ते सतगुरु पातशाह महाराज जी नूं उचदे पीर दे रूप दे विच सलोह पिंड दे काजी पीर मुहम्मद जिन्हें सतगुरु पातशाह महाराज जी नूं फारसी अखर पढ़ाए सी, जदों शाही दस्ते ने घेरिया सी ते उत्थे हेहरा पिंड इतों पहला पहुंचे ने। ध्यान नाल सुनियो, जिहड़ा हेहरा पिंड है इत्थे भी महंत किरपाल जी आलमगीर तो पहला एक पिंड पैंदा है हेहरा। हेहरा वाले स्थान ते जिस वक्त पहुंचे ने ना संगत जी, ये हेहरा वो पिंड सी महंत किरपाल दास दा। महंत किरपाल दास वो महंत सी जिहने भंगाणी दे जंग दे मैदान दे विच उदासियां दा आगू सी ते एदा ये डेरा सी। इत्थे ओदी थां ते ओदा चेला सी ते आनंद भंगाणी दे जंग दे मैदान च जदों पौंटा साहब हयात खां सामने जेड़े जरनैल पीर बुद्धू शाह ने जामनी दे करके टिकाए सी ना गुरु साहब कोल, 500 विचों 400 रातों रात पलटा मार गए। गुरु दे सिख ते इन्हां ने कदी कोई खानदान च कईयां ने शस्त्र नहीं पकड़े कि लड़नगे, ये सोच करके वो पासा पलट गए। ते जदों आमो सामने दा टाकरा होया ना हयात खां दा, सामने खड़ा हयात खां ते इधर महंत किरपाल दास जी होर भी जेड़े गुरु के नामवर सूरमे सामने खड़े आ, तामो सामने ते हयात खां ललकार के कहंदा है आओ संत जी आओ। तिलकवां जा शरीर वेख के कहंदे आ अपने हाथ विच कुतका लैके सोटा लैके आयो, सोटियां नाल जाके शरदाई शरदुई जाके रगड़ो। लगदा है संतां नूं गुरु साहब ने भेजिया, कोई अरदास करन वास्ते भेजे ने, जंग दे मैदान च अरदास करन वास्ते आए ने। आ सोटियां नाल योधियां नाल जंगां नहीं लड़ियां जांदियां, आ जिहड़ा कुतका मुतहर मुगदर जिहड़ा तुसीं मोढे रखिया इहदे नाल जाके शरदाई रगड़ना करो, इहदे नाल शरदाइयां रगड़ियां जांदियां ने, बाकी अपणियां अरदासां करो, इस जंग दे मैदान विच तुसीं जित नहीं सकदे। इदां उहने हासे ते मजाक विच जिहड़ा मखौल कीता अपने वल्लों। ते इधर सामने महंत किरपाल दास सतगुरु पातशाह महाराज दे चरनां दे विच सुरत जोड़ के कहंदा है हयात खां तू अकिरत कण नमक हरामी, जिन्हों रोटी का टुक नहीं सी मिलता ते पीर बुद्धू शाह ने गुरु के चरनां विच तैनूं टिका के रोटी का प्रबंध करया आया सी, तू नमक हरामी कर गया किरत कणा। ते सच जानी अज मैं अरदास करनी आया है ते जंग दी अरदास तेरी मौत तो शुरुआत होएगी। सतगुरां दे चरनां दे विच सुरत जोड़ी ते सतगुरां ने मेहर दी निगाह नाल वेख्या, वेंदियां सारे इन्नी गल कही कि अज तेरी मौत तो जंग दी आरंभता होएगी। पब्बा भार होके महंत किरपाल दास ने हाथ विच मोटा सोटा कुतका जिन्हों मुतहर कहा जाता पकड़ के आसमान वाल नूं छाल मारी ते अजे हयात खां संभल नहीं सी सकिया, ਉਹਦੇ सिर दे विच खिच के कुतका मारिया, मुतहर मारिया, वजदियां सार हयात खां दा सिर फिस गया ते जिवें
ਗੁਰੂ ਸਾਹਿਬ ਕਹਿੰਦੇ ਕ੍ਰਿਸ਼ਨ ਨੇ ਮਟਕੀ ਜਿਹੜੀ 1984 ਵਿੱਚ ਭਾਰਤੀ ਫੌਜਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਟੈਕ ਕੀਤਾ ਤੇ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਿਆ ਗਿਆ ਤੇ ਮੂਲ ਖਰੜੇ ਉੱਥੇ ਸੜ ਗਏ ਤੇ ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਗ੍ਰੰਥ ਸਾੜੇ ਗਏ। ਰੈਫਰੈਂਸ ਲਾਇਬ੍ਰੇਰੀ ਤੇ ਕੋਈ ਹਮਲਾ ਕਰਨ ਦੀ ਤੁਕ ਨਹੀਂ ਬਣਦੀ, ਪਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ, ਉਹਦੇ 5 ਕਾਰਨ ਹੁੰਦੇ ਨੇ। ਉਹਦੇ ਧਾਰਮਿਕ ਸਥਾਨ ਕੇਂਦਰ ਖਤਮ ਕਰ ਦਿੱਤੇ ਜਾਣ, ਉਹਦਾ ਸਾਹਿਤ ਖਤਮ ਕਰ ਦਿੱਤਾ ਜਾਵੇ, ਤੀਜੇ ਨੰਬਰ ਤੇ ਉਹਦੀ ਪਨੀਰੀ ਨੂੰ ਖਤਮ ਕਰ ਦਿੱਤਾ ਜਾਵੇ, ਜਨਨੀ ਨੂੰ ਖਤਮ ਕਰ ਦਿੱਤਾ ਜਾਵੇ, ਤੇ 5ਵੇਂ ਨੰਬਰ ਤੇ ਉਹਦੇ ਆਗੂ ਨੂੰ ਜਾਂ ਤੇ ਖਰੀਦ ਲਿਆ ਜਾਵੇ ਤੇ ਜਾਂ ਖਤਮ ਕਰ ਦਿੱਤਾ ਜਾਏ। ਜਾਂ ਤਾਂ ਸਾਡੇ ਅੱਜ ਵੀ 5 ਤਰੀਕੇ ਸਾਡੇ ਨਾਲ ਵਰਤੇ ਜਾ ਰਹੇ। ਕੇਂਦਰੀ ਸਥਾਨਾਂ ਤੇ ਹਮਲਾ ਹੈ, ਕੇਂਦਰੀ ਸਥਾਨਾਂ ਨੂੰ ਕਿਸੇ ਤਰ੍ਹਾਂ ਖਤਮ ਜਾਂ ਅਸ਼ਰਧਾ ਪੈਦਾ ਕੀਤੀ ਜਾ ਰਹੀ ਹੈ, ਸਾਹਿਤ ਵਿੱਚ ਵਿਗਾੜ ਪਾਇਆ ਜਾਂਦਾ ਜਾਂ ਖਤਮ ਕੀਤਾ ਜਾ ਰਿਹਾ। ਤੀਸਰੇ ਨੰਬਰ ਤੇ ਬੱਚਿਆਂ ਨੂੰ ਧਰਮ ਤੋਂ ਦੂਰ ਕਰਨ ਵਾਸਤੇ ਸਕੂਲਾਂ ਇਹੋ ਜਿਹਾ ਪ੍ਰਬੰਧ ਕੀਤੇ ਜਿੱਥੇ ਸਿੱਖੀ ਦਾ ਇਤਿਹਾਸ ਬਿਲਕੁਲ ਹੀ ਨਜ਼ਰਾਂ ਤੋਂ ਓਹਲੇ ਕਰ ਦਿੱਤਾ ਗਿਆ। ਕੌਮ ਦੀ ਜਨਨੀ ਨੂੰ ਧਰਮ ਤੋਂ ਦੂਰ ਕਰਨ ਵਾਸਤੇ ਬੀਬੀਆਂ ਦੇ ਨਾਟਕਾਂ ਸੀਰੀਅਲਾਂ ਦੇ ਰਾਹੀਂ ਇਹੋ ਜਿਹਾ ਰੋਲ ਪੇਸ਼ ਕੀਤਾ ਗਿਆ ਤੇ ਜਿੱਥੇ ਸਿੱਖੀ ਦੀ ਖੁਸ਼ਬੂ ਤੇ ਝਲਕ ਹੀ ਨਜ਼ਰ ਨਹੀਂ ਆਉਂਦੀ। ਤੇ 5ਵੇਂ ਨੰਬਰ ਤੇ ਆਗੂ, ਉਹ ਤੁਸੀਂ ਵੇਖ ਹੀ ਲਿਆ ਰਾਤੋਂ ਰਾਤ ਕਿਵੇਂ ਪਾਸਾ ਪਲਟਦੇ ਨੇ ਤੇ ਕਿਵੇਂ ਖਰੀਦੇ ਜਾਂਦੇ ਨੇ ਤੇ ਕਿਵੇਂ ਰਾਹ ਬਦਲਦੇ ਨੇ। ਉਹ ਤੁਹਾਡੇ ਸਾਹਮਣੇ ਨਿਤ ਖਬਰਾਂ ਆਉਂਦੀਆਂ ਨੇ। ਗੱਜ ਕੇ ਆਖੋ ਸਤਨਾਮ। ਇਹ 5 ਪੱਖ ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਕਦੀ ਔਰੰਗਜ਼ੇਬ ਨੇ ਵਰਤੇ ਸੀ, ਸਾਡੇ ਨਾਲ ਵੀ ਵਰਤੇ ਜਾ ਰਹੇ। ਉਹ ਦੁਨਾ ਸਿੰਘ ਹੰਡੂਰੀਏ ਨੇ ਜ਼ਿਕਰ ਕੀਤਾ ਹੈ। ਮਾਤਾ ਜੀ ਜਿੱਥੇ ਇੱਥੋਂ ਨਿਕਲੇ ਨੇ, ਇੱਥੇ ਨਾ ਜੋਗੀ ਅੱਲਾ ਯਾਰ ਖਾਨ ਨੇ ਕੁਝ ਭਾਵ ਬੜੇ ਉਜਾਗਰ ਕੀਤੇ ਨੇ। ਬੱਚੇ ਸਾਡੇ ਵੀ ਨਾਲ ਨਾਲ ਨੇ ਸੰਗਤ ਜੀ, ਛੋਟੇ ਛੋਟੇ। ਕਦੀ 6 6.5 ਸਾਲ ਦੇ ਬੱਚਿਆਂ ਵੱਲ ਵੇਖਿਓ, 8 ਸਾਲ ਦੇ ਬੱਚਿਆਂ ਵੱਲ ਵੇਖੋ, ਕਿੰਨੀ ਮਾਸੂਮੀ ਨਾਲ ਗੱਲਾਂ ਕਰਦੇ ਨੇ। ਜੇ ਮਾਂ ਪਿਓ ਥੋੜਾ ਚਿਰ ਨਾ ਮਿਲਣ ਬੱਚਿਆਂ ਨੂੰ, ਤੇ ਬੱਚੇ ਕਈ ਵਾਰ ਸੋਚਾਂ ਵਿੱਚ ਪੈ ਕੇ ਬਾਰ-ਬਾਰ ਜੇ ਉਹਨਾਂ ਨੂੰ ਜੋ ਕੁਝ ਮਰਜ਼ੀ ਦੇ ਇੱਕੋ ਗੱਲ ਕਹਿੰਦੇ, ਮੰਮੀ ਕਿਦੋਂ ਆਏਗੀ, ਮੇਰਾ ਪਿਓ ਕਦੋਂ ਆਏਗਾ। ਖਾਸ ਕਰਕੇ ਮਾਵਾਂ ਨਾਲ ਨੇੜਤਾ ਹੁੰਦੀ ਹੈ। ਤੇ ਜਦੋਂ ਮਾਂ ਪਿਓ ਭਰਾ ਨਾ ਹੋਣ, 2 ਭਰਾ ਹੋਣ ਨਾ, ਇੱਕ ਭਰਾ ਕਿਤੇ ਮਾਂ ਪਿਓ ਨਾਲ ਬਾਹਰ ਚਲੇ ਜਾਏ ਤੇ ਇੱਕ ਦੂਜਾ ਭਰਾ ਘਰ ਦਾਦੀ ਨੂੰ ਬਾਰ-ਬਾਰ ਪੁੱਛਦਾ ਵੀਰਾ ਕਦੋਂ ਆਏਗਾ। ਇਹ ਬੱਚੇ ਆਮ ਤੌਰ ਤੇ ਮੇਰੇ ਵੀਰੇ ਨੇ ਕਦੋਂ ਆਉਣਾ ਹੈ। ਇਹ 2 ਭਰਾ ਨੇ, 2 ਭੈਣਾਂ ਨੇ, ਉਹ ਬਾਰ-ਬਾਰ ਆਪਣੇ ਨਾਲ ਦੇ ਭੈਣ ਭਰਾ ਨੂੰ ਬਾਰ-ਬਾਰ ਯਾਦ ਕਰਦੇ ਨੇ ਕਦੋਂ ਆਉਣਗੇ। ਤੇ ਸਾਹਿਬਜ਼ਾਦਿਆਂ ਦੇ ਵੀ ਕੋਮਲ ਮਨ ਚੋਂ ਬਾਰ-ਬਾਰ ਦਾਦੀ ਨੂੰ ਪੁੱਛਦੇ ਨੇ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਦਰਿਆ पे हमको छोड़ के राही किधर गए। कि दरिया ते विछोड़ा हो गया, सारे किथे मुसाफिर, एडा वड्डा काफला सी किधर चले गए। अब्बा भगा के लश्करे शाही किधर गए। पिता जी उस थां तो लश्कर भजा के, फौजां भजा के किहड़े पासे चले गए। कहंदे भाई भी हमें भूल गए। भाई वड्डे भरा जिहड़े बार-बार जिहड़े सन मोढे ते चुक के घुमाउंदे सन, ਜਿਹੜੇ ਕਦੀ ਘੋੜਾ ਬਣਦੇ ਸੀ ਤੇ ਅਸੀਂ ਉਹਨਾਂ ਦੀ ਪਿੱਠ ਤੇ ਬੈਠ ਕੇ ਸਵਾਰੀ ਕਰਦੇ ਸਾਂ, ਉਹ ਭਰਾ ਵੀ ਸਾਨੂੰ ਭੁੱਲ ਗਏ, ਉਹਨਾਂ ਨੂੰ ਚੇਤਾ ਨਹੀਂ ਆਇਆ ਕਿੰਨੇ ਦਿਨ ਹੋ ਗਏ ਨੇ ਵਿਛੜਿਆਂ ਤੋਂ। ਭਾਈ ਵੀ ਹਮੇ ਭੂਲ ਗਏ, ਸ਼ੌਂਕੇ ਜੰਗ ਮੇ, ਜੰਗ ਦਾ ਇੰਨਾ ਸ਼ੌਂਕ ਕਿ ਸਾਨੂੰ ਭੁੱਲ ਗਏ। ਆਪਣਾ ਖਿਆਲ ਤੱਕ ਨਹੀਂ ਜੌਂਕੇ ਤੁਫੰਗ ਮੇ। ਜੌਂਕੇ ਤੁਫੰਗ ਦਾ ਮਤਲਬ ਤੁਫੰਗ ਬੰਦੂਕ ਚਲਾਉਣ ਦੇ ਚਾਹ ਦੇ ਵਿੱਚ। ਸਾਹਿਬਜ਼ਾਦਾ ਅਜੀਤ ਸਿੰਘ ਜੀ ਬਾਰੇ ਕਹਿੰਦੇ ਨੇ ਉਹ ਤੇ ਬੰਦੂਕ ਚਲਾਉਣ ਦਾ ਚਾਹ ਉਹਨਾਂ ਨੂੰ ਇੰਨਾ ਹੈ ਕਿ ਸਭ ਕੁਝ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਨੇ। ਇੰਨਾ ਸ਼ੌਂਕ ਹੈ ਜੰਗ ਦਾ, ਸਾਨੂੰ ਭੁੱਲ ਗਏ, ਆਪਣੇ ਭਰਾਵਾਂ ਦਾ ਚੇਤਾ ਨਹੀਂ ਆਇਆ। ਇਸ ਤਰੀਕੇ ਨਾਲ ਬੜੀਆਂ ਗੱਲਾਂ ਕਰਦੇ ਨੇ। ਤੇ ਨਾਲ ਨਾਲ ਕਹਿੰਦੇ ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ। ਹੁਣ ਜਦੋਂ ਜੰਗ ਜਿੱਤ ਕੇ ਵੀਰੇ ਆਉਣਗੇ ਨਾ, ਅੱਬਾ ਕੇ ਸਾਥ ਜਿਸ ਘੜੀ ਜੁਝਾਰ ਆਏਂਗੇ, ਪਿਤਾ ਜੀ ਆਉਣਗੇ, ਵੱਡੇ ਵੀਰ ਜੁਝਾਰ ਸਿੰਘ ਜੀ ਆਉਣਗੇ ਨਾ, ਤੇ ਆ ਕਰਕੇ ਸਾਨੂੰ ਬੜੇ ਪਿਆਰ ਦੇ ਨਾਲ ਘੁੱਟ ਕੇ ਸੀਨੇ ਨਾਲ ਲਾ ਕਰਕੇ ਮਿਲਣਾ ਚਾਹਣਗੇ। ਪਰ ਕਰਕੇ ਗਿਲਾ ਹਮ ਹਰ ਏਕ ਸੇ रूठ जाएंगे। दोवें गल्लां करते हैं कि असीं उन्हां नाल रुस जाना है, ऐतकी उन्हां नाल गल्लां नहीं करनियां। फिर माता कभी पिता कभी भाई मनाएंगे। ये मासूमियत वेखियो बच्चों दी किवें ओह गल्लां करदे ने। कदी मां जी बुलाउणगे, मावां दा पता नहीं, पिता दा पता नहीं, भरावां दा पता नहीं, ते मासूम अवस्था दे विचों ओह बार-बार सवाल कवि अल्लाह यार खां योगी ने लिखे ने। माता कभी पिता कभी भाई मनाएंगे। कहंदे गले लगाकर हमको, जदों घुट के आके गले लाउणगे ना, गले लगाकर हमको कहेंगे वो बार बार कि मान जाओ, मन जाओ, साडे नाल गल ते करो, लेकिन हम नहीं मानेंगे। जीन हार, जीन हार दा मतलब बिल्कुल, असी बिल्कुल नहीं मनना। नाराज होना करके गिला हर एक से हम रूठ जाएंगे, असी मिलना नहीं, असीं बिल्कुल गल नहीं करनी। पर कहंदे जदों बार बार सानू घुट के सीने नाल लाउणगे ते फिर कहंदे इकरार लेंगे सबसे, इकरार लेंगे सबसे, बुलाना ना फिर कभी। सानू भुल्लिओ जे ना, जिद्दां अज भुल के चले। बारे दिगर, दिगर दा मतलब दूजी वार, दोबारा फिर जदों कहते सानू इस तरीके नाल विछड़ के सताना ना कि फिर कभी।
इस तरीके से अकेले हमको छोड़ के जाना ना फिर कभी, कह देते हैं यूं हंस के हमें रुलाना ना फिर कभी, सानू इदां ना रुलायो जे। ये एहसास करियो जदों साडे बच्चे इदां गल्लां करदे ने, ओही अवस्था है, ओही उम्र है, मासूम अवस्था है। पर उस अवस्था विच बार बार साहिबजादे कह रहे हैं कि साही विच इकरार लवांगे, सानू छड्ड के ना जायो, सानू रुलायो जे ना। ये बार बार कवांगे, पर जदों वो इकरार दे देणगे ना, फिर हस के उन्होंने फिर असीं सारी गल भुल जांगे, फिर गल भी मन लांगे। ते ये गल्लां हुण बच्चों की गुफ्तगू सुनी जो दादी जान ने, प्यारी दादी धन माता गुजर कौर, जदों बच्चियां दियां प्यार भरियां आपस विच कीतियां गल्लां सुनदी है, बेइख्तियार रो दिया उस वाला शान ने। बेइख्तियार दा मतलब खुद ब खुद, बंदा ना भी चाहे, तुसी बैठे हो गुरु की गोच, जाकर हुसैन दियां जे अखां नम हो सकदियां ने, उस इतिहास का एहसास करदियां सार की बीती होएगी मासूमां ते, बंदे दियां अखां नम हो जांदियां ने। दादी मां उस मासूम अवस्था, क्योंकि बच्चे दा कई बार भावुक हो जाता है बंदा, है तो वह भी इंसानियत का पक्ष है, कठोर दिल तो नहीं कह सकते ना, मोम दिल पिघल जाता है। तो दादी मां बेइख्तियार खुद ब खुद की गल है, रो दिया उस वाला शान ने। वाला शान जिहदी उच्ची शान है, निराली शान है, धन माता गुजर कौर, वो भी भावुक हो गई, घुट के सीने नाल लाउंदी कि आउणगे, पर नाल ये कहंदी मिलणगे जरूर, पर नाल सोचदी सी कि होणी नूं शायद कुछ होर मंजूर है। बेशक भावें शरीरक तौर ते मेल ना होवे, पर रब दे घर सचखंड विच जाके ते तुसीं उन्हां दी गोद विच बैठ के मिलोगे जरूर, बिल्कुल मिलोगे। उन्हां नूं गलवकड़ी चलाउंदे। इधर कोतवाली च जदों लै करके गए ना, दुन्ना सिंह हंडूरिया ने जिक्र किया, भैणों तुसीं अपने बच्चों नूं जदों डराउणा होवे ना, कई बार मावां भैणां कई बार बच्चे नूं लाल मिर्चां दा डब्बा विखा दिंदियां, आ वेख जे तू मेरी गल ना मन्नी ते मिर्चां वल ध्यान मार। ते दुन्ना सिंह हंडूरिया कहंदा उस वक्त बच्चों नूं मिर्चां दे बोरियां विच बंद किया गया, हथकड़ियां पहलां लाइयां गईयां, जो तोड़ के खड़ना सी, फिर मिर्चां दे विच बंद बोरियां उहदे विच पाया गया ताकि डरनगे, अखां 'च मिर्चां लगणगियां, माड़ी जी किते मिर्च लग जाए ना बच्चों नूं, वो सी करदा है, चीकां मारदा है, किते वो मिर्चां वाले हाथ अखां नूं लग जाण, कन्नां नूं लग जाण, जबान नूं लग जाण, नक नूं लग जाण। तुसीं अंदाजा ला के वेखो कि होया की होएगा। ते उन्हां मासूम लालां नूं, गुरु के लाल, उन्हां नूं ये साडे वास्ते ते गुरु के लाल ने, पर उन्हां वास्ते ते वजीर खान नूं खुश करन दे वास्ते एक जरिया ने कि वजीर खान खुश होएगा, सानू इनाम देगा। उन्होंने तो तशद्दद देना है, डराउणा है किसी तरीके दे नाल। रात कट्टी है मोरिंडे, पर उत्थे खाण नूं कुछ नहीं दिता गया। रात बतीत हुई 10 पो, इधर वजीर खान पहुंचा है सरहंद, ते 10 पो नूं बड़ा निम्मू चोना होया गुस्से दे विच कि इन्ना लाओ लश्कर 10 लाख दी फौज, एडा घेरा, सारी तबाही कराती, मिलिया कख नहीं। ते गुरु गोबिंद सिंह फिर चमकौर चों निकल के चलिया गया। ते किसी ने जाके कान च खबर की दी, खुशखबरी है। गुस्से नाल भड़किया, कादी खुशखबरी, एडा नुकसान करा लिया, एशिया दी सब तो वड्डी हुकूमत ते ओ गुरु गोबिंद सिंह ते कुछ सिखां नूं नहीं पकड़ सकी, वो सिखां समेत फिर निकल के चले जाए, साडा एडा नुकसान भी हो गया। खुशखबरी कादी है? ते साडे वास्ते दुख दीयां खबरां ने। कहंदे खुशखबरी है जिहड़ा गुरु तुहाडे हत्थ नहीं आया, उस गुरु दी बुढ़ड़ी मां ते छोटे साहिबजादे मोरिंडे दे थाणे ने ते तुहाडे को सरहंद लिआंदे गए। ये सुनदियां सार उहदियां जान विच जान आई, अखां 'च सरूर आया कि ठीक है गुरु नहीं पकड़िया गया, पर उहदे पुत्त ते उहदी मां साडे हत्थ, ते पुत्तां को ईन मना के गुरु नूं झुकावांगे, घट्टो घट अपनी मां पुत्तां करके साडे को दौड़िया आएगा, वास्ते पाएगा। कहंदा जा करके ना इन्हां बच्चियां नूं ठंडे बुरज दे विच कैद कर दिओ। 140 फुट उच्चा यह ठंडा बुरज। अज कॉन्वेंट स्कूलों में बच्चे पढ़ते हैं। बदकिस्मती साडी भी है कि असी पिछले समय इन्ने कु घूक सुते रहे कि साडियां विरासतां साडियां अखां दे सामने लुटियां जांदियां रहियां, तबाह होंदियां रहियां। पता नहीं साडी कौम दे विच किहो जी ओह हालात सी, पर कारण भी सी पिछले सालां कि साडी नस्लकुशी भी बहुत वड्डे पद्धर ते हुई। उस वक्त ये हालात वरते ने, साडे पिछले जिहड़े दहाके बीते ने ना संगत जी, उन्हां दहाकियां च जो साडे नाल वरती है, वो हालात करके कुछ कारण भी बन सकदे। फिर भी ये विरासत जो बच्चे जाते हैं तो कहते गुरुद्वारे तो सारे इक्को जिहे लगते हैं। आखिर उत्थे जिहड़ा वो ठंडा बुरज कित्थे, 140 फुट उच्चा बुरज, वो हुण उत्थे बनाया गुरुद्वारा साहिब, शक्ल भावें दित्ती है, पर फिर भी बच्चे पुछ लैंदे आ। वो 140 फुट उच्चा जिथे गर्मी के दिनों में ठंड वरतदी सी,
उस बुरज विच रात ठंडिया, क्योंकि बच्चे नूं ते बजुर्ग दोवां नूं ते ठंड सब तो ज्यादा नुकसान करदी। असीं कहने बच्चिआं नूं बचा लो ते बजुर्गां नूं बचा लो। ते वजीर खां सोचदा सी रात ठंड विच रखांगे ते जां ते सवेर तक प्राण छड़ जाणगे, नहीं ते तड़फदे होए साडे कोल आके जो असीं आखांगे साडीआं गल्लां मन्नणगे। डॉक्टर गंडा सिंह होना ने इत्थों तक गल लिखी, कहंदे ठंड इन्नी सी कि नक दीआं टोडरीआं लाल हो चुकीआं सी, बुੱਲ नीले हो चुके सी। ਅਸੀਂ ਹੱਥਾਂ ਤੇ ਤੇਲ ਨਾ ਲਾਈਏ ਤੇ ਸਾਡੇ ਹੱਥਾਂ ਦੇ ਕੀ ਹਾਲ ਹੋ ਜਾਂਦੇ ਨੇ। 5 ਮਿੰਟ ਬਾਹਰ ਨਿਕਲੋ ਚਿਹਰੇ ਫੁੱਟ ਜਾਂਦੇ ਨੇ, ਹੱਥ ਪੈਰ ਜਿਹੜੇ ਨੇ ਇਹਨਾਂ ਚੋਂ ਫੁੱਟਣ ਕਰਕੇ ਖੂਨ ਸਿਮਣ ਲੱਗ ਪੈਂਦਾ, ਸਰੀਰ ਚੋਂ ਖੂਨ ਸਿਮਦਾ ਪਿਆ ਸੀ ਉਸ ਵਕਤ। ਇਹ ਹਾਲਾਤ, ਗਰਮ ਕੱਪੜੇ ਕੋਈ ਨਹੀਂ, ਇੱਕ ਛੋਟੀ ਜੀ ਇੱਕ ਝੋਲਾ ਹੈ ਮਾਤਾ ਜੀ ਕੋਲ ਜਿਹ 'ਚ ਸਾਹਿਬਜ਼ਾਦਿਆਂ ਦੇ ਵਸਤਰ ਨੇ, ਪਰ ਬਹੁਤੇ ਗਰਮ ਕੱਪੜੇ ਮਾਤਾ ਜੀ ਕੋਲ ਕੋਈ ਨਹੀਂ। मैं कल बेनती करती सी कि जिथे गुरु सरबंस वारन वाला उत्थे मोती राम मेहरे की भी जदों गल करांगे सानूं पता लगे कि सिख भी सरबंस वारन वाले। उन्हें दुध की सेवा की है रातां दे विच, बाद च उहदे परिवार नूं कोलू च पीड़िया गया। ये मैं कल जिक्र कर चुकिया। पहली पेशी दूजे दिन सरहंद के नवाब की कचहरी विच होनी है। दिन चढ़िया, रात पर माता ने गोद विच लिया, घुट के सीने नाल लाया, नाल गुरु कीआं साखियां ते इतिहास सुनाया है कि तुसी गुरु तेग बहादुर दे पोतरे हो, गुरु गोबिंद सिंह दे पोते हो, तुहाडा परदादा धन श्री गुरु हरगोबिंद साहब महाराज है, ते तुहाडे दादे दा दादा धन गुरु अर्जन साहब महाराज है, जिहड़ा तत्ती तवी ते बैठा सी ते जालमां दी ईन ओने नहीं सी मन्नी। ये इतिहास पूरी रात सुणाउंदे ने, निग बख्शदे ने, सीने नाल लग के किते थोड़ी बहुत अख लगी नहीं लगी। दिन चढ़िया आ करके फिर सिपाहियां ने उत्थे आवाज मारी कि सूबे की कचहरी दे विच लै करके जाना है। हुण ध्यान दिओ, असीं बाबे भला क्यों आखदे हां। जिद्दां ही सिपाही गए राह पर समझाउंदे रह गए, बच्चिओ जांदियां सार नवाब साहब नूं सलाम करिओ, बड़े चंगे बंदे ने, खुश हो जाणगे, जगीरां देणगे, जो आखोगे तुहानूं मिल जाएगा, नवाब नूं नाराज ना करिओ। जे गुस्से हो गए ते फिर बड़ा कहर कमाउंदे ने, जानों भी मार सकदे ने। डराउंदे भी गए ते नाले कहंदे जे नवाब नूं खुश कीता ते तुहानूं बड़ा कुछ देणगे। इदां करके जिहड़े सिपाही समझाउंदे होए नाल लैके जांदे। ते जदों कचहरी विच गए ते जिहड़ा दरबार है ना, ਉਹਦਾ गेट है, उस गेट ਵੱਡੇ ਨੂੰ बंद कर दिता, छोटा खोलिया गया। हुण आम बच्चे होवे ते भुलेखे च पै के उन्होंने इसे तरीके नाल जाना सी। लोग कहंदे जी बाल दिवस मनाओ, बाल बच्चियां दे दिवस मनाए जाते हैं, पर यह कोई बाल थोड़ी है जिन्हां दे बाल दिवस मनाए जाए। ते साडे बाबे है, बाबे ने, ते असीं उन्हां शहीदां नूं याद कर सकदे हां, गुरु दे लालां दी कुर्बानी वास्ते साहिबजादे दिवस मना सकते हैं, साहिबजादियां दी शहादत नूं समर्पित कोई दिहाड़ा मना सकते हैं कि साडा विरसा ये दुल्ले लहू दी वंगार, साडा विरसा, साडा परिवार। सिंह साहब ज्ञानी हरपाल सिंह जी फतेहगढ़ साहब वालियां ने भी 25 तरीक नूं यह होका कौम नूं दिता सीगा कि असीं वो दिन इस रूप विच मना सकते हैं, विरसे नूं याद कर ले, पर वो बाल नहीं। क्यों? क्योंकि कहंदे दरबार ते गुरु दा भी लगदा सी कचहरी। उत्थे जदों दरबार लगना ते वड्डे दरवाजे खुले हुंदे आ, इत्थे वड्डा दरवाजा बंद है। सिपाही अगे जांदा, कहंदा इदां सिर झुका के अंदर दाखल होवो, ते ਉਹ ਦੋਵੇਂ आपस ਵਿੱਚ ਗੱਲਾਂ ਕਰਦੇ ਐ ਤੇ ਸਿਰ ਝੁਕਾਉਣ ਦੀ ਥਾਂ ਨਾ ਸਭ ਤੋਂ ਪਹਿਲਾਂ ਜੁੱਤੀ ਅੱਗੇ ਕਰਦੇ ਐ। ਇਸ ਗੱਲ ਨੂੰ ਨੂਰੇ ਨੇ ਵੀ ਖਾਸ ਤੌਰ ਤੇ ਜ਼ਿਕਰ ਕੀਤਾ, ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਗੱਜ ਕੇ ਫਤਿਹ ਗਜਾ ਦਿੱਤੀ, ਸਾਹਿਬਜ਼ਾਦਿਆਂ ਗੱਜ ਕੇ ਫਤਿਹ ਗਜਾ ਦਿੱਤੀ। ਸਤਿ ਸ਼੍ਰੀ ਅਕਾਲ ਦਾ ਮਾਰ ਨਾਰਾ ਤਸਬੀਹ ਕਾਜੀ ਦੇ ਹੱਥੋਂ ਛੁਡਾ ਦਿੱਤੀ। सूबे आख्या बच्चिओ, सूबे आख्या करो झुक के करो सलाम बच्चिओ। उन्हां अगों आकड़ के जुत्ती विखा दिती, उन्हां तलवार दा खौफ दिता, इन्हां आकड़ के धौण अगे विखा दिती। ये साहिबजादियां दे बाबत ये नूरा सतगुर पातशाह जुत्ती दी ठोकर भाव जुत्ती अगे करके साहिबजादे अंदर दाखल हुंदे आ, दोवें हथ जोड़ क्योंकि बजुर्गी का जिहड़ा संबंध है ना संगत जी, ये उम्र नाल ते चिट्टी दाड़ी नाल नहीं हुंदा। क्योंकि बजुर्गी बा अकल अस्त ना के बा साल। उम्र दे नाल इहदा संबंध नहीं कि रंग दाड़ा चिट्टा हो रहा तो कोई मैनूं बाबा ना आखे, बापू ना आखे, असीं रंग बदल लैने। पर सच है कि रंग बदलिया लोकां दीयां नज़रां च ते जवान हो जाएंगे, पर साहब कहंदे नौवें जदों ये अवस्था पढ़ते ना, प्रथमे पहले प्यार लगा थन, दो दूजे माए बाप की सो, तीजे भैया भाभी बेव, चौथे प्यार उपन्नी खेड़, पंजवें खान पीन की तार, छेवें काम ना पूछे जार, सतवें सांझ किया करवास,
8वें क्रोध होवा तन नास नावें धौले, चिट्टे आ जाते हैं उभे साह, कहते रंग करके इन्हां चिट्टियां नूं ते काला कर लेंगा, जिहड़ा साह तुरदियां फिरदियां चढ़दा है गल च गल नहीं बनदी, ओनूं कित्थे रोकेगा। 10वें दद्दा होआ सवा, अखीर च ते स्वाह च रल जाना। फिर जे अंत काल नूं मरना है ते मूँह काला क्यों करना, इस तो सुचेत भी रहण दा। खैर ये जिक्र है सिख रहत मर्यादा नूं कदी ध्यान नाल पढ़ी, ਉਹਦੇ ਵਿੱਚੋਂ ਤੁਹਾਨੂੰ सारी गल ਗਿਆਨੀ दरवेश जी ਜਦੋਂ व्याख्या करते होणगे दसदे भी होणगे, तुहानूं समझण दा यतन करिਓ। गुरु की गोद च बैठे एक बार सारे प्यार दे नाल गज के आखो सतनाम सतनाम। बजुर्गी दा संबंध अकल नाल है ते इत्थे 5 साल दे बच्चियां ने भी कमाल करके विखाई, जिहड़ा जिक्र बाणी च कीता, 5 वर्ग को अनाथ ध्रुव बारक हर सिमरत अमर अटारे। हुण बच्चे वेखदे ने कि झुकाउणा चाहुंदे ने पर झुके नहीं, जुत्ती अगे करके ते अंदर जांदे गज के फतेह बुलाउंदे आ। गुरु की गोद च तुसीं बैठे हो, ਅਸੀਂ ਤੇ ਇੱਥੇ ਸਿੱਖ ਆਪਸ ਵਿੱਚ ਕਿਤੇ ਬਾਜ਼ਾਰ 'ਚ ਲੰਘਦੇ ਟੱਪਦੇ ਹੋਈਏ ਨਾ ਸੰਗਤ ਜੀ, ਕਿੱਡੀ ਬਦਕਿਸਮਤੀ ਹੈ ਕਿ ਸਿੱਖ ਆਪਣੇ ਆਪ ਨੂੰ ਅਖਵਾਉਂਦਾ ਹੋਵੇ ਸਿੱਖ, ਤੇ ਸਿੱਖ ਵੱਲ ਵੇਂਦਿਆਂ ਮੱਥੇ ਤੇ ਤਰਿਉਣੀਆਂ ਪੈ ਜਾਣ ਤੇ ਮੂੰਹ ਜੇ ਪਾਸੇ ਨੂੰ ਕਰਕੇ ਸੋਚੇ ਕਿ ਮੈਂ ਨਹੀਂ ਫਤਿਹ ਬੁਲਾਉਣੀ ਇਹਨੂੰ। ਉਹ ਤੇ ਵਜ਼ੀਰ ਖਾਨ ਦੇ ਕੋਲ ਜਾ ਕੇ ਵੀ ਫਤਿਹ ਬੁਲਾ ਕੇ ਫਰਜ਼ ਨਿਭਾਉਂਦੇ, ਤੇ ਅਸੀਂ ਇੱਥੇ ਰੁਦਰਪੁਰ ਦੇ ਵਿੱਚ ਤੁਸੀਂ ਆਪ ਝਾਤ ਮਾਰਿਓ, ਬੜੀ ਬਖਸ਼ਿਸ਼ ਹੈ, ਬੜਾ ਪਿਆਰ ਹੈ ਤੁਹਾਡੇ ਸਾਰਿਆਂ ਤੇ, ਪਰ ਜੇ ਕਮੀ ਹੋਵੇ ਤੇ ਉਹਨੂੰ ਦੂਰ ਕਰ ਲੈਣਾ। ਕਿ ਵੇਖਦੇ ਆ ਸਾਰ ਜੇ ਇੱਧਰ ਉੱਧਰ ਨਜ਼ਰ ਪਾ ਰਹੇ ਆ, ਇਹਦਾ ਮਤਲਬ ਸਾਡੇ ਅੰਦਰ ਕਿਤੇ ਨਾ ਕਿਤੇ ਕਮਜ਼ੋਰੀ ਹੈ। ਸਿੱਖ ਤੇ ਉਹ ਹੈ ਜਿਹੜਾ ਕਹਿੰਦੇ 4 ਮਿਲੇ 64 ਖਿਲੇ ਮਿਲੇ 20 ਕਰ ਜੋਰ, ਗੁਰਸਿੱਖ ਸਿੰਘ ਗੁਰਸਿੱਖ ਮਿਲੇ ਖਿਲ ਜਾਏ 7 ਕਰੋੜ। ਵੇਂਦਿਆਂ ਸਾਰ ਅੱਖਾਂ ਨੂੰ ਜਦੋਂ ਨਜ਼ਰ ਪੈਂਦੀ ਹੈ ਨਾ ਸਿੱਖ ਦੀ, ਸਿੱਖ ਵਾਲੇ ਪਾਸੇ, ਤੇ ਇਹਦੇ ਦੋਵਾਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਜਾਂਦੀ। 4 ਮਿਲੇ 64 ਖਿਲੇ 32 ਦੰਦ ਦੋਵਾਂ ਦੇ ਖਿੜ ਜਾਂਦੇ ਨੇ। ਕਹਿੰਦੇ ਫਿਰ ਜਿੱਥੇ 32 ਦੰਦ ਖਿੜਦੇ ਨੇ, 4 ਮਿਲੇ 64 ਖਿਲੇ ਮਿਲੇ 20 ਕਰ ਜੋਰ, 10 ਉਂਗਲਾਂ ਇੱਕ ਦੀਆਂ 10 ਦੂਜੇ ਦੀਆਂ, ਹੱਥ ਜੋੜ ਕੇ ਜਦੋਂ ਇੱਕ ਦੂਜੇ ਵੱਲ ਵੇਖਦੇ ਆ ਤੇ ਕਹਿੰਦੇ ਹੱਥ ਵੀ ਜੁੜਦੇ ਨੇ, 20 ਉਂਗਲਾਂ ਜੁੜਦੀਆਂ ਨੇ, ਮਿਲੇ 20 ਕਰ ਜੋਰ। ਗੁਰਸਿੱਖ ਸਿੰਘ ਗੁਰਸਿੱਖ ਮਿਲੇ ਤੇ ਹੱਥ ਜੋੜ ਕੇ ਇੱਕ ਦੂਜੇ ਵੱਲ ਵੇਖਦੇ ਆ ਸਾਰ, ਨਜ਼ਰ ਭੱਕ ਕੇ ਜਦੋਂ ਗੱਜ ਕੇ ਕਹਿੰਦੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਖਿਲ ਜਾਏ 7 ਕਰੋੜ, 3.5 ਕਰੋੜ ਇੱਕ ਦੇ ਰੋਮ ਤੇ 3.5 ਦੂਜੇ ਦੇ, ਤੇ ਇਸ ਤਰ੍ਹਾਂ 7 ਕਰੋੜ ਰੋਮ ਰੋਮ ਖੇੜੇ ਚ ਆ ਜਾਂਦਾ। ਇਹ ਸਿੱਖ ਦੀ ਵਡਿਆਈ। ਪਰ ਬਦਕਿਸਮਤੀ ਸਿੱਖ ਨੇ ਸਿੱਖ ਨੂੰ ਫਤਿਹ ਕੀ ਬੁਲਾਉਣੀ, ਉੱਥੇ ਗੁਰੂ ਕੇ ਲਾਲ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ 'ਚ ਫਤਿਹ ਬੁਲਾਉਂਦੇ ਆ। ਤੇ ਸੁੱਚਾ ਆਨੰਦ ਕਹਿੰਦਾ ਸਾਹਮਣੇ ਨਵਾਬ ਸਾਹਿਬ ਝੁੱਕ ਕੇ ਸਲਾਮ ਕਰੋ। ਕਹਿੰਦੇ ਸਾਡਾ ਸੀਸ ਕਿਸੇ ਦੁਨਿਆਵੀ ਰਾਜੇ ਤੇ ਬਾਦਸ਼ਾਹ ਦੇ ਅੱਗੇ ਕਦੇ ਨਹੀਂ ਝੁਕ ਸਕਦਾ। ਇਹ ਸੀਸ ਅਸੀਂ ਝੁਕਾਇਆ ਹੈ, ਪਰ ਇੱਕੋ ਥਾਂ ਤੇ ਝੁਕਾਇਆ। ਕਹਿੰਦੇ ਤੁਹਾਡੇ ਮਾਂ ਨੇ, ਤੁਹਾਡੇ ਪਿਓ ਨੇ, ਤੁਹਾਡੀ ਦਾਦੀ ਨੇ ਤੁਹਾਨੂੰ ਝੁਕਣਾ ਨਹੀਂ ਸਿਖਾਇਆ। ਕਹਿੰਦੇ ਸਿਖਾਇਆ ਹੈ, ਪਰ ਬਾਕੀ ਦੁਨੀਆ ਸ਼ਾਇਦ ਨਹੀਂ ਸਿੱਖ ਪਾਈ। ਮੇਰੇ ਪਿਤਾ ਨੇ ਵੀ ਸਿਖਾਇਆ, ਮੇਰੀ ਦਾਦੀ ਨੇ ਵੀ ਸਿਖਾਇਆ। ਉਹ ਇਤਿਹਾਸ ਦਾ ਪੱਖ ਹੈ, ਜਿੱਥੇ ਮਾਵਾਂ ਗੁਰੂ ਕੀ ਗੋਦ 'ਚ ਬੈਠੀਆਂ, ਅੱਜ ਦਾਦੀ ਮਾਤਾ ਗੁਜਰ ਕੌਰ। ਇਤਿਹਾਸਕਾਰ ਕਹਿੰਦੇ ਨੇ ਜੇ ਦਾਦੀ ਹੋਵੇ ਮਾਤਾ ਗੁਜਰ ਕੌਰ ਵਰਗੀ ਤੇ ਨਾਨੀ ਹੋਵੇ ਭਾਈ ਜੇਠਾ ਜੀ ਦੀ ਨਾਨੀ ਵਰਗੀ ਨਾ, ਉਹ ਬੱਚਾ ਕਦੀ ਧਰਮ ਤੋਂ ਦੂਰ ਨਹੀਂ ਹੋ ਸਕਦਾ। ਕਿਉਂਕਿ ਭਾਈ ਜੇਠਾ ਜੀ 7 ਸਾਲ ਦੀ ਉਮਰ, ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠਦਾ, ਖਾਣ ਦੇ ਲਾਲੇ ਪੈਂਦੇ ਨੇ, ਤੇ ਬੱਚੇ ਜਾਂ ਤੇ ਚੋਰੀ ਕਰਦੇ ਨੇ ਜਾਂ ਭੀਖ ਮੰਗਣ ਲੱਗ ਪੈਂਦੇ ਨੇ। ਪਰ ਧੰਨ ਨਾਨੀ ਨਾ ਭੀਖ ਮੰਗਣ ਤੋਰਿਆ ਨਾ ਚੋਰੀ ਦੇ ਰਾਹ, ਉੱਥੇ ਕਿਰਤ ਦੇ ਰਾਹ ਤੋਰਿਆ ਕਿ ਘੁੰਗਣੀਆਂ ਉਬਾਲ ਕੇ ਦੇਤੀ ਹੈ, ਜਾ ਕਰਕੇ ਕਿਰਤ ਕਰ ਤੇ ਨਾਲ ਵੰਡਣਾ ਵੀ ਛਕਾਇਆ। ਉਹ ਕਿਰਤ ਦੇ ਰਾਹ ਤੋਰਿਆ, ਉਹ ਨਾਨੀ ਦੀ ਸਿੱਖਿਆ ਸੀ। ਨਾ ਚੋਰੀ ਦੇ ਰਾਹ, ਬੱਚੇ ਚੋਰੀ ਕਰਨ ਲੱਗ ਪੈਂਦੇ ਨੇ ਜਦੋਂ ਭੁੱਖ ਸਤਾਉਂਦੀ ਹੈ ਜਾਂ ਭੀਖ ਮੰਗਦੇ ਨੇ। ਪਰ ਉੱਥੇ ਨਾਨੀ ਨੇ ਭਾਈ ਜੇਠਾ ਜੀ ਨੂੰ ਇਹੋ ਜਿਹੀ ਪਰਵਰਿਸ਼ ਦਿੱਤੀ, ਨਾ ਅਸੀਂ ਭੀਖ ਮੰਗਣੀ ਹੈ, ਨਾ ਅਸੀਂ ਚੋਰੀ ਕਰਨੀ ਹੈ, ਅਸੀਂ ਕਿਰਤ ਕਰਾਂਗੇ। ਤੇ ਕਿਰਤ ਦੇ ਰਾਹ ਤੇ ਤੋਰਿਆ, ਤੇ ਕਿਰਤੀਆਂ ਨੂੰ ਹੀ 52 ਕਿਰਤੀ ਵਸਾ ਕਰਕੇ ਅੰਮ੍ਰਿਤਸਰ ਨਗਰ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾ ਕੇ ਆਰਥਿਕ ਪੱਖੋਂ ਸਿੱਖਾਂ ਨੂੰ ਦੁਨੀਆ ਦੇ ਵਿੱਚ ਸਭ ਤੋਂ ਖੁਸ਼ਹਾਲ ਬਣਾਉਣ ਵਾਸਤੇ ਕੇਂਦਰ ਸਥਾਪਿਤ ਕੀਤਾ ਸੀ ਇਹ ਗੁਰੂ ਰਾਮਦਾਸ ਪਾਤਸ਼ਾਹ। ਦੂਜੇ ਪਾਸੇ ਹੁਣ ਮਾਤਾ ਗੁਜਰੀ ਜੀ ਜਿਹੜੇ ਆਪਣੀ ਗੋਦ ਵਿੱਚ ਬਿਠਾਉਂਦੇ ਆ, ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪਾਉਂਦੇ ਆ, ਤੇ ਸਾਹਿਬਜ਼ਾਦੇ ਗੱਲ ਕਹਿੰਦੇ ਸਾਡੀ ਮਾਂ ਨੇ ਤੇ ਨਮਸਕਾਰ ਕਰਨਾ ਸਿਖਾਇਆ। ਜਦੋਂ ਰੋਜ਼ ਮਾਂ ਸਾਡੇ ਕੰਨਾਂ 'ਚ ਕਹਿੰਦੀ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿੰਨੇ ਤੁਸੀਂ ਗੁਰੂ ਕੀ ਗੋਦ 'ਚ ਬੈਠੇ ਹੋ ਨਾ, ਹੁਣ ਇਹ ਸ਼ਬਦ ਤੇ ਅਸੀਂ ਸਾਰੇ ਪੜ੍ਹਦੇ ਹਾਂ, ਪਰ ਸਾਹਿਬਜ਼ਾਦੇ ਇਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਟਿਕਾ ਕੇ ਇਹ ਤੇ ਪਹਿਰਾ ਦਿੰਦੇ ਕਿ ਆਦੇਸ਼ ਦਾ ਮਤਲਬ ਹੁੰਦਾ ਨਮਸਕਾਰ। ਜੋਗੀਆਂ ਦਾ ਬੋਲਾ ਸੀ, ਤੇ ਗੁਰੂ ਸਾਹਿਬ ਕਹਿੰਦੇ ਨਮਸਕਾਰ ਉਹਨੂੰ ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਕਹਿੰਦੇ ਅਸੀਂ ਤੇ ਰੋਜ਼ ਪੜ੍ਹਦੇ ਹਾਂ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਹਨੇ ਆਪ ਸਵਾਰੀ। ਅਸੀਂ ਤੇ ਰੋਜ਼ ਪੜ੍ਹਦੇ ਹਾਂ, ਦਾਦੀ ਮਾਂ ਸਾਡੇ ਕੰਨਾਂ 'ਚ ਦ੍ਰਿੜ ਕਰਾਉਂਦੀ ਹੈ ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਹੁਣ ਸਾਡਾ ਸਿਰ
ਇਹ ਗੁਰੂ ਨੇ ਸਾਨੂੰ ਥਾਂ ਥਾਂ ਤੇ ਝੁਕਾਉਣ ਤੋਂ ਵਰਜਿਆ ਹੈ ਤੇ ਇਹ ਸਾਨੂੰ ਸਰਦਾਰ ਬਣਾਇਆ। ਤੇ ਜਿਹੜਾ ਸਰਦਾਰ ਹੈ ਨਾ, ਇਹ ਸ਼ਬਦ ਦੇ ਪਿੱਛੇ IPS ਕਪੂਰ ਸਿੰਘ ਸਿਰਦਾਰ ਕਹਿੰਦੇ ਹੁੰਦੇ ਸੀ। ਇੱਕ ਸ਼ਬਦ ਲਹਿੰਦੇ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਹੈ, ਦਾਰ ਜੀ। ਘਰ ਦਾ ਵੱਡਾ ਹੋਵੇ ਨਾ, ਉਹਨੂੰ ਕਹਿੰਦੇ ਦਾਰ ਜੀ। ਆਮ ਸ਼ਬਦ ਆਪਾਂ ਵਰਤਦੇ ਹਾਂ ਥਾਣੇਦਾਰ, ਚੌਂਕੀਦਾਰ। ਥਾਣੇਦਾਰ, ਦਾਰ ਦਾ ਮਤਲਬ ਮਾਲਕ। ਥਾਣੇਦਾਰ ਜਿਹੜਾ ਥਾਣੇ ਦਾ ਮਾਲਕ ਹੈ, ਚੌਂਕੀਦਾਰ ਜਿਹੜਾ ਚੌਂਕੀ ਦਾ ਮਾਲਕ ਹੈ। ਘਰ ਦਾ ਜਿਹੜਾ ਵੱਡਾ ਹੈ ਉਹਨੂੰ ਕਹਿੰਦੇ ਆ ਦਾਰ ਜੀ। ਜਿਹੜਾ ਘਰ ਦਾ ਮਾਲਕ ਹੈ, ਘਰ ਦਾ ਵੱਡਾ, ਉਹਨੂੰ ਕੀ ਕਹਿੰਦੇ ਆ? ਦਾਰ ਜੀ। ਤੇ ਜਿਹੜਾ ਸਿਰ ਦਾ ਮਾਲਕ ਹੋਵੇ, ਇਹ ਨਹੀਂ ਕਿ ਜਣੀ ਖਣੀ ਥਾਂ ਤੇ ਜਿੱਥੇ ਮਰਜ਼ੀ ਝੁਕਾਇਆ ਤੇ ਉਹਦਾ ਆਖੇ ਜੀ ਅਸੀਂ ਸਰਦਾਰ ਜੀ ਹੁੰਨੇ ਆ। जनी खड़ी था ते सिर झुकने वाला सरदार जी नहीं। जो करे फूल की रक्षा उसी को खार कहते हैं, जो सिर को धार पर रख दे उसे सरदार कहते हैं। ये सरदार वो सिर जड़ा केवल गुरु तो इलावा किसी होर थां ते झुक नहीं सकता। कहते झुकाया सी एक बार गुरु नानक दे चरनां च, उस तो बाद झुकिया नहीं। ये साहिबजादियां ने उत्थे सरदार दी व्याख्या की, उत्थे डरावे दिते जांदे आ, बार बार झुकाउण दा यतन कीता जांदा है। इत्थे 2 दिन ये डरावे दिते गए, 11 ते 12 पोह जिहड़ा कल निकल के गया। उत्थे बार बार ये सवाल किए जाते हैं। पहला लालच दिते, लालचां नूं ठुकराया, फिर डरावे दिते गए। वो कह लगे तुहानूं पता नहीं, तुसीं मेरियां गल्लां दा। कल भी वीर ने बड़ी सोहनी कविता पढ़ी सी, वीर प्रभजोत सिंह यानी दर्शन सिंह दरवेश दे सपुत्र ने। सूबा अगों बार बार कहंदा मैं सूबा सरहंद दा, तुसीं निकड़े निकड़े बाल मेरे मत्थे तिरकण त्योड़ियां, मेरा गुस्सा बड़ा चंडाल, तुसी आकड़ आकड़ बोलदे मैं जो जो करा सवाल, तुसी बाज आ जाओ बच्चिओ नहीं तो हो जू मंदड़ा हाल। ते अगे गज के साहिबजादे की कहंदे है, कहंदे सानू डरावे देना, तैनू शायद पता नहीं असी कलगीधर दे लाडले ते मां जीतो दे लाल। असी कलगीधर दे लाडले हां, मां जीतो दे लाल। साडे शेरां वर्गे हौसले ते हाथियां वर्गी चाल। शेरां वर्गे हौसले ने, हाथियां वर्गी साडी चाल। हाथी चलदा, कुत्ता भौंकदा, परवाह नहीं करदा। उन्हें पता एक बार किते लत्त मारती ते ओहदा रहना कख नहीं, जे सुनना घुमा के सुटिया ओहदा रहना कख नहीं। साडे शेरां वर्गे हौसले ते साडी हाथियां वर्गी चाल। जो नहीं भी करना सूबिया ਉਹ ਵੀ कर लै साडे नाल, पर कदे बदल नहीं सकदा साडा सिक्खी वल्लों ख्याल। ਉਹ ਡਰਾਵੇ ਦਿੰਦਾ ਹੈ, ਤੁਹਾਨੂੰ ਪਤਾ ਨਹੀਂ, ਤੁਹਾਨੂੰ ਲੋਹ ਤੇ ਤਲਾਂਗੇ। ਕਹਿੰਦੇ ਕਿਸ ਲੋਹ ਦੀ ਗੱਲ ਕਰਦਾ? ਇਸ ਲੋਹ ਦੇ ਉੱਪਰ ਕਹਿੰਦਾ ਸੋਚ ਫਤਿਹ ਸਿੰਘ ਸੋਚ, ਨਹੀਂ ਤੇ ਮੱਛੀ ਵਾਂਗੂ ਲੋਹ ਤੇ ਤਲਸਾਂ। ਕਹਿੰਦੇ ਇਸ ਲੋਹ ਤੇ ਮੇਰੇ ਬਾਬੇ ਧੰਨ ਗੁਰੂ ਅਰਜਨ ਆਪਣੇ ਅੰਗ ਤਲਵਾ ਕੇ ਦੱਸੇ ਨੇ। सोच जोरावर सिंह सोच, ओ वेख आरे दे दंदे। कहंदे इस आरे दे दंदे भाई मती दास ने अपने सिर ते अजमा के दसे ते दसदा सी आरा प्यारा लगता है कारा करो बनाए, मेरा सिर जाए तां जाए मेरा सिक्खी सिदक ना जाए। कहंदे ओ वेख देग दे विच उबाले जाओगे। कहंदे भाई दयाले ने इहो जे उबाले खा के दसे ने, तुसीं साडा सिक्खी वालों ख्याल नहीं पलट सकदे, कदे बदल नहीं सकदे साडा सिक्खी वालों ख्याल। डरावे भी दिते गए, लालच दिते गए ते साहिबजादे गज के जिहड़ी गल कहंदे, कहंदे गड्डो पताल दे विच गड्डो, वड्डो टोकियां दे नाल वड्डो। ओ जुल्म दे अगे सीस साडा ना झुकिया ना झुकना खाना। तेरियां रंबियां शंबियां पासों भुखियां तेज कटारां पासों, गोबिंद सिंह दा लहू अणखीला ना मुकिया ना मुकना खाना। दुनिया दी कोई ताकत ना इस खून नूं मुका सकदी है ना झुका सकदी है। हुण लहू ਉਹ ਕਲਗੀਧਰ ਪਾਤਸ਼ਾਹ ਦਾ ਸਾਹਿਬਜ਼ਾਦਿਆਂ ਚ ਕਹਿੰਦੇ ਇਹਨੂੰ ਕੋਈ ਝੁਕਾ ਨਹੀਂ ਸਕਦਾ। ਤੇ ਅੱਜ ਲਹੂ ਸਾਡੇ ਅੰਦਰ ਅਗਰ ਜਿਨ੍ਹਾਂ ਦੇ ਹੈ ਤੇ ਫਿਰ ਚੇਤੇ ਰੱਖਿਓ, ਫਿਰ ਉਹਦਾ ਵੀ ਸੀਸ ਕੋਈ ਦੁਨੀਆ 'ਚ ਕਿਤੇ ਬੋਲੋ ਝੁਕਾ ਨਹੀਂ ਸਕਦਾ। ਥਾਂ ਥਾਂ ਤੇ ਝੁਕਣ ਵਾਲੇ ਦਾ ਮਤਲਬ ਕਲਗੀਧਰ ਪਾਤਸ਼ਾਹ ਦੇ ਅਸਲ ਵਿਰਸੇ ਤੋਂ ਕਿਤੇ ਨਾ ਕਿਤੇ ਭਟਕ ਰਹੇ ਨੇ। ਡਰਾਵੇ ਦਿੱਤੇ, ਲਾਲਚ ਅੱਗੇ ਨਾ ਝੁਕੇ। आखिरकार वजीर खान ने काजी वाल इशारा किया, इन्हां दे वास्ते कोई सज़ा दी जाए। की सज़ा है? वो कहता जिहड़े शीरखोर जिन्हां दे दुध दे दंद नहीं टुटे जां जिन्हां दे टुट गए, बच्चे ते बजुर्ग वास्ते इस्लाम च कोई सज़ा नहीं। पर इशारा करता जे इन्हां वास्ते सज़ा नहीं तो तेरे वास्ते तो सज़ा हो सकती है ना। जे बच्चिआं नूं सज़ा नहीं देगा, हुण राजनीति वेखो किवें धर्म नूं आड़ बना के वरतदी। पर उत्थे उन्हां कहा कि तुसीं सलाह दित्ती कि तुसीं आप क्यों ये काम करना, मलेरकोटले दे नवाब दे हवाले करो क्योंकि वह भरावां दा बदला लएगा। मलेरकोटले दे नवाब नूं गल आखी गई ते मलेरकोटले दा नवाब इक्को गल कहंदा, बदला ही लेना होगा तो ले लेंगे बाप से, खुदा महफूज रखे हमें ऐसे पाप से। उत्थे इक्को गल कही सी उन्हें
ਕਹਿੰਦੇ ਇੱਕ ਗੱਲ ਕਰਬਲਾ ਦੀ ਸਾਰੇ ਮੁਸਲਮਾਨ ਯਾਦ ਕਰਦੇ ਨੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਨਿਵਾਸੀਆਂ ਦੀ ਗੱਲ ਆਉਂਦੀ ਹੈ, ਹਸਨ ਤੇ ਹੁਸੈਨ ਦੀ। ਤੇ ਜੇ ਅੱਜ ਇੱਥੇ ਇਹਨਾਂ ਬੱਚਿਆਂ ਨੂੰ ਤੂੰ ਸ਼ਹੀਦ ਕਰਤਾ, ਖਤਮ ਕਰ ਦਿੱਤਾ ਨਾ, ਤੇ ਇਹ ਸਰਹੰਦ ਸਿੱਖਾਂ ਦੀ ਕਰਬਲਾ ਦੇ ਰੂਪ ਵਿੱਚ ਦੁਨੀਆ ਵਿੱਚ ਪ੍ਰਗਟ ਹੋਵੇਗਾ, ਤੇ ਇਹ ਹਸਨ ਤੇ ਹੁਸੈਨ ਦੇ ਰੂਪ ਵਿੱਚ ਫਿਰ ਉਹਨਾਂ ਦੀ ਸ਼ਹੀਦੀ ਬਣ ਜਾਏਗੀ। ਇਸ ਕਰਕੇ ਇਹੋ ਜਿਹਾ ਕੰਮ ਕਰਕੇ ਇਹ ਨਵਾਂ ਇਤਿਹਾਸ ਨਾ ਤੂੰ ਸਿਰਜ। ਉਹਨੇ ਵੰਗਾਰਿਆ ਸੀ, ਰੋਕਿਆ, ਹਾ ਦਾ ਨਾਰਾ ਵੀ ਲਾਇਆ, ਪਰ ਜ਼ਾਲਮ ਬੰਦਾ ਮਾਇਆ ਧਾਰੀ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਤੇ ਕਈ ਵਾਰ ਖੁਸ਼ਾਮਦ ਕਰਨ ਵਾਲੇ ਬੰਦੇ ਉਹਨੂੰ ਸੱਚ ਵੇਖਣ ਨਹੀਂ ਦਿੰਦੇ। ਸੁੱਚਾ ਆਨੰਦ ਇੱਕੋ ਗੱਲ ਬਾਰ-ਬਾਰ ਕਹਿੰਦਾ ਜੀ, ਇਹ ਸੱਪ ਦੇ ਬੱਚੇ। ਅੱਜ ਅਸੀਂ ਕਈ ਵਾਰ ਕਿਸੇ ਨੂੰ ਪੁੱਛਦੇ ਨੇ ਕਿੰਨੇ ਬੱਚੇ ਤੁਹਾਡੇ, ਆਪਾਂ ਕਹਿੰਦੇ ਇੰਨੇ ਭੁਜੰਗੀ। ਪਿੱਛੇ ਜੇ ਕਈਆਂ ਨੇ ਸ਼ੋਸ਼ਾ ਛੱਡ ਦਿੱਤਾ ਜੀ, ਇਹ ਭੁਜੰਗੀ ਸ਼ਬਦ ਤੇ ਸੱਪ ਦੇ ਬੱਚੇ ਨੂੰ ਕਿਹਾ ਜਾਂਦਾ ਹੈ। ਇਹ ਤੇ ਸਾਡੇ ਨਾਲ ਨਫ਼ਰਤ ਭਰ ਕੇ ਲੋਕਾਂ ਨੇ ਕਿਸੇ ਏਜੰਸੀ ਨੇ ਗੁੰਮਰਾਹ ਕਰਤਾ। ਸੀ ਬੜੀ ਛੇਤੀ ਕਈ ਏਜੰਸੀਆਂ ਦਾ ਨਾਂ ਪਾ ਦਿੰਦੇ, ਉਹਦੇ ਅਸਲੇ ਨੂੰ ਸਮਝਦੇ ਹੀ ਨਹੀਂ। ਗੱਲ ਇੰਨੀ ਸੀ, ਉਹ ਕਹਿੰਦਾ ਸੱਪ ਦੇ ਬੱਚੇ, ਸੱਪ ਦੇ ਬੱਚੇ ਕਹਿ ਕੇ ਸ਼ਹੀਦ ਕਰਾਇਆ ਸੀ। ਤੇ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ 'ਚ ਕਿਹਾ, ਚੇਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਟੇਚਾਰ, ਕਿ ਬਾਕੀ ਬੇਮਾਂ ਦਸਤ ਪੇਚੀਦੇ ਮਰ। ਕੀ ਹੋਇਆ ਜੇ 4 ਬੱਚੇ ਸ਼ਹੀਦ ਕਰਦੇ, ਬਾਕੀ ਕੁੰਡਲੀਧਰ ਖਾਲਸਾ ਭੁਜੰਗੀ, ਇਹਨੂੰ ਦੁਨੀਆ ਦੀ ਕੋਈ ਤਾਕਤ ਇਸ ਮੇਰੇ ਪਰਿਵਾਰ ਨੂੰ ਤੇ ਪੁੱਤਰਾਂ ਨੂੰ ਖਤਮ ਨਹੀਂ ਕਰ ਸਕਦੀ। ਐਲਾਨ ਕੀਤਾ ਸੀ ਮੇਰੇ ਪਾਤਸ਼ਾਹ ਮਹਾਰਾਜ ਨੇ। ਇਸ ਕਰਕੇ ਅੱਜ ਸਿੱਖ ਆਪਣੇ ਆਪ ਨੂੰ ਭੁਜੰਗੀ ਕਹਿੰਦਾ। ਉਹ ਪੁੱਛਦਾ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਬੱਚਿਓ ਕੀ ਕਰੋਗੇ? ਕਹਿੰਦਾ ਪਹਿਲੀ ਗੱਲ ਤੇ ਤੁਸੀਂ ਛੱਡਣਾ ਨਹੀਂ। ਉੱਥੇ ਡਰਾਵੇ ਦਾਲਚ ਦਿੰਦੇ ਆ, ਕਹਿੰਦੇ ਜੇ ਛੱਡ ਦਿੱਤਾ ਜਾਵੇ ਫਿਰ ਕੀ ਕਰੋਗੇ? ਕਹਿੰਦੇ ਪਹਿਲੀ ਗੱਲ ਛੱਡਣਾ ਨਹੀਂ, ਤੇ ਜੇ ਛੱਡ ਦਵੋਗੇ ਤੇ ਅਸੀਂ ਜੰਗਲਾਂ 'ਚ ਜਾਵਾਂਗੇ, ਸਿੱਖਾਂ ਨੂੰ ਜੋੜ ਕੇ ਇਕੱਠੇ ਕਰਾਂਗੇ, ਸ਼ਸਤਰ ਇਕੱਠੇ ਕਰਾਂਗੇ, ਫੌਜਾਂ ਤਿਆਰ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਲੜਾਂਗੇ। ਕਹਿੰਦੇ ਜੇ ਫੇਰ ਪਕੜੇ ਗਏ ਤੇ ਫੇਰ ਕੀ ਕਰੋਗੇ? ਕਹਿੰਦੇ ਅਸੀਂ ਉਹਨਾਂ ਚਿਰ ਤੱਕ ਲੜਦੇ ਰਹਾਂਗੇ ਜਿੰਨੇ ਚਿਰ ਤੱਕ ਜ਼ੁਲਮ ਦੀ ਰਾਜ ਨਹੀਂ ਪੁੱਟੀ ਜਾਂਦੀ ਜਾਂ ਸਾਡੇ ਸਰੀਰ 'ਚੋਂ ਅਖੀਰਲੇ ਸਵਾਸ ਨਹੀਂ ਨਿਕਲ ਜਾਂਦੇ। ਇਹ ਸ਼ਬਦ ਬੋਲਦਿਆਂ ਕਚਹਿਰੀ ਸਾਰੀ ਬੋਲਦੀ ਹੈ, ਬਾਗੀ ਬਾਗੀ ਬਾਗੀ, ਇਹ ਆਵਾਜ਼ ਆਉਂਦੀ ਹੈ। ਤੇ ਬਾਗੀਆਂ ਦੇ ਵਾਸਤੇ ਉੱਥੇ ਫਤਵਾ ਜਿਹੜਾ ਸੀ ਉੱਥੇ ਕਾਜੀ ਦੇ ਵੱਲੋਂ ਜਾਰੀ ਕਰਾਇਆ ਜਾਂਦਾ, ਫਿਰ ਬਾਗੀਆਂ ਨੂੰ ਤੇ ਫਤਵਾ ਦਿੱਤਾ ਜਾ ਸਕਦਾ। ਇਹ 12 ਪੋਹ ਦੀ ਗੱਲ ਫਤਵਾ ਦਿੱਤਾ ਗਿਆ ਤੇ ਉਹਨੇ ਇੱਕੋ ਗੱਲ ਕਹੀ ਕਿ ਇਹ ਬਾਗੀ ਨੇ ਤੇ ਬਾਗੀ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਜਿਹੜਾ ਹੈ ਇਹ ਸ਼ਹੀਦ ਕੀਤਾ ਜਾਵੇ। ਐਲਾਨ ਉਹਨੇ ਇਸੇ ਤਰੀਕੇ ਦੇ ਨਾਲ ਕੀਤਾ ਹੈ। ਪੁਰਾਣੀਆਂ ਸਾਰੀਆਂ ਲਿਖਤਾਂ ਇਸੇ ਰੂਪ ਦੇ ਵਿੱਚ ਕਹਿੰਦੀਆਂ, ਪਰ ਜਿਹੜਾ ਗੁਰੂ ਸਾਹਿਬ ਦੇ ਜਫਰਨਾਮੇ ਦਾ ਪੱਖ ਹੈ ਤੇ ਫਿਰ ਬਾਕੀ ਲਿਖਤਾਂ ਨੇ ਵੀ ਇਹ ਪੱਖ ਜਿਹੜੇ ਦੋਵੇਂ ਉਜਾਗਰ ਕੀਤੇ ਨੇ, ਤੇ ਦੋਵਾਂ ਨੂੰ ਥੋੜਾ ਜਿਹਾ ਮੈਂ ਕਹਿ ਕੇ ਫਿਰ ਅੱਗੇ ਚੱਲਣਾ। ਸਾਹਿਬਜ਼ਾਦਿਆਂ ਨੇ ਉੱਥੇ ਜਦੋਂ ਲਾਲਚ ਦਿੱਤੇ, ਡਰਾਵੇ ਦਿੱਤੇ, ਉਹਨਾਂ ਨੇ ਕਿਹਾ ਤੁਹਾਨੂੰ ਮਾਰ ਦਿੱਤਾ ਜਾਏਗਾ, ਚੁੱਪ ਕਰਕੇ ਦੀਨੇ ਇਸਲਾਮ ਕਬੂਲ ਕਰ ਲਵੋ। ਉਹਨਾਂ ਇੱਕੋ ਗੱਲ ਕਹੀ ਸੀ, ਕਹਿੰਦੇ ਜਿਹੜੇ ਇਸਲਾਮ ਦੀ ਗੱਲ ਕਰਦੇ ਹੋ ਔਰੰਗਜ਼ੇਬ ਨੇ ਵੀ ਧਾਰਨ ਕੀਤਾ, ਪਰ ਉਹ ਔਰੰਗਜ਼ੇਬ ਇਸਲਾਮ ਦਾ ਧਾਰਨੀ ਹੋ ਕਰਕੇ ਆਪਣੇ ਪਿਓ ਨੂੰ ਕੈਦਖਾਨੇ ਵਿੱਚ ਪਾਉਂਦਾ ਹੈ, ਪਿਆਸਾ ਤੜਫਦਾ ਵੇਖ ਕੇ ਖੁਸ਼ ਹੁੰਦਾ ਹੈ। ਉਹ ਔਰੰਗਜ਼ੇਬ ਵੀ ਇਸਲਾਮ ਦਾ ਧਾਰਨੀ ਹੈ ਜਿਹੜੇ ਆਪਣੇ ਭਰਾਵਾਂ ਤੇ ਪੁੱਤਰਾਂ ਦਾ ਕਤਲ ਕਰਦਾ ਹੈ। ਜੇ ਇਹੋ ਜਿਹਾ ਬਣਨਾ ਹੈ ਤੇ ਫਿਰ ਅਸੀਂ ਕਦੀ ਵੀ ਕੁਰਬਾਨ ਕਰਨ ਵਾਸਤੇ ਤਿਆਰ ਨਹੀਂ, ਤੇ ਤੋਹੀਨ ਨਹੀਂ। ਉਹ ਕਹਿੰਦੇ ਜੇ ਤੁਹਾਨੂੰ ਮਾਰ ਦਿੱਤਾ ਜਾਏਗਾ ਤੇ ਕਹਿੰਦੇ ਕਿ ਮੁਸਲਮਾਨ ਬਣਿਆ ਮੌਤ ਨਹੀਂ ਆਉਂਦੀ। ਆ ਲੰਮੇ ਲੰਮੇ ਕਬਰਸਤਾਨ ਤੇ ਕਬਰਸਤਾਨ 'ਚ ਲਾਸ਼ਾਂ ਦੱਬੀਆਂ ਹੋਈਆਂ, ਇਹ ਕਿਸ ਗੱਲ ਦੀ ਗਵਾਹੀ ਭਰਦੇ ਨੇ ਕਿ ਮੁਸਲਮਾਨ ਕਦੀ ਮਰਦਾ ਨਹੀਂ, ਤੇ ਜੇ ਮੁਸਲਮਾਨ ਬਣਿਆ ਵੀ ਮੌਤ ਆਉਣੀ ਹੈ ਤੇ ਫਿਰ ਕਿਉਂ ਨਾ ਅਸੀਂ ਆਪਣੇ ਧਰਮ ਤੇ ਅਕੀਦੇ ਤੇ ਪਹਿਰਾ ਦਿੰਦਿਆਂ ਹੋਇਆਂ ਆਪਣਾ ਆਪ ਕੁਰਬਾਨ ਕਰ ਦਈਏ। ਜਦੋਂ ਇਹ ਗੱਲ ਕਹੀ, ਉਹ ਕਹਿੰਦੇ ਛੋਟੀ ਜੀ ਉਮਰ ਹੈ ਤੁਹਾਡੀ, ਐਵੇਂ ਜਾਨ ਅਜਾਈ ਗਵਾਉਂਦੇ। ਉਹਨਾਂ ਨੇ ਇੱਕੋ ਗੱਲ ਕਹੀ ਸੀ, 7 ਸਾਲ और जी के भी मरना जरूर था, सर कौम से बचाना ये गैरत से दूर था। ਅਸਲ ਦੇ ਵਿੱਚ ਲੰਮੀ ਉਮਰ ਦੀ ਸਿੱਖ ਨੇ ਕਦੀ ਕਾਮਨਾ ਨਹੀਂ ਕੀਤੀ, ਜਿੰਨੇ ਸਵਾਸ ਮਿਲੇ ਨੇ ਉਹਨੂੰ ਸਫਲ ਕਰਨ ਦੀ ਕਾਮਨਾ ਕੀਤੀ। ਸਾਹਿਬਜ਼ਾਦਿਆਂ ਨੂੰ ਜਿੱਥੇ ਇਸ ਤਰੀਕੇ ਦੇ ਤਸੀਹੇ, ਇੱਥੇ ਕਈਆਂ ਨੇ 12 ਪੋਹ ਦਾ ਹੀ ਜ਼ਿਕਰ ਕੀਤਾ ਹੈ ਕਿ ਸਰਹੰਦ ਦੇ ਵਿੱਚ ਇੱਥੇ ਦੀਵਾਰ 'ਚ ਚਿਣਿਆ ਗਿਆ ਤੇ ਬੇਹੋਸ਼ ਹੋ ਗਏ ਤੇ ਫਿਰ ਉਹਨਾਂ ਨੂੰ ਮਾਤਾ ਕੋ ਭੇਜਿਆ ਗਿਆ। ਪਰ ਬਹੁਤੇ ਕਹਿੰਦੇ ਨਹੀਂ, 13 ਪੋਹ ਵਾਲਾ ਦਿਨ ਸੀਗਾ। ਮਾਤਾ ਜੀ ਦੇ ਕੋਲ ਰਾਤ ਰੁਕੇ ਨੇ, ਮਾਤਾ ਨੇ ਘੁੱਟ ਕੇ ਸੀਨੇ ਲਾਇਆ, ਬੱਚਿਓ ਵੇਖਿਓ ਜੇ ਕਿਤੇ ਮੌਤ ਤੋਂ ਘਬਰਾ ਨਾ ਜਾਇਓ, ਮੌਤ ਤੋਂ ਡਰਿਓ ਨਾ। 3 ਤਰੀਕੇ ਦੀ ਮੌਤ ਦੀ ਵਿਆਖਿਆ ਵੀ ਮਾਤਾ ਜੀ ਨੇ ਸਮਝਾਈ, ਬੱਚਿਆਂ ਨੂੰ ਦ੍ਰਿੜ ਕੀਤਾ। ਸਾਹਿਬਜ਼ਾਦਿਆਂ ਨੂੰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਪਿਤਾ ਜੀ ਦੀ ਕੁਰਬਾਨੀਆਂ ਭਰਿਆ ਇਤਿਹਾਸ ਤੇ ਬਾਣੀ ਦੇ ਨਾਲ ਜੋੜਿਆ। ਤੇ ਜਦੋਂ ਅੱਜ 13 ਪੋਹ ਨੂੰ ਚੱਲੇ ਨੇ ਨਾ, ਸੋਹਣ ਸਿੰਘ ਸ਼ੀਤਲ ਨੇ ਜਿਹੜੀ ਗੱਲ ਲਿਖੀ ਸੀ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ। ਜੇ ਚੱਲਣ ਤੋਂ ਪਹਿਲਾਂ ਇੱਕ ਚੀਜ਼ ਦਾ ਜ਼ਿਕਰ ਅੱਲਾ ਯਾਰ ਖਾਂ ਜੋਗੀ ਨੇ ਜ਼ਰੂਰ ਕੀਤਾ ਹੈ ਕਿ ਜਾਣੇ ਸੇ ਪਹਿਲੇ गले से लगा तो लूं, केसों को कंघी करूं, मुंह को धुला तो लूं। ये खास जिक्र है, केसां दा सत्कार करना भी सिखाया, कंघा करना सिखाया। कि दादी मां ਉਹ ਠੰਡੇ ਬੁਰਜ 'ਚ ਸ਼ਹੀਦੀ ਵਾਲੇ ਦਿਨ ਵੀ ਬੱਚਿਆਂ ਦੇ ਕੇਸਾਂ ਵਿੱਚ ਕੰਘਾ ਫੇਰਨਾ ਦਾਦੀ ਮਾਂ ਕਦੇ ਭੁੱਲੀ ਨਹੀਂ ਸੀਗੀ।
नन्हे से सरों पे कलगी सजा तो लो, जाने से पहले पाओ, मरने से पहले दूल्हा बना तो लो। तुर पे दोवें लाडले जद फतेह बुला के, वार आखरी मां दे चरनी हथ ला के, बूहे विचों परत के बोले मुस्का के, मां उडीकांगे असीं सचखंड विच जाके, पर ना आउणा तुसां ने बहुता चिर ला के, किते थक ना जाइए अम्मीए असीं औंसियां पा के। औंसियां बारे वो जानते ने, जदों टैलीफोन नहीं सी ते चिट्ठियां भी दूरों दूरों आउंदियां सी, ते मां प्यो ने बाहर जाना ते बच्चियां ने काला कोला लैके ना लकीरां मार मार के कट्ठियां लकीरां पा लणियां, मुड़ के कहना आउणा नहीं आउणा, आउणा नहीं आउणा। ते जिहड़ी अखीरली अखीर ते जे आ जाना हत्थ कि आउणा, इहदा मतलब आस बच जांदी कि अज अपने मां प्यो परिवार ने आ जाना है। ते जे अखीरली लकीर ते आ जाना हत्थ कि नहीं आउणा, ते पता सी ਇਹ औंसियां पाउण दा एक तरीका सी मन नूं हौसला देण दा। कहंदे किते थक ना जाइए अम्मीए असीं औंसियां पा के, साडा जी नहीं लगना, मां छेती आउणा। तेरे बाजो अम्मीए तेरे बाजो लोरियां दे किन्ने सवाउणा। ਇਹ मां चेती ਇਹ चेते रखियो ਜਿਹੜੇ भावना ਦੇ ਵਿੱਚ बोल बोलदे ने गुरु के लाल। तेरे बाजों लोरियां दे किन्ने सवाउणा, मां तेरे बाजों सचखंड नहीं पाउणा। ते जदों चले ने सीस झुका के, ते माता ने घुट के सीने नाल ला के एक गल कही सी, चलो मेरे हीरिओ मैं मगरे आवां। कि तुसीं चले हो ते चेते रखियो, पुत्तां बाजों जिउंदियां कद सुणियां मावां। पुत्तां दुआले रामकार मावां दियां बावां, जिधर उड़दे हंस उधर जांदियां छावां। वे लोको तोर घरां दियां रौणकां, सचखंड वसावां। हुण जदों चले ਇੱਥੇ 13 ਪੋਹ ਨੂੰ ਇਤਿਹਾਸਕਾਰ ਕਹਿੰਦੇ ਕਈਆਂ ਨੇ 12 ਦਾ ਜ਼ਿਕਰ ਵੀ ਕੀਤਾ, ਪਰ ਜਦੋਂ ਹੁਣ ਇੱਧਰ ਜਲਾਦ ਪਹਿਲਾਂ ਨਹੀਂ ਸੀ ਲੱਭੇ, ਇਸ ਕਰਕੇ ਕਹਿੰਦੇ 12 ਪੋਹ ਵਾਲਾ ਦਿਨ ਕੈਂਸਲ ਕਰਕੇ ਅਗਲੇ ਤੇ ਪਾਇਆ, ਕਿਉਂਕਿ ਜਲਾਦ ਕਿਹੜਾ ਉਹਨਾਂ ਨੂੰ ਸ਼ਹੀਦ ਕਰੇ, ਕੋਈ ਹੱਥ ਪਾਉਣ ਨੂੰ ਤਿਆਰ ਨਹੀਂ। ਆਖਰ ਸ਼ਾਸਲ ਬੇਗ ਬਾਸ਼ਲ ਬੇਗ ਉਹਨਾਂ ਦੇ ਮੁਕੱਦਮੇ ਜਿਹੜੇ ਚੱਲ ਰਹੇ ਸੀ, ਉਹਨਾਂ ਨੂੰ ਕਿਹਾ ਮੁਕੱਦਮੇ ਤੋਂ ਬਰੀ ਕਰ ਦਾਂਗੇ, ਤੁਸੀਂ ਇਹਨਾਂ ਬੱਚਿਆਂ ਨੂੰ ਸ਼ਹੀਦ ਕਰਨਾ ਹੈ, ਨੀਹਾਂ ਦੇ ਵਿੱਚ ਚਿਣਨਾ ਹੈ। ਕਹਿੰਦੇ ਬੱਚਿਆਂ ਨੂੰ ਜਦੋਂ ਪਕੜ ਕੇ ਸਾਹਮਣੇ ਕੀਤਾ ਗਿਆ, ਜਲਾਦਾਂ ਨੇ ਪਕੜਿਆ। ਇਸ ਤੋਂ ਪਹਿਲਾਂ ਡਰਾਵੇ ਵੀ ਦਿੱਤੇ ਗਏ। ਦੁਨਾ ਸਿੰਘ ਹਡੂਰੀਆਂ ਨੇ ਕਿਹਾ, ਕਹਿੰਦੇ ਪਿੱਪਲ ਨਾਲ ਬੰਨ ਕੇ ਗੁਲੇਲੇ ਵੀ ਮਾਰੇ ਗਏ। ਖਮਚੀ ਜਿਹੜੀ ਇੱਕ ਤੂਤ ਦੀ ਸ਼ਮਕ ਹੈ, ਪੁਰਾਣੇ ਸਮੇਂ 'ਚ ਮਾਸਟਰ ਸਕੂਲ 'ਚ ਬੱਚਿਆਂ ਨੂੰ ਡਰਾਉਣ ਵਾਸਤੇ ਪਤਲੀ ਸ਼ਮਕ ਵਰਤਦੇ ਸੀ, ਮਾਰਦੇ ਸੀ, ਲਾਸ਼ਾਂ ਪੈ ਜਾਂਦੀਆਂ ਸੀ, ਕਹਿੰਦੇ ਉਹ ਵੀ ਮਾਰੀ ਗਈ। ਪਰ ਉਹ ਗੁਰੂ ਕੇ ਲਾਲ ਹਰ ਤਸੀਹੇ, ਖੂਨ ਵੀ ਸਰੀਰ 'ਚੋਂ ਸਿਮਦਾ ਹੈ, ਲਾਸ਼ਾਂ ਸਰੀਰ ਤੇ ਪਈਆਂ ਹੋਈਆਂ ਨੇ, ਟੋਡਰੀਆਂ ਨੱਕ ਦੀਆਂ ਲਾਲ ਨੇ, ਬੁੱਲ ਨੀਲੇ ਹੋ ਚੁੱਕੇ ਨੇ। ਠੰਡ 'ਚ ਤੇ ਵੈਸੇ ਕਿਤੇ ਮਾੜਾ ਜਿਹਾ ਹੱਥ ਵੱਜ ਜੇ ਤੇ ਪੀੜ ਬੜੀ ਹੁੰਦੀ ਹੈ, ਪਰ ਉਹ ਹਰ ਤਕਲੀਫ ਤੇ ਕਿੱਡੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦੇ ਸਾਹਮਣੇ, ਜ਼ਾਲਮਾਂ ਦੇ ਸਾਹਮਣੇ ਝੁਕਣ ਦੀ ਥਾਂ ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾਉਂਦੇ ਆ। ਜਲਾਦ ਅੱਗੇ ਵੜ ਕੇ ਪਕੜਨ ਲੱਗੇ ਤੇ ਝੜਕ ਕੇ ਹੱਥ ਪਾਸੇ ਕਰ ਦਿੱਤਾ ਕਿ ਸਾਨੂੰ ਪਕੜਨਾ ਨਹੀਂ, ਹੱਥ ਨਹੀਂ ਲਾਉਣਾ, ਅਸੀਂ ਖੁਦ ਜਾ ਕਰਕੇ ਨੀਹਾਂ 'ਚ ਖੜੇ ਹੋਵਾਂਗੇ। ਨੀਹਾਂ ਵਾਲੇ ਥਾਂ ਤੇ ਇੱਕ ਦੂਜੇ ਦੇ ਹੱਥ ਪਕੜ ਕਰਕੇ ਸਾਹਿਬਜ਼ਾਦੇ ਉੱਥੇ ਖਲੋਂਦੇ ਆ। ਕਵੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਜਦੋਂ ਉਹਨਾਂ ਨੇ ਨੀਹਾਂ ਚਿਣਨੀਆਂ ਸ਼ੁਰੂ ਕਰ ਦਿੱਤੀਆਂ, ਇਸ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਜਿਹੜਾ ਨੂਰੇ ਨੂੰ ਪੁੱਛਿਆ, ਤੂੰ ਰੂਬਰੂ ਸੇ ਉੱਥੇ ਕਿ ਜਿਹੜੀ ਚੀਜ਼ ਤੂੰ ਉੱਥੇ ਵੇਖੀ ਹੈ ਸੱਚ ਸੱਚ ਦੱਸੀ, ਕੋਈ ਗੱਲ ਨਾ ਲੁਕਾਈ, ਕਿ ਜੋ ਕੁਝ ਤੂੰ ਦੇਖਿਆ ਤੂੰ ਸੱਚ ਸੱਚ ਦੱਸਣਾ ਕਰੀ। ਕਿ ਜਦੋਂ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀ ਕਿ ਤੇਸੀ ਨਾਲ ਸੱਟ ਜਦ ਵੱਜੀ ਸੀ ਕਰਾਰੀ, ਮੇਰੇ ਲਾਲਾ ਨੇ ਉੱਚੀ ਕੋਈ ਚੀਕ ਤੇ ਨਾ ਮਾਰੀ, ਕੋਈ ਹਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਕੋਈ ਸਾਹ ਤੇ ਨਾ ਕੱਢੀ। ਇਹ ਸਵਾਲ ਕੀਤਾ ਸੀ ਪ੍ਰਕਾਸ਼ ਸ਼ਿਮਲਵੀ ਦੇ ਬੋਲ ਨੇ, ਨੂਰੇ ਮਾਹੀ ਨੇ, ਜਦੋਂ ਜਦ ਦੱਸਿਆ ਸੀਗਾ ਕਿ ਜਿੱਦਾਂ ਨੀਹਾਂ 'ਚ ਚਿਣਿਆ ਗਿਆ, ਕਹਿੰਦੇ ਟੇਸੀ ਵੱਜੀ, ਟੇਸੀ ਕਿਉਂ ਮਾਰੀ ਗੋਡੇ ਤੇ? ਬਾਬਾ ਫਤਿਹ ਸਿੰਘ ਦੇ ਗੋਡੇ ਤੱਕ ਜਦੋਂ ਦੀਵਾਰ ਆਈ ਹੈ ਨਾ, ਤੇ ਉਹ ਗੋਡੇ ਦੇ ਲਾਗੇ ਆਉਂਦਿਆਂ ਜਿਹੜੀ ਗੋਡਾ ਨਾਲ ਹੋਣ ਕਰਕੇ ਉਹ ਦੀਵਾਰ ਟੇਢੀ ਕਰਨੀ ਪੈਣੀ ਸੀ, ਪਰ ਕਹਿੰਦੇ ਉਸ ਵਕਤ ਬਾਬਾ ਫਤਿਹ ਸਿੰਘ ਦੇ ਗੋਡੇ ਤੋਂ ਹਟਾਉਣ ਦੀ ਥਾਂ ਵਜ਼ੀਰ ਖਾਨ ਦੇ ਇਸ਼ਾਰੇ ਤੇ ਉਹਨਾਂ ਨੇ ਜ਼ੋਰ ਦੀ ਕਹਿੰਦੇ ਕਿ ਗੋਡਾ ਛਾਂਗ ਦੋ ਪਰ ਦੀਵਾਰ ਟੇਢੀ ਨਹੀਂ ਹੋਣੀ ਚਾਹੀਦੀ। ਗੋਡੇ ਤੇ ਟੇਸੀ ਜ਼ੋਰ ਦੀ ਮਾਰੀ, ਚੱਪਣੀ ਤੇ ਮਾਰੀ, ਪਰ ਉੱਥੇ ਸਾਹਿਬਜ਼ਾਦਾ ਧੰਨ ਗੁਰੂ ਕੇ ਲਾਲ, ਧੰਨ ਬਾਬਾ ਫਤਿਹ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾਤਾਰ ਬਾਣੀ ਪੜ੍ਹਦੇ ਜਾ ਰਹੇ ਨੇ। ਇੱਥੇ ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਨੇ, ਉੱਥੇ ਦਾਦੀ ਮਾਤਾ ਗੁਜਰ ਕੌਰ ਠੰਡੇ ਬੁਰਜ ਤੋਂ ਬੱਚਿਆਂ ਨੂੰ ਦ੍ਰਿੜ ਕਰਾ ਰਹੀ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਮੇਰਾ ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ।
ਉੱਥੇ ਉਹ ਦਾਦੀ ਮਾਂ ਦ੍ਰਿੜ ਕਰਾ ਰਹੀ ਹੈ, ਬੱਚੇ ਨਾਲ ਨਾਲ ਇਹ ਵੀ ਪੜ ਰਹੇ ਨੇ ਸੁਰਤ ਜੋੜ ਕਰਕੇ ਤੇ ਨਾਲ ਪੜ ਰਹੇ ਨੇ ਕੇਤਿਆਂ ਦੁਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ। ਇਹ ਭਾਣੇ ਤੇ ਰਜਾ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਦੀ ਦਾਤ ਗੁਰਬਾਣੀ ਚੋਂ ਮਿਲਦੀ ਹੈ। ਤੇ ਯੋਗੀ ਅੱਲਾ ਯਾਰਖਾ ਕਹਿੰਦਾ ਹੈ ਕਿ ਠੋਡੀ ਤੱਕ ਈਂਟੇ ਚਿੰਨਦੀ ਗਈ, ਠੋਡੀ ਤੱਕ ਆ ਗਈ, ਠੋਡੀ ਤੱਕ ਈਂਟੇ ਚਿੰਨਦੀ ਗਈ, मुंह को छुपा गई, फिर मुंह तक आ गई, बीनी को ढांपते ही, बीनी कहंदे नक नूं, कहंदे फिर अखां जिहड़ियां सी कवर हो गईयां, कहंदे बीनी को ढांपते ही आंखों पे छा गई, अखां भी जिहड़ियां सी ये सारियां दियां सारियां उन्हां लुका दित्तियां, बीनी नक नूं ढक्या ते नाल नाल अखां भी ढक्कीਆਂ गईयां। ਕਹਿੰਦੇ ਹਰ ਚਾਂਦ ਸੀ ਜਬੀ ਕੋ ਗ੍ਰਹਿਣ ਲਗਾ ਗਈ, ਅੱਖਾਂ ਢੱਕਣ ਤੋਂ ਬਾਅਦ ਹੁਣ ਮੱਥਾ ਸੀ, ਮੱਥੇ ਨੂੰ ਕਿਹਾ ਹਰ ਚਾਂਦ ਸੀ ਜਬੀ, ਜਬੀ ਦਾ ਭਾਵ ਮੱਥਾ, ਚੰਦ ਵਰਗਾ ਚਮਕਦਾ ਮੱਥਾ ਸਾਹਿਬਜ਼ਾਦਿਆਂ ਦਾ, ਹਰ ਚਾਂਦ ਸੀ ਜਬੀ ਕੋ ਮਾਨੋ ਗ੍ਰਹਿਣ ਲਗਾ ਗਈ, ਭਾਵ ਕਿ ਜਦੋਂ ਢੱਕ ਦਿੱਤਾ ਗਿਆ ਪੂਰੀ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਦਾ ਸਰੀਰ ਢੱਕਿਆ ਗਿਆ, ਹੁਣ ਨੀਹਾਂ ਚਿਣ ਦਿੱਤੀਆਂ ਗਈਆਂ, ਦੀਵਾਰ ਦੇ ਵਿੱਚ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਉੱਥੇ ਸਾਹਿਬਜ਼ਾਦਿਆਂ ਦੀ ਇਹ ਆਵਾਜ਼ ਆ ਰਹੀ ਸੀ, ਸੱਚ ਕੋ ਮਿਟਾਓਗੇ तो मिटोगे जहान से, डरता नहीं अकाल किसी शहनशाह की शान से, उपदेश अपना सुन लो जरा दिल के कान से, कह रहे हैं हम तुमको खुदा की जबान से। कि जेड़ा सच नूं मिटाउण वालिओ, ये बाबा फरीद जी एक गल कह करके गए ने कि जिस आसन हम बैसे केते बैस गया कि ये आसना ते किसी ने सदा नहीं रहना, सच नूं मिटाउण वाले दुनिया च उन्हां दा नामो निशान नहीं रहना। इत्थे चिणदियां होइयां कुछ सवाल भी कीते सी, बच्चिओ अपनी जान बचा लवो, ਤੁਹਾਡੇ ਤੇ ਸਰੀਰ ਦੇ ਜਿਹੜੇ ਮਾਸ ਦੇ ਟੁਕੜੇ ਟੁਕੜੇ ਇਹੋ ਜਿਹੇ ਹੋ ਜਾਣੇ ਐ, ਲਾਸ਼ਾਂ ਨੂੰ ਵੀ ਜਦੋਂ ਪੰਛੀ ਤੋੜ ਤੋੜ ਕੇ ਲੈ ਕੇ ਜਾਣਗੇ ਮਾਸ ਦੇ ਟੁਕੜੇ ਵੀ ਕਿਸੇ ਨੂੰ ਨਹੀਂ ਲੱਭਣੇ, ਇਹ ਮਾਸ ਵੀ ਤੋੜ ਤੋੜ ਕੇ ਪੰਛੀ ਲੈ ਕਰਕੇ ਜਾਣਗੇ ਤੇ ਤੁਹਾਡੇ ਮਾਸ ਦੇ ਟੁਕੜੇ ਕਿਸੇ ਨੂੰ ਨਹੀਂ ਲੱਭਣੇ। ਤੇ ਸਾਹਿਬਜ਼ਾਦੇ ਨੇ ਉੱਥੇ ਇੱਕ ਗੱਲ ਕਹੀ ਸੀ, ਵਜ਼ੀਰ ਖਾਨ ਤੂੰ ਸਾਨੂੰ ਡਰਾਵੇ ਦੇਣਾ ਹੈ, ਇਹ ਜਿਹੜੇ ਮਾਸ ਦੇ ਟੁਕੜੇ ਤੋੜ ਕੇ ਸਾਡੇ ਸਰੀਰ ਚੋਂ ਅਸਮਾਨ ਵਿੱਚ ਇੱਲਾਂ ਤੇ ਪੰਛੀ ਜਿੰਨਾ ਅਸਮਾਨ ਚ ਉੱਚਾ ਜਾਣਗੇ, ਚੇਤੇ ਰੱਖੀ ਉਸੇ ਥਾਂ ਤੱਕ ਉੱਚੇ ਅਸਮਾਨ ਚ ਸਾਡੇ ਨਿਸ਼ਾਨ ਸਾਹਿਬ ਕਦੀ ਝੁੱਲਣਗੇ। ਇਹ ਨਿਸ਼ਾਨ ਸਾਹਿਬ ਸਾਡੇ ਓਡੇ ਉੱਚੇ ਝੁੱਲਣਗੇ ਉਹਨਾਂ ਥਾਵਾਂ ਤੇ। ਅੱਜ ਉਹਨਾਂ ਨਿਸ਼ਾਨ ਸਾਹਿਬਾਂ ਨੂੰ ਜਾ ਕੇ ਜਦੋਂ ਅਸੀਂ ਨਤਮਸਤਕ ਹੁੰਨੇ ਆ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਚਿਣਿਆ ਗਿਆ, ਉਹਨਾਂ ਨੇ ਇੱਕ ਗੱਲ ਕਹੀ ਸੀ, ਹਮ ਜਾਨ ਦੇ ਕੇ ਆਪਣੀ ਔरों की जान बचा चले, सिक्खी की नींव हम सरों पे उठा चले, गद्दी से तख्त बसब कौम पाएगी, दुनिया से जालमों का निशान तक मिटाएगी। जोगी जी इसके बाद हुई थोड़ी देर थी, बस्ती सरहंद शहर ईंटों का ढेर थी, पर नीहां विच ਜਦੋਂ ਚੁਣਿਆ ਗਿਆ ਨਾ, ਹੁਣ ਦਬਾਅ ਐਡਾ ਸੀ, ਸਾਹ ਰੁਕਿਆ, ਰੁਕਣ ਕਰਕੇ ਬੇਹੋਸ਼ੀ ਆਈ, ਅਜੇ ਨਵੀਂ ਦੀਵਾਰ ਸੀ, ਭਾਰ ਨਾ ਝੱਲ ਸਕੀ ਤੇ ਇੱਕੋ ਦਮ ਦੀਵਾਰ ਜਿਹੜੀ ਸੀ ਸਾਹਿਬਜ਼ਾਦਿਆਂ ਦੇ ਭਾਰ ਸਮੇਤ ਜ਼ਮੀਨ ਤੇ ਡਿੱਗ ਪਈ। ਹੁਣ ਭਾਰ ਸਮੇਤ ਸਾਹਿਬਜ਼ਾਦੇ ਡਿੱਗੇ ਨੇ ਜ਼ਮੀਨ ਤੇ, ਕਹਿੰਦੇ ਦੀਵਾਰ ਵੀ ਢੇਰੀ ਹੋਈ। ਸਾਹਿਬਜ਼ਾਦਿਆਂ ਨੂੰ ਹੁਣ ਵੇਖਿਆ ਨਬਜ ਪਕੜ ਕਰਕੇ ਜਲਾਦ ਨੇ ਕਿ ਅਜੇ ਨਬਜ ਚੱਲਦੀ ਹੈ। ਉੱਥੇ ਫਿਰ ਵਜ਼ੀਰ ਖਾਨ ਨੇ ਇਸ਼ਾਰਾ ਕੀਤਾ ਹੱਥ ਦੇ ਨਾਲ ਕਿ ਇਹਨਾਂ ਨੂੰ ਹੁਣ ਕੋਹ ਕੇ ਕਤਲ ਕਰ ਦਿੱਤਾ ਜਾਵੇ, ਸ਼ਹੀਦ ਕਰ ਦਿੱਤਾ ਜਾਵੇ। ਉੱਥੇ ਸਾਹਿਬਜ਼ਾਦਿਆਂ ਦੇ ਸੀਨੇ ਦੇ ਉੱਪਰ ਗੋਡਾ ਰੱਖ ਕਰਕੇ ਇਹਨਾਂ ਜ਼ਲਾਦਾਂ ਨੇ ਵਾਰੀ ਵਾਰੀ ਫਿਰ ਸ਼ਾਸਲ ਬੇਗ ਤੇ ਬਾਸ਼ਲ ਬੇਗ ਨੇ, ਸਾਹਿਬਜ਼ਾਦੇ ਦੋ ਪੱਖ ਨੇ ਨਾ, ਪਹਿਲਾਂ ਨੀਹਾਂ ਵਿੱਚ ਵੀ ਚਿਣਿਆ ਗਿਆ, ਪਰ ਜਦੋਂ ਨੀਹਾਂ ਵਿੱਚ ਚਿਣ ਕੇ ਬੇਹੋਸ਼ ਹੋ ਕੇ ਡਿੱਗਦੇ ਨੇ ਤੇ ਉੱਥੇ ਸਾਰਾ, ਕਈਆਂ ਨੇ 12 ਪੋਹ ਦਾ ਜ਼ਿਕਰ ਕੀਤਾ ਹੈ, ਪਹਿਲਾਂ ਇਤਿਹਾਸਕਾਰ ਇਹ ਵੀ ਪੱਖ ਰੱਖਦੇ ਸੀ। ਖੈਰ ਇਹ ਇਤਿਹਾਸਕ ਤੌਰ ਤੇ ਬੜੇ ਐਸੇ ਪੱਖ ਨੇ, ਕੌਮ ਨੇ ਕੁਰਬਾਨੀਆਂ ਬੜੀਆਂ ਦਿੱਤੀਆਂ ਨੇ, ਪਰ ਆਪਣੇ ਇਤਿਹਾਸ ਦੀਆਂ ਕਈ ਚੀਜ਼ਾਂ ਸਾਂਭਣ ਵਾਲੇ ਪਾਸੇ ਤੋਂ ਅਸੀਂ ਵੇਸ ਲੈ ਰਹੇ ਹਾਂ। ਉਸ ਪਾਸੇ ਸਾਡੀ ਨਾ ਸੁਰਤ ਗਈ, ਨਾ ਸਾਡਾ ਧਿਆਨ ਗਿਆ। ਇਹ ਹੁਣ ਤੁਸੀਂ ਜਿਹੋ ਜਿਹੇ ਉਪਰਾਲੇ ਕਰਦੇ ਪਿਛਲੇ ਸਮਿਆਂ ਦੇ ਵਿੱਚ ਹੋਣੇ ਸ਼ੁਰੂ ਹੋਏ ਤੇ ਅਸੀਂ ਉਸ ਇਤਿਹਾਸ ਦੇ ਪ੍ਰਤੀ ਸੁਚੇਤ ਹੋਏ। ਪਰ ਕਹਿੰਦੇ ਜਦੋਂ ਹੁਣ ਸਾਹ ਰਗ ਕੱਟੀ ਬਾਬਾ ਫਤਿਹ ਸਿੰਘ ਦੀ, ਤੇ ਕਹਿੰਦੇ ਉੱਥੇ ਬਾਬਾ ਫਤਿਹ ਸਿੰਘ ਦੇ ਤੇ ਸਾਹ ਰਗ ਕੱਟਦਿਆਂ ਸਰ ਖੂਨ ਨਿਕਲਿਆ ਤੇ ਉਹਨਾਂ ਦੇ ਤੁਰੰਤ ਸਰੀਰ ਚੋਂ ਪ੍ਰਾਣ ਜਿਹੜੇ ਸੀ ਪੰਖੇਰੂ ਉੱਡੇ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ ਦੀ ਅਵਸਥਾ 'ਚ ਪਹੁੰਚੇ। ਪਰ ਬਾਬਾ ਫਤਿਹ ਸਿੰਘ ਦੀ ਜਦੋਂ ਸਾਹ ਰਗ ਕੱਟੀ ਗਈ ਨਾ, ਕਹਿੰਦੇ ਉੱਥੇ ਅੱਧੀ ਘੜੀ ਤੱਕ ਉਹਨਾਂ ਦੇ ਸਰੀਰ ਦੇ ਜਿਹੜੇ ਭਾਵ ਕਿ ਸਵਾਸ ਇਸ ਤਰ੍ਹਾਂ ਚੱਲੇ ਕਿ ਸਰੀਰ ਦੇ ਵਿੱਚ ਜਿਹੜੀ ਜਾਨ ਸੀ ਤੇ ਪੈਰ ਤੜਫਦੇ ਰਹੇ ਅੱਧੀ ਘੜੀ। ਜਿਹਨੂੰ ਅਸੀਂ ਕਹੀਏ ਕਿ ਮੰਨ ਲਓ ਜਿਵੇਂ ਇੱਕ ਮਹੂਰਤ ਕਿਹਾ ਜਾਂਦਾ ਹੈ, 2 ਘੜੀਆਂ ਦਾ 50 ਮਿੰਟ ਬਣਦੇ ਆ, ਇੱਕ ਘੜੀ ਦਾ ਮਤਲਬ 25 ਮਿੰਟ ਤੇ 25 ਦਾ ਅੱਧਾ ਕਰ ਦੋ ਤਾਂ 12.5 ਮਿੰਟ ਬਣ ਜਾਂਦੇ ਆ। ਇਹ 12.5 ਮਿੰਟ ਤੱਕ ਸਰੀਰ ਚੋਂ ਪ੍ਰਾਣ ਜਿਹੜੇ ਸੀ ਉਹ ਚੱਲਦੇ ਰਹੇ। ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ। ਹਮ ਜਾਨ ਦੇ ਕੇ ਆਪਣੀ ਔरों की जाने बचा चले।
गुरु की गोद च बैठे हो संगत जी। मैं 5 मिनट दे विच 2-3 ज़्यादा मिनट नहीं लैणे, बस 2-4 मिनट दे विच एक गल कह के फिर जिहड़ा अगला प्रोग्राम स्टेज सकत्तर ने साझा करना है वो आप जी दे नाल मां बड़े प्यार नाल साझा करनगे। हुण कलगीधर पातशाह महाराज जी ने साडी खातर सब कुछ वारिया। चेते रखियो जे जिहड़े कलगीधर पातशाह महाराज दे बारे आपां पढ़दे सुणदे ना, जिहड़े चमकौर चों निकले सीगे ते साहिबजादिਆਂ ਦੇ शरीर ਨੂੰ ਵੇਖਿਆ भाई दया सिंह ने, ते कमर कस्सा खोल के ਜਦੋਂ ਪਾਉਣ ਲੱਗੇ ਨੇ ਤਾਂ ਕਹਿੰਦੇ ਕੀ ਕਰ ਲੱਗੇ ਹੋ? ਕਹਿੰਦੇ ਸਾਹਿਬਜ਼ਾਦਿਆਂ ਤੇ ਕਫਨ ਪਾਉਣ ਲੱਗਾ। ਕਿਹਦੇ ਤੇ ਪਾਓਗੇ? ਕਹਿੰਦੇ ਦੋਵਾਂ ਤੇ ਪਾਉਣਾ ਹੈ। ਕਹਿੰਦੇ 2 ਕਰਕੇ ਪਾ ਦੇਣਾ ਹੈ। ਕਹਿੰਦੇ ਕਿਹਦੇ ਕਿਹਦੇ ਤੇ ਪਾਓਗੇ? ਸ਼ਹੀਦਾਂ ਦੇ ਮੁਖ ਤੇ ਕਫਨ ਜਾਂ ਪਰਦਾ ਸ਼ੋਭਦਾ ਨਹੀਂ। ਤੇ ਉੱਥੇ ਉਹਨਾਂ ਨੇ ਇੱਕ ਗੱਲ ਕਹੀ ਸੀ, ਮੇਰੇ ਪਾਤਸ਼ਾਹ ਤੂੰ ਇਹ ਦੱਸ ਕਿ ਤੇਰੇ ਤੀਰਾਂ ਨੂੰ ਸੋਨਾ ਭਲਾ ਕਿਉਂ ਲੱਗਾ ਹੁੰਦਾ ਸੀ? ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਤੀਰਾਂ ਨੂੰ ਸੋਨਾ ਇਸ ਕਰਕੇ ਕਿ ਮੇਰੀਆਂ ਨਜ਼ਰਾਂ 'ਚ ਕੋਈ ਦੁਸ਼ਮਣ ਨਹੀਂ, ਮੇਰੀਆਂ ਨਜ਼ਰਾਂ 'ਚ ਕੋਈ दुश्मन नहीं। पर जे जंग च मैनूं लाचार किया, शस्त्र चुकण लई तीर चलाने पै गए ना, ते मेरे तीर नाल अगर कोई जख्मी हो गया ते लगे हुए उस सोने नाल जख्मां दा इलाज करा सके, ते जे किसी दी मौत हो जाए ते उहदे अंतिम संस्कार दा भाव कफन दा प्रबंध किया जा सके। ते उहदा भाई दया सिंह कहंदे पातशाह तूं ते दुश्मन दे पुत्तां दे भी कफनां दा प्रबंध करना, तेरे पुत कफनों बगैर जाणगे। 4 पुत गुरु कलगीधर पातशाह दे शहीद हुंदे ने, ना पिता दा धड़ दा संस्कार कीता, ना माता दे शरीर दा संस्कार, क्योंकि इधर साहिबजादे शहीद हुंदे आपां कहंदे माता ने 10वें द्वार विच प्राण चढ़ा लए। ਜਿਹੜੀ ਮਾਂ ਏਡੀ ਮਜ਼ਬੂਤ ਇਰਾਦੇ ਦੀ, ਜਿਸ ਕੁੱਖ ਵਿੱਚੋਂ ਕਲਗੀਧਰ ਪਾਤਸ਼ਾਹ ਵਰਗਾ ਸਰਬੰਸਦਾਨੀ ਮਰਦ ਸੂਰਮਾ ਜਣਿਆ ਹੋਵੇ, ਮਾਂ ਗੁਜਰੀ ਕਰਮਾਂ ਵਾਲੀ ਹੈ, ਜਿਸ ਮਰਦ ਸੂਰਮਾ ਜਣਿਆ। ਤੁਸੀਂ ਪੜ੍ਹਦੇ ਹੋ ਏਡੀ ਕਰਮਾਂ ਵਾਲੀ ਮਾਂ, ਏਡਾ ਮਰਦ ਸੂਰਮਾ ਜੰਮਣ ਵਾਲੀ ਕਮਜ਼ੋਰ ਦਿਲ ਨਹੀਂ ਹੋ ਸਕਦੀ। ਤਾਂ ਹੀ ਤੇ ਸਾਹਿਬਜ਼ਾਦਿਆਂ ਨੇ ਕਿਹਾ ਜਦੋਂ ਡਰਾਵੇ ਕਹਿੰਦੇ ਤੁਹਾਡੀ ਮਾਂ ਉਡੀਕਦੀ ਹੋਏਗੀ कलेजा पकड़ के, कहते फिर साडी मां नहीं जिहड़ी कलेजा पकड़ के बैठी होएगी, वो साडी मां नहीं। ओहदा मजबूत इरादा इन्ना कि अपने पति दा सीस वेख के कहंदी सी तुहाडी निभ गई, मेरी भी निभ जाए। वो सवास आप नहीं चढ़ा सकती, सुसाइड नहीं कर सकती। इस करके विद्वान कहते माता नूं भी धक्का दे के शहीद किया। हुण 3 लाशां ने, ऐलान हो गया सी कि इन्हां नूं कोई नहीं सांभेगा। संगत जी मैं कह के फिर फतेह बुलाउणी है। हुण उत्थे जिक्र वैसे वख-वख विद्वानां ने वखरा वखरा कीता है। एक प्रोफेसर साहिब सिंह भाई रामा ते तलोका फूलकियां मिसल वाले जिहड़े बाद पटियाले दे राजे परिवार चों सी, ये उस परिवार नाल जुड़े उन्हां दा जिक्र करदे आ। पर रवायत अनुसार बहुते इतिहासकार टोडरमल दा ते टोडरमल दी खोज कईयां ने जिहड़ा जिक्र कीता, मैनूं वीर जी कहंदे सी थोड़ा दस्सिओ। इतिहासकारां दे विच एक मतभेद सीगा। उत्थे टोडरमल दे बारे कई कहंदे 40 साल पहलां चढ़ाई कर गए, भी लिखतां च हैगा डॉक्टर रतन सिंह जग्गी। पर उन्होंने ये भी लिखा कि टोडरमल जां ते टोडरमल 2 ने, जां टोडरमल दे परिवार ने। चेते रखियो दोवें पक्ष ने, पर टोडरमल दा नां इहदे विच बार-बार जरूर आउंदा है, जां उहदा परिवार सी कि उत्थे ओह एडा रईस है कि उत्थे जदों, क्योंकि ये ऐलान सी कि इन्हां नूं कोई किसी तरीके दे नाल कोई थां नहीं, रासां इसे तरीके नाल पईयां लैणगीआं। टोडरमल ने आकर के कहा सी तू जिन्ना सोना लैना है, चांदी लैनी, जो धन लैना है, पर इन्नी कोई जमीन का ऐलान कर दे जिथे मैं इन्हां शरीरां दा संस्कार कर सकां। उत्थे कोई चुकण वास्ते तैयार ना होया। भाई मोती राम मेहरा दा परिवार ते भाई टोडरमल दे परिवार ने उन्हां 3 शरीरां नूं चुक्या ते गुरुद्वारा ज्योति स्वरूप वाले थां ते लैके गए। जिस थां ते इतिहासकार कहंदे ने जदों पहिलां ते उहने ऐलान कीता सी कि तू मोहरां विछा के जगह लैणी, मोहरां विछाईआं 7800 दे करीब मोहरां बनदियां सी। पर नाल ही उन्हें कहा विछाउण दी गल नहीं, खड़ियां करो मोहरां, टेढ़ियां करके लाओ मोहरां जिहड़ियां ने। ते उत्थे लगभग 78,000 सोने दीयां मोहरां खड़ियां करके टोडरमल ने वो जमीन खरीदी जिन्हों अज दुनिया दे विच सब तो कीमती जमीन होने का मान हासिल है। दुनिया च जमीनां बड़ियां कीमती होणगियां, पर ज्योति स्वरूप वाली थां वर्गी थां कदे कीमती नहीं हो सकदी। सतगुरु पातशाह महाराज इधर राय कल्ले दे कोल जमीन दे उत्थे सुणदे ने सारा इतिहास। टोडरमल की गल सुनते ने, मोती राम मेहरा की गल सुनते हैं, असीसां भी बख्शिश करते हैं। पर नाल एक काई का बूटा पुट के कहते हैं मुगलो तुहाडी जड़ पुट्टी गई, मुगलो तुहाडी जड़। इत्थों सतगुरु पातशाह महाराज अगे दीने कांगड़ नूं निकलदे जफरनामा लिखते हैं, मुक्तसर जाते हैं। फिर उत्थों साबो की तलवंडी जिथे मातावां आकर के मिलदियां ने ते पुछदियां ने साडे लाल नहीं किधरे नजर आउंदे, साहिबजादा अजीत सिंह कित्थे है, जुझार सिंह कित्थे है। इदां ही दीवान सज्जिया सी ते दमदमा साहब ने इदां इशारा किया संगत वल कि इन पुत्रन के सीस पर वार दिए सतचार, 4 मुए तो क्या हुआ
ਜੀਵਤ ਕਈ ਹਜ਼ਾਰ, ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਸ਼ ਕੀਤਾ ਸੀ ਕਲਗੀਧਰ ਪਾਤਸ਼ਾਹ ਨੇ। ਤੇ ਇੱਕ ਵਾਰ ਸਾਰੇ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇੱਕ ਵਾਰੀ ਵੀਰ ਕਹਿ ਦੇਣ ਤੇ ਭੈਣਾ ਕਹਿ ਦੇਣ। ਪਹਿਲਾਂ ਵੀਰ ਬੋਲ ਦੇਣ, ਕਲਗੀਆਂ ਵਾਲਿਆ ਤੂੰ ਤੇ ਸਾਨੂੰ ਆਪਣੇ ਪੁੱਤ ਬਣਾ ਕੇ ਮਾਣ ਬਖਸ਼ਿਆ ਹੈ, ਤੇ ਅਸੀਂ ਤੇਰੇ ਦਰ ਤੇ ਆਏ ਆ, ਤੇ ਅਸੀਂ ਮਾਣ ਨਾਲ ਤੈਨੂੰ ਕਹਿੰਦੇ ਅਸੀਂ ਵਾਕਈ ਤੇਰੇ ਪੁੱਤ ਆ। ਇੱਕ ਵਾਰ ਸਾਰੇ ਪਿਆਰ ਨਾਲ ਕਹੋ, ਅਸੀਂ ਕਲਗੀਧਰ ਦੇ ਪੁੱਤ, ਅਸੀਂ ਕਲਗੀਧਰ ਦੇ ਪੁੱਤ। ਅਸੀਂ ਕਲਗੀਧਰ ਦੀਆਂ ਧੀਆਂ, ਅਸੀਂ ਕਲਗੀਧਰ ਦੀਆਂ ਧੀਆਂ। ਅਸੀਂ ਕਲਗੀਧਰ ਦੇ ਪੁੱਤ, ਅਸੀਂ ਕਲਗੀਧਰ ਦੇ ਪੁੱਤ। ਅਸੀਂ ਕਲਗੀਧਰ ਦੀਆਂ ਧੀਆਂ, ਅਸੀਂ ਕਲਗੀਧਰ ਦੀਆਂ ਧੀਆਂ। ਹੁਣ ਇਹ ਸ਼ਬਦ ਜਿੱਥੇ ਤੁਸੀਂ ਪੜ੍ਹੇ ਨੇ 6 ਦਿਨ 7 ਦਿਨ ਜਦੋਂ ਇਤਿਹਾਸ ਸੁਣਦੇ ਹੋ ਜਿਹਨ 'ਚ ਵਸਾਉਣਾ ਹੈ ਬਾਰ-ਬਾਰ ਕਿ ਅਸੀਂ ਕਲਗੀਧਰ ਦੇ ਪੁੱਤਾਂ, ਅਸੀਂ ਕਲਗੀਧਰ ਦੀਆਂ ਧੀਆਂ। ਤੇ ਜਦੋਂ ਅਸੀਂ ਤੁਰਦੇ ਫਿਰਦੇ ਹੋਈਏ ਨਾ ਘਰੋਂ ਬਾਹਰ, ਤੇ ਲੋਕ ਵੇਖ ਕੇ ਕਹਿਣਾ ਵਾਕਈ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਗੁਰੂ ਗੋਬਿੰਦ ਸਿੰਘ ਦੀ ਧੀ। ਸਾਡਾ ਕਿਰਦਾਰ ਇਹੋ ਜਿਹਾ ਹੋਵੇ, ਸਾਹਿਬਜ਼ਾਦਿਆਂ ਦੇ ਇਤਿਹਾਸ ਸੁਣ ਕੇ ਲੋਕ ਵੇਖ ਕੇ ਕਹਿਣਾ ਆ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਇਹ ਧੀ ਹੈ। ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਉਹ ਬਚਨ ਨਾਲ ਚੇਤੇ ਕਰਦੇ ਜਾਇਓ, ਜਿਹੜੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਪੁੱਤ ਦੀ ਸ਼ਕਲ ਆਪਣੇ ਪਿਓ ਨਾਲ ਨਾ ਮਿਲਦੀ ਹੋਵੇ, ਅਗਲੀ ਗੱਲ ਤੁਸੀਂ ਆਪ ਵਿਚਾਰ ਲੈਣੀ ਉਹਨੂੰ ਦੁਨੀਆ ਕੀ ਆਖਦੀ ਹੈ। ਬਸ ਇੰਨਾ ਕੋ ਅਹਿਸਾਸ ਇਹ 7 ਦਿਨਾਂ ਦੇ ਦੌਰਾਨ ਜਦੋਂ ਸ਼ਹੀਦੀ ਹਫ਼ਤਾ ਮਨਾਉਂਦੇ ਚੇਤੇ ਕਰਿਓ, ਸਾਨੂੰ ਤੇ ਗੁਰੂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸਾਡੀ ਖਾਤਰ ਵਾਰ ਕੇ ਸਾਨੂੰ ਪੁੱਤ, ਸਾਨੂੰ ਧੀਆਂ, ਸਾਨੂੰ ਪਰਿਵਾਰ ਹੋਣ ਦਾ ਮਾਣ ਬਖਸ਼ਿਆ। ਤੇ ਲੋਕ ਸਾਡੇ ਵੱਲ ਵੇਖ ਕੇ ਕਹਿਣਗੇ ਆ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਗੁਰੂ ਗੋਬਿੰਦ ਸਿੰਘ ਦੀ ਧੀ। ਬਸ ਉਹ ਅਹਿਸਾਸ ਕਰਕੇ ਸਾਡਾ ਸਰੂਪ ਉਹੋ ਜਿਹਾ ਹੋਵੇ, ਕਿਰਦਾਰ ਉਹੋ ਜਿਹਾ ਹੋਵੇ, ਸਾਡਾ ਵਿਵਹਾਰ ਹੋ ਜਾਏ ਕਿ ਲੋਕ ਕਹਿਣ ਵਾਕਈ ਆ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਹੈ, ਇਹ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਨੇ। ਤੇ ਸਾਡੇ ਬੱਚੇ ਇਹ ਵੰਗਾਰ ਕੇ ਕਹਿਣਾ ਸੀ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ, ਖੰਡੇ ਦਾ ਸੀ ਅੰਮ੍ਰਿਤ ਛਕਿਆ ਜਿਸ ਦਾ ਅੰਤ ਨਾ ਜਾਈ ਲਖਿਆ। ਕੜਾ ਕਸ਼ਹਿਰਾ ਤੇ ਕਿਰਪਾਨ ਜੋ ਕਿ ਸਿੱਖੀ ਦੀ ਹਨ, ਸ਼ਾਨ ਕੰਘਾ ਰੱਖ ਕੇਸਾਂ ਵਿਚਕਾਰ ਕਰੀਏ ਕੇਸਾਂ ਦਾ ਸਤਕਾਰ, ਬਾਣੀ ਵਿੱਚ ਧਿਆਨ ਲਗਾਈਏ, ਵਾਹਿਗੁਰੂ ਵਾਹਿਗੁਰੂ ਮੁਖੋਂ ਗਾਈਏ, ਅੰਮ੍ਰਿਤ ਵੇਲੇ ਉੱਠ ਕੇ ਤੜਕੇ ਜਪਜੀ ਜਾਪ ਸਵਈਏ, ਪੜ੍ਹ ਕੇ ਸ਼ਾਮੀ ਸੋਦਰ ਸਾਹਿਬ ਦਾ ਪਾਠ, ਸੋਹਿਲਾ ਬਾਣੀ ਪੜ੍ਹੀਏ ਰਾਤ। ਤੇ ਬੱਚੇ ਨੂੰ ਚੇਤੇ ਆ ਜੇ ਸਾਡਾ ਧਰਮ ਹੈ ਸਭ ਤੋਂ ਪਿਆਰਾ, ਸਾਡਾ ਧਰਮ ਹੈ ਸਭ ਤੋਂ ਪਿਆਰਾ, ਖੂਨੀ ਜਿਸ ਦਾ ਇਤਿਹਾਸ ਨਿਆਰਾ। ਤੇ ਗੁਰਮਤ ਸਿੱਖ ਕੇ ਅਸੀਂ ਸਿਖਾਉਣੀ, ਅੰਮ੍ਰਿਤ ਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਦੇ ਵਿਚਕਾਰੇ ਪ੍ਰਣ ਕਰਨਾ ਹੈ ਗੁਰੂ ਕੀ ਗੋਦ ਦੇ ਵਿੱਚ। ਅੱਜ ਕਨਵੈਂਟ ਸਕੂਲਾਂ 'ਚ ਬੱਚੇ ਪੜ੍ਹਦੇ ਨੇ, ਬੱਚਿਆਂ ਦੀ ਜਨਰਲ ਨੌਲੇਜ ਬੜੇ ਕਮਾਲ ਦੀ ਹੈ। ਪੁੱਛੀਏ ਜਨਰਲ ਨੌਲੇਜ ਦੇ ਸਵਾਲ, ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਤਪਾਕ ਦੇ ਨਹੀਂ ਕਹਿੰਦੇ ਦਾ ਗ੍ਰੇਟ ਵਾਲ ਆਫ ਚਾਈਨਾ, ਪਰ ਅਸੀਂ ਦੁਨੀਆ ਨੂੰ ਨਹੀਂ ਦੱਸ ਪਏ ਉਹ ਚਾਈਨਾ ਦੀ ਦੀਵਾਰ ਲੰਮੀ ਭਾਵੇਂ ਹੋਵੇ, ਸਰਹੰਦ ਦੀ ਦੀਵਾਰ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੀ। ਬੁਰਜ ਦੇ ਬਾਰੇ ਪੁੱਛੀਏ, ਕਹਿੰਦੇ ਦੁਨੀਆ ਦਾ ਸਭ ਤੋਂ ਉੱਚਾ ਬੁਰਜ, ਵੱਡਾ ਬੁਰਜ, ਕਹਿੰਦੇ ਬੁਰਜ ਖਲੀਫਾ, ਪਰ ਉਹਦੇ ਵੱਲ ਵੇਂਦਿਆਂ ਧੌਣਾ ਆਕੜ ਜਾਂਦੀਆਂ ਨੇ। ਅਸੀਂ ਨਹੀਂ ਦੁਨੀਆ ਨੂੰ ਦੱਸ ਪਏ ਕਿ ਉਹ ਤੇ ਦੁਨੀਆ ਦਾ ਬੁਰਜ ਉੱਚਾ ਹੈ, ਉਹਨੂੰ ਵੇਖਣ ਲੱਗਿਆਂ ਧੌਣਾ ਆਕੜਦੀਆਂ ਨੇ, ਪਰ ਠੰਡੇ ਬੁਰਜ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਹਨੂੰ ਵੇਂਦਿਆਂ ਸਾਰ ਦੁਨੀਆ ਦੇ ਸੀਸ ਆਪੇ ਝੁਕ ਜਾਂਦੇ ਨੇ। ਇਹ ਬੁਰਜ ਦਾ ਇਤਿਹਾਸ ਦੱਸਣ ਦੀ ਲੋੜ ਹੈ, ਇਹਦੇ ਨਾਲ ਨਾਲ ਇੱਕ ਇੱਕ ਪੱਖ ਇਹ ਜਿਹੜੇ ਵੱਖ-ਵੱਖ ਵਿਚਾਰਨ ਦੀ ਲੋੜ ਹੈ। ਤੇ ਖਾਸ ਕਰਕੇ ਮਾਵਾਂ ਗੋਦ ਵਿੱਚ ਬਿਠਾ ਕੇ ਇਹ ਇਤਿਹਾਸ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਨ। ਅਸੀਂ ਸਾਰੇ ਬੈਠੇ ਹਾਂ ਗੁਰੂ ਕੀ ਗੋਦ ਦੇ ਵਿੱਚ ਸਾਧ ਸੰਗਤ, ਇਹ ਲਾਸਾਨੀ ਇਤਿਹਾਸ ਦੇ ਵਿੱਚ ਬੜੇ ਐਸੇ ਪੱਖ ਨੇ, ਵਿਚਾਰ ਕਰਦਿਆਂ ਇਤਿਹਾਸ ਸੁਣਾਉਂਦਿਆਂ ਰਹਿ ਜਾਂਦੇ ਨੇ। ਇਹ ਆਲਮਗੀਰ ਤੋਂ ਅੱਗੇ ਸਤਿਗੁਰ ਪਾਤਸ਼ਾਹ ਕਿਵੇਂ ਦੀਨੇ ਕਾਂਗੜ ਹੋ ਕੇ ਜਫਰਨਾਮਾ ਭੇਜਦੇ ਨੇ ਤੇ ਅੱਗੇ ਕਿਵੇਂ ਪਾਤਸ਼ਾਹ ਮੁਕਤਸਰ ਜਾਂਦੇ ਨੇ, ਇਹ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਗਿਆਨੀ ਬਲਵੰਤ ਦਰਸ਼ਨ ਸਿੰਘ ਜੀ ਦਰਵੇਸ਼ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਿੰਦੇ ਨੇ। ਕਦੀ ਸਮਾਂ ਮਿਲੇਗਾ ਤੇ ਕੋਸ਼ਿਸ਼ ਕਰਾਂਗੇ ਜਫਰਨਾਮੇ ਦੀ ਉਹ ਵਿਆਖਿਆ ਵੀ ਆਪ ਜੀ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਤੇ ਸਾਂਝੀ ਕਰਾਂਗੇ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਗੁਰਮਤਿ ਦੀ ਸੋਝੀ ਤੇ ਗੁਰਮਤਿ ਪ੍ਰਚਾਰ ਕਰਨ ਦਾ ਬਲ ਬਖਸ਼ਿਸ਼ ਕਰਨ। ਤੇ ਜਿਹੜੇ ਖਾਲਸਾ ਗਰੁੱਪ ਵਾਲੇ ਵੀਰ ਨੇ, ਸ਼ਰਨ ਰੇਡੀਓ ਦੇ ਰਾਹੀਂ ਜਾਂ ਹੋਰ ਤਰੀਕੇ ਨਾਲ ਜਿਹੜੀਆਂ ਵੀ ਸੇਵਾਵਾਂ ਗੁਰਮਤਿ ਦੀਆਂ ਕਰ ਰਹੇ ਨੇ,
इन्हां वीरां ते मेहर भरिया हत्थ रखण, गुरुद्वारा सिंह सभा गोल मार्केट दे सारे प्रबंधकां ते सारी संगत ते सतगुरु पातशाह मेहर भरिया हत्थ रख के इसे तरीके नाल शहीदी हफ्तियां विच जुड़न दा बल बख्शण, सब दी हाजरी सतगुरु दर प्रवान करन, रहमत करन, अमृत छक के गुरु वाले बणीए। कलगीधर दे पुत्रो धीओ अमृत धारी हो के जियो, अमृत छकीए गुरु वाले बणीए। साडे मनाए हुए ये शहीदी हफ्ते, ये शहीदी यादां सफल हो जाणगियां। आ चार लैना चेते कर लियो, गुरु नानक दे नैना दे नूर सिखा सदा वास्ते है दुनिया आबाद तेरी। लखां पिंजरियां विच भी कैद हो जाए, रूह रहेगी सदा आजाद तेरी। ना घबरा वेख के झखड़ां नूं, होण लगी निशान बर्बाद तेरी। क्योंकि बाबा जोरावर सिंह ते बाबा फतेह सिंह दे सीस ते रखी गई है सिखा बुनियाद तेरी, रखी गई है सिखा बुनियाद तेरी। इस करके इस नींह नूं खतरा नहीं, जद तक तेरे कोल ये लासानी शहीदी हफ्ते का इतिहास है, दुनिया की कोई ताकत सिख कौम नूं खत्म नहीं कर सकती। भुल चुक दी खिमा गज के आखो जी वाहिगुरू जी का खालसा, वाहिगुरू जी की फतेह। बोले सो निहार। बहुत बहुत धन्यवाद।